ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਅੱਜ ਦਿਨ ਸੋਮਵਾਰ ਦਾ ਨਵੰਬਰ 15 ਔਰ ਸਾਡੇ ਸਰੀ ਸ਼ਹਿਰ ਦੇ ਵਿੱਚ ਬਹੁਤ ਭਾਰੀ ਮੀਂਹ ਪੈ ਰਿਹਾ ਹੈ। ਸਰੀ ਚੀਨੀ ਆਲੇ ਦੁਆਲੇ ਦੇ ਸਾਰੇ ਸ਼ਹਿਰਾਂ 'ਚ ਬਹੁਤ ਭਾਰੀ ਮੀਂਹ ਪੈ ਰਿਹਾ। ਇਸ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹੈਗੀਆਂ। ਸੋ ਜਿਹੜੇ ਬਾਹਰ ਕੰਮਾਂ ਕਾਰਾਂ ਤੇ ਜਾ ਰਹੇ ਆ ਸੋ ਡਰਾਈਵ ਕਰਦੇ ਸਮੇਂ ਜ਼ਰੂਰ ਖਿਆਲ ਰੱਖਿਓ, ਆਪਣਾ ਖਿਆਲ ਰੱਖਿਓ। ਵਿਜ਼ਿਬਿਲਿਟੀ ਬਹੁਤ ਪੂਅਰ ਆ और बाहर निकलते मौसम के अनुसार ही कपड़े पा के निकलना, क्योंकि मीह आ, तेज हवा भी आ ते एकदम ही वैदर दे विच बहुत वड्डी चेंज आ गई है। काफ़ी ट्रैफिक भी है। सो जिथे भी असी जाना सो कुछ समा पहला घरों जरूर निकलीए ताकि साको खुला समा होवे जिथे असी अपनी मंजिल ते पहुंचना है। इस दे नाल जदों असी गल करते हैं साझा टीवी प्लेटफॉर्म की ते कम्यूनिटी दे कहंदे सिर ते ही हर एक बिजनेस हर एक कामकार सक्सैस हुंदा। जे कम्यूनिटी तुहानू प्यार करती है, जे तुहाडे कीते होए कम्मां दी शलाघा करती है, तां ही तुसी अगे होर पलांघ भरन दी कोशिश भी करते हो, तां ही तुहाडे च हौसला भी आउंदा कि तुसी कोई एक होर कदम अगे चक्को। सो इस तरह ही FYI मीडिया साझा टीवी हुण तुसी जिथे हमेशा ही साडे परिवार साडे बजुर्ग पुछदे सी कि साडे घरे ते शॉ लगा आ, शॉ दी केबल आ ते साडे टैलस नहीं, असी किवें देख सकदे आ। सो तुहानू दस दईए तुहाडे सारिआं दे लई, सारी कम्यूनिटी दे लई खुशखबरी आ। आले दुआले जिथे जिथे दुनिया दे विच पंजाबी वसदे आ, जिहड़े साझा टीवी नू प्यार करदे आ, पूरे कैनेडा दे विच पूरे अमेरिका दे विच साझा टीवी डिश नैटवर्क ते आउंदा, स्लिंग ते आउंदा। और हुण कैनेडा दे विच जिथे तुसी इस नूं टैलस ते 24/24 ते देख सकदे हो, उत्थे तुसी इहनूं बिल ते शॉ ते रोजर ते भी देख सकदे हो। ये भी एक बड़ी वड्डी अचीवमेंट आ। पर ये सारा कुछ तुहाडे सारिआं दे, साडे स्पॉन्सर्स दे ते कम्यूनिटी दे साथ दे नाल ही असी अचीव कर सके। इस दे लई असी दिलों धन्नवादी हां तुहाडा सारिआं दा कि तुसी साडा इस सफ़र दे विच साथ दित्ता ते अग्गों तो भी उम्मीद आ तुसी इसे तरह ही साडा साथ दिंदे रहोगे। सो आओ हुण शो दे विच असी जी आए कहंदे आ सीनियर जर्नलिस्ट कुलदीप सिंह हुणां नूं। कुलदीप सिंह जी जी आनू जी, सत श्री अकाल जी। बलजिंदर जी, सोमवार दी जिहड़ा इस वीक दा पहला शो है ਉਹਦੇ ਵਿੱਚ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਜੀ ਵਰਦੇ ਮੀਂਹ ਦੇ ਵਿੱਚ ਸਤਿ ਸ੍ਰੀ ਅਕਾਲ। ਨਿੱਘੀ ਨਹੀਂ ਜੀ, ਠੰਡੀ ਸਤਿ ਸ੍ਰੀ ਅਕਾਲ। ਨਿੱਘੀ ਇਸ ਕਰਕੇ ਹੈ ਕਿ ਬੜੇ ਲੰਮੇ ਸਮੇਂ ਬਾਅਦ ਜੀ ਸਵੇਰੇ ਇਸ਼ਨਾਨ ਹੀ ਕਰਦੇ ਸੀ ਤੇ ਲਾਈਟ ਗਈ। ਤੁਹਾਨੂੰ ਪਤਾ ਵੀ ਦਾੜਾ ਵੀ ਸਜਾਉਣਾ ਹੁੰਦਾ ਹੈ, ਦਸਤਾਰ ਸਜਾਉਣੀ ਹੁੰਦੀ ਹੈ, ਬੜੀ ਮੁਸ਼ਕਲ ਦੇ ਨਾਲ ਫੋਨ ਦੀ ਲਾਈਟ ਔਨ ਕਰਕੇ ਤੇ ਫਿਰ ਤਿਆਰੀ ਕੀਤੀ, ਪਰ ਫਿਰ ਵੀ ਕਾਫੀ ਅਰਲੀ ਸੀ। ਪਰ ਵਾਰਨਿੰਗਸ ਅੱਜ ਦਿੱਤੀਆਂ ਹੈਗੀਆਂ ਕਿ ਤੇਜ਼ ਹਵਾਵਾਂ ਦੇ ਨਾਲ ਬਿਜਲੀ ਵੀ ਜਾ ਸਕਦੀ ਹੈਗੀ ਆ ਤੇ ਵੈਸੇ ਵੀ ਤੁਸੀਂ ਆਪਣਾ ਕੋਈ ਜ਼ਰੂਰ ਅਰੇਂਜ ਕਰਕੇ ਰੱਖੋ। 70 ਕਿਲੋਮੀਟਰ ਤੱਕ ਜਿਹੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 200 ਮਿਲੀਮੀਟਰ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਅਜੇ 50 ਮਿਲੀਮੀਟਰ ਹੋਰ ਪੈਣ ਦੀ ਸੰਭਾਵਨਾ ਹੈ। ਬਿਲਕੁਲ ਜੀ, ਬਹੁਤ ਸਾਰੀਆਂ ਸੜਕਾਂ ਦੇ ਉੱਤੇ ਸਾਨੂੰ ਪਤਾ ਨਹੀਂ ਹੁੰਦਾ, ਕਈ ਜਗ੍ਹਾ ਦੇ ਉੱਤੇ ਡਰੇਨ ਬੰਦ ਹੋਣ ਕਰਕੇ ਪਾਣੀ ਬਹੁਤ ਖੜਾ ਆ, ਬੜੇ ਪਡਲਸ ਨੇ। ਬਿਲਕੁਲ ਜੀ, ਅਚਾਨਕ ਜਦੋਂ ਗੱਡੀ ਉੱਥੋਂ ਦੇ ਨਿਕਲਦੇ ਆ ਖਿਆਲ ਜ਼ਰੂਰ ਰੱਖੋ, ਧਿਆਨ ਬਿਲਕੁਲ ਸੜਕ ਤੇ ਰੱਖੋ। ਮੇਰਠ ਦੀ ਗੱਲਬਾਤ ਕਰੀਏ, ਸਾਊਦਰਨ ਉਧਰਲੇ ਪਾਸੇ ਬੜੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਤੋਂ ਇਵੈਕੂਏਸ਼ਨ ਕਰਵਾਈ ਗਈ ਹੈ। ਘਰਾਂ ਨੂੰ ਵਿਹਲੇ ਕਰਵਾ ਕੇ, ਦਰਖਤ ਟੁੱਟੇ ਨੇ, ਪਾਣੀ ਇੰਨਾ ਕੁ ਭਰ ਚੁੱਕਾ ਹੈ, ਘਰਾਂ ਤੱਕ ਗੱਡੀਆਂ ਤੱਕ ਪਾਣੀ ਵੜ ਚੁੱਕਾ ਹੈ। ਜਦੋਂ ਆਪਾਂ ਕੋਕੋਹਲਾ ਦੀ ਗੱਲਬਾਤ ਕਰੀਏ ਤੇ ਉਧਰਲੇ ਪਾਸੇ ਆਉਣ ਲੱਗਿਆ ਰਸਤੇ ਦੇ ਵਿੱਚ ਹੋਪ ਦੇ ਲਾਗੇ
ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਉਹ ਰੁਕੀਆਂ ਹੋਈਆਂ ਨੇ। ਬਿਲਕੁਲ ਜੀ, ਮੱਡ ਸਲਾਈਡ ਹੋਣ ਮੱਡ ਸਲਾਈਡ ਹੋਣ ਕਰਕੇ ਸਾਡੇ ਐਬਸਪੋਰਟ ਦੇ ਵਿੱਚ ਜਿਹੜਾ ਹੈ ਤਕਰੀਬਨ 100 ਘਰਾਂ ਨੂੰ ਇਵੈਕੂਏਟ ਕਰਾਇਆ ਗਿਆ। ਕਿੰਨੀ ਕੁ ਦੂਰ ਹੈ, ਕਿਉਂਕਿ ਜਿਹੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਤੇ ਲਗਾਤਾਰ 48 ਘੰਟੇ ਤੋਂ ਪੈ ਰਿਹਾ ਜਿਹੜਾ ਮੀਂਹ ਹੈ, ਇਹਨੇ ਰਾਤੀ ਜਾ ਕੇ ਕਿਤੇ ਘਟਣਾ ਹੈ। ਕਈ ਥਾਵਾਂ ਦੇ ਉੱਤੇ ਹੋ ਸਕਦਾ ਸ਼ਾਮਾਂ ਤੱਕ ਥੋੜਾ ਬਹੁਤ ਸੂਰਜ ਨਿਕਲੇ, ਪਰ ਕੱਲ ਨੂੰ ਦਿਨ ਵਧੀਆ ਲੱਗਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਪੇਸ਼ਨ ਗੋਈ ਕੀਤੀ ਜਾ ਰਹੀ ਹੈ ਜਿਹੜੇ ਮਾਹਿਰ ਨੇ ਵੈਦਰ ਡਿਪਾਰਟਮੈਂਟ ਦੇ। ਸੋ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਧਿਆਨ ਆਪਣਾ ਰੱਖੋ, ਬਗੈਰ ਜ਼ਰੂਰਤ ਤੋਂ ਬਾਹਰ ਨਾ ਜਾਓ ਜੀ। ਬਿਲਕੁਲ। ਤੇ ਉਹਦੇ ਨਾਲ ਖੁਸ਼ਖਬਰੀ ਜਿਹੜੀ ਤੁਸੀਂ ਦੱਸੀ ਹੈ ਜੀ, ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਪੁੱਛਦੇ ਸੀ ਵੀ ਸਾਡੇ ਤਾਂ ਸ਼ਾਹ ਤੇ ਰੋਜ਼ਰ ਹੈ ਜੀ, ਅਸੀਂ ਕਿਵੇਂ ਦੇਖੀਏ। ਸੋ ਭਾਈ ਸ਼ਾਹ ਤੇ ਰੋਜ਼ਰ ਵਾਲਿਓ, ਹੁਣ ਤੁਸੀਂ ਵੀ ਬੈਲ ਵਾਲੇ ਵੀ ਟੈਲਸ ਵਾਲੇ ਵੀ ਅਮਰੀਕਾ ਕੈਨੇਡਾ ਦੁਨੀਆ ਭਰ ਦੇ ਵਿੱਚ ਕਿਤੇ ਵੀ ਇਹਨੂੰ ਲਾਈਵ ਦੇਖ ਸਕਦੇ ਹੋ। ਸੋ ਆਪਾਂ ਅੱਜ ਮਹਿਮਾਨ ਦੀ ਗੱਲਬਾਤ ਨਾ ਕਰੀਏ ਜੀ। ਬਿਲਕੁਲ, ਇੱਕ ਖਾਸ ਮਹਿਮਾਨ ਸਾਡੇ ਨਾਲ ਅੱਜ ਅੰਮ੍ਰਿਤਸਰ ਤੋਂ ਜੁੜਨਗੇ ਔਰ ਉਹਨਾਂ ਨੂੰ ਲਿਆਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਮੋ ਨਾ ਦਿਖਾਈਏ ਉਹਨਾਂ ਦਾ। ਸ਼ੋਰ ਕਿਉਂ ਨਹੀਂ, ਆਓ ਪਹਿਲਾਂ ਦੇਖਦੇ ਹਾਂ ਮਹਿਮਾਨ ਕੌਣ ਹੋਣਗੇ ਤੇ ਫਿਰ ਮਹਿਮਾਨ ਨਾਲ ਮੁਲਾਕਾਤ ਕਰਾਉਣੇ ਆ ਤੁਹਾਡੀ। सत श्री अकाल दोस्तों, मैं आतमजीत कौर आतम। ਅੱਜ ਮੈਂ ਇੱਕ ਰਾਈਟਰ, ਮੋਟੀਵੇਸ਼ਨਲ ਸਪੀਕਰ ਹਾਂ। ਇੱਕ ਵਰਲਡ ਰਿਕਾਰਡ ਬਣਾ ਚੁੱਕੀ ਹਾਂ, ਪਰ ਇਨ੍ਹਾਂ ਸਾਰੇ ਤਮਗਿਆਂ ਦੇ ਪਿੱਛੇ ਮੇਰੀ ਇੱਕ ਬਹੁਤ ਹੀ ਦਰਦ ਭਰੀ ਕਹਾਣੀ ਹੈ। ਅਚਾਨਕ ਮੇਰੇ ਪਾਪਾ ਦੀ ਸਰਕਾਰੀ ਨੌਕਰੀ ਉਹਨਾਂ ਦੇ ਹੱਥੋਂ ਖੁੱਸ ਗਈ। ਪਾਪਾ ਨੇ ਬਹੁਤ ਵਾਰ ਕਾਰਨ ਪੁੱਛਿਆ ਡਿਪਾਰਟਮੈਂਟ ਤੋਂ, ਪਰ ਉਸ ਕਾਰਨ ਦਾ ਨਹੀਂ ਪਤਾ ਲੱਗ ਸਕਿਆ। ਮੈਨੂੰ ਇੱਕ ਬਹੁਤ ਵਧੀਆ ਸਕੂਲ ਦੇ ਵਿੱਚੋਂ ਕੱਢ ਕੇ ਸਰਕਾਰੀ ਸਕੂਲ ਦੇ ਵਿੱਚ ਪਾ ਦਿੱਤਾ ਗਿਆ। ਅਸੀਂ ਇੰਨੇ ਆਉਤਰ ਹੋ ਚੁੱਕੇ ਸੀ ਕਿ ਫੀਸ ਵੀ ਨਹੀਂ ਸੀ ਦੇ ਪਾ ਰਹੇ। ਪਰਿਵਾਰ ਦੀ ਹਾਲਤ ਕੁਝ ਇਸ ਤਰ੍ਹਾਂ ਸੀ ਕਿ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਆਉਣ ਵਾਲੇ ਸਮੇਂ ਨੇ ਕੀ ਨਵੇਂ ਰੰਗ ਦਿਖਾਣੇ ਨੇ। ਜੀ ਕੁਲਦੀਪ ਸਿੰਘ ਜੀ, ਜਦੋਂ ਅਸੀਂ ਇਹੋ ਜਿਹੀਆਂ ਸ਼ਖਸੀਅਤਾਂ ਨੂੰ, ਇਹੋ ਜਿਹੀਆਂ ਅਸੀਂ ਭੈਣਾਂ ਨੂੰ, ਇਹੋ ਜਿਹੀਆਂ ਬੱਚੀਆਂ ਨੂੰ ਅਸੀਂ ਲੈ ਕੇ ਆਉਂਦੇ ਆ, ਉਹਦੇ ਨਾਲ ਹੋਰ ਬਹੁਤ ਸਾਰੇ ਪਰਿਵਾਰਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਆ ਤੇ ਇੱਕ ਉਹਨਾਂ ਨੌਜਵਾਨ ਬੱਚੀਆਂ ਨੂੰ ਵੀ ਹੌਸਲਾ ਮਿਲਦਾ ਕਿ ਜ਼ਿੰਦਗੀ 'ਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ ਤੇ ਤੁਸੀਂ ਆਪਣੇ ਦ੍ਰਿੜ ਇਰਾਦੇ ਦੇ ਨਾਲ ਅੱਗੇ ਵਧਦੇ ਚਲੋ ਤੇ ਔਕੜਾ ਮੁਸ਼ਕਲਾਂ ਆਪਣੇ ਆਪ ਤੁਹਾਨੂੰ ਆਸਾਨ ਲੱਗਣ ਲੱਗ ਪੈਂਦੀਆਂ ਤੇ ਤੁਸੀਂ ਮੰਜ਼ਿਲ ਆਪਣੀ ਅਚੀਵ ਕਰ ਲੈਂਦੇ ਆ। ਪਰ ਦੂਜਿਆਂ ਨੂੰ ਮੋਟੀਵੇਟ ਤੁਸੀਂ ਬਹੁਤ ਕਰਦੇ ਆ ਜਿਹੜੇ ਢੇਰੀ ਢਾਹ ਕੇ ਬੈਠੇ ਹੁੰਦੇ ਆ ਜੀ। ਉਹ ਸਿਆਣੇ ਵੀ ਕਹਿੰਦੇ ਆ ਨਾ, ਬੇਹਿੰਮਤੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਫੜ ਕੇ ਸੀਨੇ ਪੱਥਰਾਂ ਦੇ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹੁਣ ਮੇਰਾ ਖਿਆਲ ਹੈ ਵੀ ਇਸ ਗੱਲ ਦੀ ਇੰਟਰੋਡਕਸ਼ਨ ਦੇਣੀ ਕਿ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਕੌਣ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਜਿਹੜੀ ਦਬੀ ਤੇ ਲਤਾੜੀ ਜਾ ਰਹੀ ਔਰਤ ਜਾਤ ਹੈ, ਜਿਹਨੂੰ ਕਿਹਾ ਜਾਂਦਾ ਹੈ, ਮਨੁ ਸਿਮਰਤੀਆਂ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਪੈਰ ਦੀ ਜੁੱਤੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕਹੀ ਹੈ, ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ, ਜਿਹਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ, ਰਿਸ਼ੀਆਂ ਮੁਨੀਆਂ ਨੂੰ ਜਨਮ ਦਿੱਤਾ। ਬਿਲਕੁਲ। ਔਰ ਤੁਹਾਡਾ ਮਨ ਪਾਉਂਦਾ ਟੌਪਿਕ ਵੀ ਇਹੀ ਰਿਹਾ ਹੈ ਕਿ ਜਿਹੜੇ ਪ੍ਰਚਾਰਕ ਆ ਕੇ ਇਹ ਕਹਿੰਦੇ ਆ ਕਿ ਔਰਤ ਅਪਵਿੱਤਰ ਹੈ, ਤੁਸੀਂ ਉਹਨੂੰ ਪਵਿੱਤਰ ਕਿਵੇਂ ਕਰਾਰ ਦਿੱਤਾ ਕਿ ਇੱਥੋਂ ਭਜਾ ਕੇ ਬਾਹਰ ਕੱਢਿਆ ਕਿ ਨਹੀਂ ਭਾਈ ਸਾਹਿਬ ਜੀ, ਉਹ ਤੁਹਾਨੂੰ ਸ਼ਾਇਦ ਗੁਰਮਤਿ ਦਾ ਜਾਂ ਗੁਰਬਾਣੀ ਦਾ ਗਿਆਨ ਨਹੀਂ। ਉਹ ਅੱਜ ਬੱਚੀ ਸਾਡੀ ਕੌਮ ਦੀ ਜਿਹਨੇ ਦੁਨੀਆ ਭਰ ਦੇ ਵਿੱਚ ਇੱਕ ਨਾਮ ਉੱਚਾ ਕੀਤਾ ਹੈ, ਅੱਜ ਉਹਨਾਂ ਨਾਲ ਮੁਲਾਕਾਤ ਖਬਰਸਾਰ ਬਿਹਾਈਂਡ ਦਾ ਨਿਊਜ਼ ਦੇ ਵਿੱਚ ਤੁਹਾਡੀ ਕਰਵਾਵਾਂਗੇ ਤੇ ਉਹਨਾਂ ਖੁੱਲ ਕੇ ਅੱਜ ਗੱਲਾਂ ਵੀ ਕਰਾਂਗੇ ਜੀ। ਆਓ ਫਿਰ ਸਵਾਗਤ ਕਰਦੇ ਹਾਂ। ਬਿਲਕੁਲ ਜੀ, ਜੀ ਆਇਆਂ ਕਹਿੰਦੇ ਅਸੀਂ ਅੰਮ੍ਰਿਤਸਰ ਤੋਂ ਸਾਡੇ ਨਾਲ ਆਤਮਜੀਤ ਕੌਰ ਜੀ ਸਾਡੇ ਨਾਲ ਸ਼ਾਮਲ ਨੇ। ਹਾਂਜੀ, ਤੁਹਾਨੂੰ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਹਾਂਜੀ, ਥੋੜਾ ਜਿਹਾ ਆਤਮਜੀਤ ਜੀ ਉੱਚੇ ਬੋਲਿਓ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ। ਜਾਣਨਾ ਚਾਹੁੰਦੇ ਆ, ਦੁਨੀਆ ਭਰ ਦੇ ਦਰਸ਼ਕ ਜਾਣਨਾ ਚਾਹੁੰਦੇ ਆ
ਕੌਣ ਹੈ ਆਤਮਜੀਤ ਕੌਰ? ਕੀ ਇਹ ਵਰਲਡ ਰਿਕਾਰਡ ਬਣਾ ਕੇ ਏਡਾ ਵੱਡਾ ਇਨਾਮ ਲੈਣ ਵਾਲੀ, ਜਾਂ ਫਿਰ ਜਿਹੜੀਆਂ ਬੱਚੀਆਂ ਨੇ ਸਾਡੀਆਂ ਆਉਣ ਵਾਲਾ ਨੇੜ ਭਵਿੱਖ ਹੈ ਉਹਨਾਂ ਦੇ ਅੰਦਰ ਚਾਨਣ ਤੇ ਵਿਕਾਸ ਕਰਨ ਵਾਲੀ ਬੱਚੀ ਕੌਣ ਹੈ? ਥੋੜਾ ਜਿਹਾ ਆਤਮਜੀਤ ਕੌਰ ਬਾਰੇ ਜਾਣਨਾ ਚਾਹੁੰਦੇ ਹਾਂ। ਕੌਣ ਹੈ ਆਤਮਜੀਤ ਕੌਰ ਜੀ? ਜੀ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਲਾਇਕ ਸਮਝਿਆ ਕਿ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਸਕਾਂ, ਕੁਝ ਵਿਚਾਰ ਆਪਣੇ ਤੁਹਾਡੇ ਸਾਰਿਆਂ ਨਾਲ ਸਾਂਝੇ ਕਰ ਸਕਾਂ ਜੀ। ਬਾਕੀ ਰਹੀ ਗੱਲ ਆਤਮਜੀਤ ਕੌਰ ਕੌਣ ਹੈ, ਆਤਮਜੀਤ ਕੌਰ ਆਪਣੇ ਗੁਰੂ ਤੋਂ ਬਿਨਾਂ ਕੁਝ ਨਹੀਂ ਹੈ। ਕੀ ਬਾਤ ਹੈ। ਆਪਣੇ ਗੁਰੂ ਰਾਮਦਾਸ ਨੇ ਜੇ ਜੀ। ਗੁਰੂ ਰਾਮਦਾਸ ਅੱਜ ਨਾ ਸਾਥ ਦਿੰਦੇ ਤਾਂ ਸ਼ਾਇਦ ਅੱਜ ਮੈਂ ਤੁਹਾਡੇ ਸਾਰਿਆਂ ਸਾਹਮਣੇ ਰੂਬਰੂ ਨਾ ਹੁੰਦੀ ਜੀ। ਸੋ ਮੇਰੇ ਜਿੰਨੇ ਵੀ ਕੰਮ ਦੇ ਪਿੱਛੇ ਹੱਥ ਹੈ, ਮੇਰੇ ਗੁਰੂ ਰਾਮਦਾਸ ਜੀ ਨੇ ਮੈਨੂੰ ਹਰ ਪਲ ਜਿਹੜਾ ਹੈ ਉਹ ਮੋਟੀਵੇਟ ਕਰਦੇ ਰਹੇ। ਮੈਂ ਚਾਹੇ ਕਿੰਨੀ ਵੀ ਮੁਸ਼ਕਲ ਦੇ ਵਿੱਚ ਸੀ, ਉਹਨਾਂ ਨੇ ਸਹਾਰਾ ਦਿੱਤਾ। ਉਹਨਾਂ ਨੇ ਨਵੀਂ ਤੋਂ ਨਵੀਂ ਜਿਹੜੀ ਗੱਲ ਹੈ ਉਹ ਦਿਮਾਗ ਦੇ ਵਿੱਚ ਪਾਣੀ, ਮੇਰੇ ਸਵਾਲ ਜਿਹੜੇ ਮੇਰੇ ਦਿਮਾਗ ਦੇ ਵਿੱਚ ਚੱਲਦੇ ਹੁੰਦੇ ਸੀ ਉਹਨਾਂ ਦੇ ਜਵਾਬ ਅੰਦਰੋਂ ਹੀ ਦੇਣੇ, ਇਹ ਬੜੀ ਵੱਡੀ ਗੱਲ ਹੈ। ਕੀ ਬਾਤ ਹੈ। ਉਹਨੂੰ ਲੈ ਕੇ ਲੀ ਨੂੰ ਤੁਰਦਿਆਂ ਹੋਇਆਂ ਅੱਜ ਆਤਮਜੀਤ ਕੌਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋ ਰਹੀ, ਇਹ ਮੇਰੇ ਲਈ, ਮੇਰੇ ਗੁਰੂ ਲਈ ਬੜੀ ਮਾਣ ਵਾਲੀ ਗੱਲ ਹੈ ਜੀ। ਬਹੁਤ ਬਾਖੂਬ ਆ ਕਿ ਤੁਸੀਂ ਉਸ ਧਰਤੀ ਤੋਂ ਬਿਲੋਂਗ ਕਰਦੇ ਹੋ ਜਿੱਥੇ ਜਾਣ ਲਈ ਅਸੀਂ ਹਮੇਸ਼ਾ ਲੋਚਦੇ ਰਹਿੰਦੇ ਆ। ਅਸੀਂ ਪੰਜਾਬ ਜਾਣ ਦੀ ਗੱਲ ਕਰਦੇ ਆ, ਆਪਣੀ ਧਰਤੀ ਤੇ ਜਾਣ ਦੀ ਗੱਲ ਕਰਦੇ ਆ, ਪੈਰ ਰੱਖਦੇ ਆ ਪੰਜਾਬ ਤੇ। ਇੱਕ ਜਗ੍ਹਾ ਪਹਿਲਾਂ ਜਿੱਥੇ ਅਸੀਂ ਜਾਣਾ ਚਾਹੁੰਦੇ ਆ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿੱਥੇ ਜਾ ਕੇ ਸਾਡੀ ਮੁਕਤੀ ਹੁੰਦੀ ਆ, ਮਨ ਨੂੰ ਸ਼ਾਂਤੀ ਮਿਲਦੀ ਆ ਕਿ ਅਸੀਂ ਆ ਗਏ ਆਪਣੀ ਧਰਤੀ ਤੇ। ਸਾਨੂੰ ਆਪਣੀ ਧਰਤੀ ਦੇ ਨਾਲ ਮੋਹ ਹੀ ਇੰਨਾ ਆ ਤੇ ਤੁਸੀਂ ਉਸ ਧਰਤੀ ਤੇ ਰਹਿੰਦੇ ਹੋ, ਉਸ ਤੁਸੀਂ ਨਗਰੀ ਦੇ ਵਾਸੀ ਹੋ ਤੇ ਤੁਹਾਡੇ ਤੇ ਵਾਕਿਆ ਹੀ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਆ ਕਿ ਇੰਨੀਆਂ ਮੁਸ਼ਕਲਾਂ ਚੋਂ ਤੁਸੀਂ ਉੱਭਰ ਕੇ ਅੱਗੇ ਨਿਕਲ ਕੇ ਆਏ। ਸੋ ਬੜਾ ਪ੍ਰਾਊਡ ਮਹਿਸੂਸ ਵੀ ਹੁੰਦਾ ਕਿ ਤੁਸੀਂ ਇੰਨੀ ਲੇਟ ਰਾਤ ਵੀ ਸਾਡਾ ਸਾਥ ਦੇ ਰਹੇ ਹੋ। ਆਤਮਜੀਤ ਜੀ, ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਿ ਜਦੋਂ ਅਸੀਂ ਢੇਰੀ ਢਾ ਦਿੰਦੇ ਆ ਨਾ, ਅਸੀਂ ਹਾਲਾਤਾਂ ਨਾਲ ਲੜਨਾ ਛੱਡ ਦਿੰਦੇ ਆ ਤੇ ਲੋਕੀ ਸਾਨੂੰ ਉੱਤੇ ਦੱਬ ਕੇ ਕੁਚਲ ਕੇ ਲਤਾੜ ਕੇ ਅੱਗੇ ਲੰਘ ਜਾਂਦੇ ਆ। ਪਰ ਤੁਸੀਂ ਅਜਿਹੇ ਹਾਲਾਤਾਂ ਚੋਂ ਵੀ ਨਿਕਲ ਕੇ ਉੱਭਰ ਕੇ ਸ਼ਖਸੀਅਤ ਸਾਹਮਣੇ ਲਿਆਂਦੀ। ਸਲੂਟ ਆ ਤੁਹਾਨੂੰ, ਤੁਹਾਡੀ ਸੋਚ ਨੂੰ ਤੇ ਤੁਹਾਡੀ ਹਿੰਮਤ ਨੂੰ। ਜੀ, ਥੋੜਾ ਜਿਹਾ ਆਪਣੇ ਜੀਵਨ ਬਾਰੇ, ਕਿਉਂਕਿ ਸਾਂਝਾ ਟੀਵੀ ਦੇ ਇਸ ਪਲੇਟਫਾਰਮ ਤੇ ਪਹਿਲੀ ਵਾਰੀ ਬੀਬਾ ਆਤਮਜੀਤ ਕੌਰ, ਜਿਹੜੇ ਇਕੱਲੇ ਬੀਬਾ ਆਤਮਜੀਤ ਕੌਰ ਨਹੀਂ, ਡਾਕਟਰ ਆਤਮਜੀਤ ਕੌਰ ਵੀ ਹੈਗੇ ਆ। ਮੈਂ ਇਸ ਕਰਕੇ ਅਜੇ ਡਾਕਟਰ ਨੇ ਸੰਬੋਧਨ ਕੀਤਾ ਕਿਉਂਕਿ ਡਾਕਟਰ ਦੀ ਕਹਾਣੀ ਤੁਹਾਡੇ ਤੋਂ ਬਾਅਦ ਜਾਣਾਂਗੇ ਜੀ। ਡਾਕਟਰ ਆਤਮਜੀਤ ਕੌਰ ਜੀ, ਥੋੜਾ ਜਿਹਾ ਜ਼ਿੰਦਗੀ ਦਾ ਸੰਘਰਸ਼ਮਈ ਸਫ਼ਰ ਇੱਥੇ ਤੱਕ ਕਿਵੇਂ ਅਪੜਿਆ, ਪਰਿਵਾਰਕ ਪਿਛੋਕੜ ਥੋੜਾ ਜਿਹਾ, ਤੇ ਉਸ ਤੋਂ ਬਾਅਦ ਅੱਗੇ ਚੱਲਾਂਗੇ ਤੁਹਾਡੀਆਂ ਪ੍ਰਾਪਤੀਆਂ ਵੱਲ ਜੀ। ਮੇਰੀ ਉਮਰ ਤਕਰੀਬਨ 9 ਸਾਲ ਦੀ ਹੋਏਗੀ। ਮੇਰੇ ਐਕਚੁਅਲੀ ਫਾਦਰ ਗਵਰਨਮੈਂਟ ਸਰਵਿਸ ਕਰਦੇ ਸਨ। ਕਿਸੇ ਗੱਲ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਅਚਾਨਕ ਹੀ ਡਿਸਮਿਸ ਕਰ ਦਿੱਤਾ ਗਿਆ ਔਰ ਸਾਡਾ ਸਾਰਾ ਹੀ ਇੱਕਦਮ ਰੂਟੀਨ ਚੇਂਜ ਹੋ ਗਿਆ। ਮੈਂ ਸਿਰਫ 9 ਸਾਲ ਦੀ ਸੀ ਔਰ ਮੇਰਾ ਬ੍ਰਦਰ ਸਿਰਫ 5 ਸਾਲ ਦਾ ਸੀ, ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਹੁਣ ਸਾਡੇ ਕੋਲ ਜਿਹੜੇ ਨੇ ਉਹ ਪੈਸੇ ਬਹੁਤ ਥੋੜੇ ਨੇ ਜਿੰਨੇ ਨਾਲ ਅਸੀਂ ਜਿਹੜਾ ਉਹ ਸਰਵਾਈਵ ਕਰਨਾ ਹੈ। ਇਹ ਗੱਲ ਹੈ 1999 ਸਾਲ ਦੀ ਜੀ। ਤੇ ਤੁਹਾਡਾ ਜਿਹੜਾ ਸਕੂਲ, ਜਿਹੜੇ ਤੁਸੀਂ ਸਕੂਲ ਦੇ ਵਿੱਚ ਪੜ੍ਹ ਰਹੇ ਹੋ, ICSE ਸਕੂਲ ਹੈ, ਹੁਣ ਉਹਨੂੰ ਅਸੀਂ ਚੇਂਜ ਕਰਕੇ ਪੰਜਾਬ ਬੋਰਡ ਸਕੂਲ ਦੇ ਵਿੱਚ ਆਪਾਂ ਤੁਹਾਨੂੰ ਪੜ੍ਹਾਵਾਂਗੇ। ਤੇ ਲੜਕੀਆਂ ਵਾਸਤੇ ਇਹ ਗੱਲ ਹੋ ਜਾਂਦੀ ਹੈ ਕਿ ਠੀਕ ਹੈ, ਜਿੱਥੇ ਪੇਰੈਂਟਸ ਕਹਿ ਰਹੇ ਨੇ ਉੱਥੇ ਉਹ ਐਗਰੀ ਕਰਕੇ ਬੜੇ ਆਰਾਮ ਦੇ ਨਾਲ ਚਲੀ ਜਾਂਦੀ। ਤੇ ਮੈਨੂੰ ਵੀ ਇਸੇ ਤਰੀਕੇ ਨਾਲ ਇੰਗਲਿਸ਼ ਮੀਡੀਅਮ ਤੋਂ ਇੱਕਦਮ ਹੀ ਪੰਜਾਬੀ ਮੀਡੀਅਮ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਔਰ ਬਹੁਤ ਸਾਲ ਇਹ ਜਿਹੜਾ ਸਿਸਟਮ ਚੱਲਦਾ ਰਿਹਾ ਔਰ ਸਾਈਕਲ ਤੇ ਮੈਂ ਜਾਂਦੀ ਹੁੰਦੀ ਸੀ ਔਰ ਹਾਲਾਤ ਥੋੜੇ ਟਾਈਮ ਬਾਅਦ ਬੱਤਰ ਹੋਣੇ ਸ਼ੁਰੂ ਹੋ ਗਏ ਔਰ ਇੰਨੇ ਬੱਤਰ ਹੋਣੇ ਸ਼ੁਰੂ ਹੋ ਗਏ ਕਿ ਜਿਹੜੀ ਥੋੜੀ ਬਹੁਤ ਵੀ ਉਸ ਸਕੂਲ ਦੀ, ਪੰਜਾਬੀ ਮੀਡੀਅਮ ਸਕੂਲ ਦੀ ਵੀ ਫੀਸ ਦੇਣੀ ਸੀ, ਉਹ ਵੀ ਥੋੜੀ ਜਿਹੀ ਔਖੀ ਹੋ ਰਹੀ ਸੀ। ਸੋ ਮੈਂ ਉੱਥੇ ਤੱਕ, ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ 9 ਸਾਲ ਦੀ ਉਮਰ ਸੀ, 5th ਕਲਾਸ ਮੇਰੀ ਸਕੂਲ ਚੇਂਜ ਹੋ ਚੁੱਕਿਆ ਸੀ। ਤਕਰੀਬਨ ਮੇਰਾ ਖਿਆਲ ਹੈ 9th ਕਿ 10th ਦੀ ਗੱਲ ਹੈ ਕਿ ਮੈਨੂੰ ਸਰਕਾਰੀ ਸਕੂਲ ਦੇ ਵਿੱਚ ਵੀ ਪਾ ਦਿੱਤਾ ਗਿਆ ਔਰ ਸਰਕਾਰੀ ਸਕੂਲ ਦੇ ਵਿੱਚ ਮੁਸ਼ਕਿਲ ਇਹ ਆ ਰਹੀ ਸੀ, ਮੈਨੂੰ ਸਰਵਾਈਵ ਕਰਨ ਦੇ ਵਿੱਚ ਮੁਸ਼ਕਿਲ ਹੋ ਰਹੀ ਸੀ ਕਿਉਂਕਿ ਉਹਨਾਂ ਕੁੜੀਆਂ ਦੇ ਨਾਲ ਮੇਰੇ ਜਿਹੜਾ ਉਹ ਮੈਚਅਪ ਨਹੀਂ ਸੀ ਹੋ ਪਾ ਰਿਹਾ। ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦੀ, ਉਹਨਾਂ ਦੇ ਆਪਣੇ ਗਰੁੱਪ ਬਣੇ ਹੋਏ ਸੀ ਔਰ ਮੈਂ ਗਈ ਸੀ ਥੋੜੀ ਜੀ ਮਤਲਬ ਖੁੱਲ ਕੇ ਸਾਰਿਆਂ ਨਾਲ ਮਿਲਣ ਵਾਲੀ।
ਤੇ ਮੈਨੂੰ ਥੋੜੀ ਦਿੱਕਤ ਆ ਰਹੀ ਸੀ। ਸੋ ਸਰਕਾਰੀ ਸਕੂਲ ਦੇ ਵਿੱਚ ਆਮ ਤੌਰ ਤੇ ਇੱਕ ਮਾਈਂਡ ਸੈਟਅਪ ਬਣਿਆ ਕਿ ਉੱਥੇ ਟੀਚਰ ਨਹੀਂ ਆਉਂਦੇ ਕਲਾਸ ਵਿੱਚ ਜੀ ਤੇ ਤੁਸੀਂ ਆਰਾਮ ਦੇ ਨਾਲ ਸਾਰੀ ਦਿਹਾੜੀ ਤੁਸੀਂ ਜੋ ਮਰਜ਼ੀ ਕਲਾਸ ਵਿੱਚ ਕਰੋ। ਪਰ ਇਹ ਚੀਜ਼ ਮੈਨੂੰ ਠੀਕ ਨਹੀਂ ਸੀ ਲੱਗ ਰਹੀ ਕਿਉਂਕਿ ਮੈਂ ਬਹੁਤ ਬ੍ਰਿਲੀਅੰਟ ਸੀ ਸ਼ੁਰੂ ਤੋਂ ਹੀ ਤੇ ਮੇਰੇ ਵਾਸਤੇ ਇਹ ਚੀਜ਼ ਬੜੀ ਔਖੀ ਹੋਈ ਪਈ ਸੀ। ਸੋ ਮੈਂ ਉੱਥੇ ਇੱਕ ਚੈਸ ਰੂਮ ਬਣਿਆ ਸੀ ਤੇ ਸਾਡੇ ਘਰ ਦੇ ਵਿੱਚ ਆਮ ਤੌਰ ਤੇ ਸ਼ਤਰੰਜ ਮੇਰੇ ਮੰਮਾ ਮੇਰੇ ਪਿੱਛੋਂ ਨਾਨਕੇ ਸਾਰੇ ਖੇਡਦੇ ਸੀ ਤੇ ਮੈਂ ਕਲਾਸ 'ਚ ਕਿਉਂਕਿ ਟੀਚਰ ਤਾਂ ਕੋਈ ਆਂਦਾ ਨਹੀਂ ਸੀ ਕਲਾਸ 'ਚ ਸਮਾਂ ਘੱਟ ਕਰ ਦਿੱਤਾ ਤੇ ਚੈਸ ਰੂਮ ਦੇ ਵਿੱਚ ਸਮਾਂ ਜ਼ਿਆਦਾ ਬਿਤਾਉਣਾ ਸ਼ੁਰੂ ਕਰਤਾ। ਉੱਥੇ ਡਿਸਟ੍ਰਿਕਟ ਲੈਵਲ ਦਾ ਜਿਹੜਾ ਮੈਚ ਹੋਇਆ ਡਿਸਟ੍ਰਿਕਟ ਲੈਵਲ ਦੇ ਮੈਚ ਤੋਂ ਪਹਿਲਾਂ ਉਹ ਮੈਨੂੰ ਕਹਿੰਦੇ ਨੇ ਤੁਸੀਂ ਚੈਸ ਨਹੀਂ ਖੇਡ ਸਕਦੇ। ਮੈਂ ਕਿਹਾ ਜੀ ਕਿਉਂ ਮੇਰੀ ਗੇਮ ਦੇ ਵਿੱਚ ਕੋਈ ਘਾਟ ਹੈ ਤਾਂ ਮੈਨੂੰ ਦੱਸੋ ਮੈਂ ਇੰਪਰੂਵ ਕਰਨ ਨੂੰ ਤਿਆਰ। ਕਹਿੰਦੇ ਨਹੀਂ ਜੀ ਤੁਸੀਂ ਇਕੱਲਿਆਂ ਨਹੀਂ ਖੇਡ ਸਕਦੇ ਜਾਂ ਤੇ ਪੂਰੇ ਸਕੂਲ ਦੇ ਵਿੱਚੋਂ ਆਪਣੇ ਵਰਗੀਆਂ 5 ਕੁੜੀਆਂ ਹੋਰ ਤਿਆਰ ਕਰੋ ਇੱਕ ਟੀਮ ਬਣੇਗੀ ਤੇ ਫਿਰ ਤੁਸੀਂ ਖੇਡ ਸਕਦੇ ਹੋ ਜੀ। ਮੈਂ ਕਿਹਾ ਜੀ ਠੀਕ ਹੈ ਜੀ ਮੈਨੂੰ ਮਨਜ਼ੂਰ ਹੈ ਮੈਂ ਤੁਹਾਡਾ ਚੈਲੰਜ ਲੈਣ ਨੂੰ ਤਿਆਰ ਹਾਂ। ਮੈਂ 5 ਕੁੜੀਆਂ ਆਪਣੇ ਵਰਗੀਆਂ ਤਿਆਰ ਕੀਤੀਆਂ ਇੱਕ ਟੀਮ ਬਣਾਈ 6 ਜਣੇ ਜਿਨ੍ਹਾਂ ਵਿੱਚੋਂ 4 ਪਲੇਅਰ ਖੇਡਦੇ ਆ ਤੇ 2 ਰਿਜ਼ਰਵ ਪਲੇਅਰ ਹੁੰਦੇ ਨੇ ਤੇ ਅਸੀਂ ਉੱਥੇ ਖੇਡਿਆ ਡਿਸਟ੍ਰਿਕਟ ਲੈਵਲ ਔਰ ਤੁਸੀਂ ਯਕੀਨ ਨਹੀਂ ਕਰੋਗੇ ਕਿ ਉਹ 6ਾਂ ਦੇ ਵਿੱਚੋਂ ਮੈਂ ਇਕੱਲੀ ਹੀ ਜਿਹੜੀ ਅੱਗੇ ਸਟੇਟ ਲੈਵਲ ਵਾਸਤੇ ਸਿਲੈਕਟ ਹੋਈ ਤੇ ਉਹਨਾਂ ਨੇ ਦੇਖਿਆ ਕਿ ਇਹ ਜਿਹੜੀ ਲੜਕੀ ਕਾਫੀ ਮਿਹਨਤ ਕਰ ਰਹੀ ਹੈ ਔਰ ਮਤਲਬ ਮੇਰੇ ਕੋਲ ਉਸ ਟਾਈਮ ਤੇ ਸਵੈਟਰ ਲੈਣ ਜੋਗੇ ਵੀ ਪੈਸੇ ਨਹੀਂ ਸੀ ਬੂਟ ਲੈਣ ਜੋਗੇ ਵੀ ਪੈਸੇ ਨਹੀਂ ਸਨ। ਸੋ ਮੈਨੂੰ ਸਕੂਲ ਵਾਲਿਆਂ ਸਰਕਾਰੀ ਸਕੂਲ ਵਾਲਿਆਂ ਕਿਤਾਬਾਂ ਤਾਂ ਦੇ ਹੀ ਰਹੇ ਸਨ ਉਹ ਫੀਸ 'ਚ ਵੀ ਮੇਰੀ ਹੈਲਪ ਕਰ ਰਹੇ ਸਨ ਆਪਣੇ ਕੋਲੋਂ ਸਵੈਟਰ ਵੀ ਦਿੱਤਾ ਸ਼ੂਜ਼ ਵੀ ਦਿੱਤੇ। ਮੇਰੇ ਨਾਪ ਦੇ ਅਕਸਰ ਸ਼ੂਜ਼ ਨਹੀਂ ਮਿਲਦੇ ਹੁੰਦੇ ਸਰ ਮੇਰਾ ਪੈਰ ਬਹੁਤ ਵੱਡਾ ਤੇ ਫਿਰ ਵੀ ਉਹਨਾਂ ਨੇ ਅਰੇਂਜਮੈਂਟ ਕਰਕੇ ਮੇਰੀ ਮਤਲਬ +2 ਤੱਕ ਦੀ ਜਿਹੜੀ ਉਹ ਸਟੱਡੀ ਕੰਪਲੀਟ ਵੀ ਕਰਵਾਈ। ਟੀਚਰਸ ਦੇ ਸਦਕਾ ਮੈਂ ਉਹ ਪੜਾ ਪਾਰ ਕੀਤਾ ਕਿਉਂਕਿ ਘਰ ਦੇ ਹਾਲਾਤ ਵਾਕਈ ਹੀ ਬਹੁਤ ਬੱਤਰ ਸਨ। ਹੁਣ ਗੱਲ ਅੱਗੇ ਆਂਦੀ ਹੈ ਮੇਰੀ ਗ੍ਰੈਜੂਏਸ਼ਨ ਦੀ। ਹੁਣ ਉਹ ਇੱਕ ਵੱਡਾ ਮਸਲਾ ਸੀ ਕਿ ਕਾਲਜ ਜਾਣਾ ਹੈ ਔਰ ਮੈਂ ਪੜ੍ਹਨਾ ਚਾਹੁੰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਪੜ੍ਹਾਈ ਤੋਂ ਬਿਨਾਂ ਮੈਂ ਸ਼ਾਇਦ ਕੁਝ ਅਚੀਵ ਨਹੀਂ ਕਰ ਪਾਵਾਂਗੀ ਤੇ ਮੰਮਾ ਮੇਰੇ ਬਿਲਕੁਲ ਅਨਪੜ੍ਹ ਸਨ ਉਹ ਕਦੇ ਵੀ ਸਕੂਲ ਨਹੀਂ ਸਨ ਗਏ। ਉਹ 5 ਸਾਲ ਦੇ ਸਨ ਜਦੋਂ ਉਹਨਾਂ ਦੇ ਮਦਰ ਗੁਜ਼ਰ ਗਏ ਸਨ ਪਰ ਉਹਨਾਂ ਨੂੰ ਮੈਨੂੰ ਪੜ੍ਹਾਉਣ ਪਿੱਛੇ ਉਹਨਾਂ ਦਾ ਜਿਵੇਂ ਕਹਿ ਲਓ ਕਿ ਬਹੁਤ ਵੱਡਾ ਇੱਕ ਸੁਪਨਾ ਪੂਰਾ ਹੋ ਰਿਹਾ ਸੀ। ਔਖੇ ਸੌਖੇ ਹੋ ਕੇ ਮਦਰ ਨੇ ਮੈਨੂੰ ਕਾਲਜ ਵੀ ਭੇਜਿਆ ਔਰ ਮਿਹਨਤ ਮੈਂ ਕੀਤੀ ਤੇ ਇੱਕ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਦੇਖ ਬੇਟਾ ਆਪਣੇ ਕੋਲ ਸਾਈਕਲ ਹੀ ਅਰੇਂਜ ਹੋਣਾ ਤੂੰ ਹੁਣ ਤੱਕ ਵੀ ਸਾਈਕਲ ਤੇ ਜਾ ਰਹੀ ਸੀ ਅੱਗੋਂ ਵੀ ਕਾਲਜ ਸਾਈਕਲ ਤੇ ਹੀ ਜਾਣਾ। ਮੈਂ ਕਿਹਾ ਠੀਕ ਹੈ ਤੁਸੀਂ ਮੈਨੂੰ ਪੜ੍ਹਾਈ ਕਰਾ ਦਿਓ ਮੈਂ ਤੁਹਾਡੇ ਕੋਲ ਐਕਟਿਵਾ ਜਾਂ ਮੋਬਾਈਲ ਦੀ ਡਿਮਾਂਡ ਬਿਲਕੁਲ ਨਹੀਂ ਕਰਾਂਗੀ ਔਰ ਨਾ ਹੀ ਮੈਂ ਕੀਤੀ। ਉੱਥੇ ਵੀ ਟੀਚਰਸ ਨੇ ਕਾਲਜ ਨੇ ਮੈਨੂੰ ਕਾਫੀ ਸਪੋਰਟ ਕੀਤਾ ਔਰ ਉੱਥੇ ਵੀ ਮੈਂ ਸਟੇਜ ਤੇ ਕਾਫੀ ਸਾਰੇ ਕਵਿਤਾ ਪੜ੍ਹਦੀ ਰਹੀ ਭਾਸ਼ਣ ਦਿੰਦੀ ਰਹੀ ਜਿੰਦੀ ਵਜ੍ਹਾ ਨਾਲ ਮੈਨੂੰ ਜਿਹੜਾ ਉਹ ਸਪੋਰਟ ਸਾਰਿਆਂ ਦਾ ਮਿਲਦਾ ਰਿਹਾ। ਹੁਣ ਗੱਲ ਆ ਗਈ ਮਾਸਟਰ ਡਿਗਰੀ ਦੀ। ਜਿਹੜੇ ਕਾਲਜ 'ਚ ਮੈਂ ਗ੍ਰੈਜੂਏਸ਼ਨ ਕੀਤੀ ਸੀ ਉੱਥੇ ਮਾਸਟਰ ਡਿਗਰੀ ਹੈ ਨਹੀਂ ਸੀ ਸੋ ਫਿਰ ਕਾਲਜ ਚੇਂਜ ਹੋਣਾ ਸੀ ਬਟ ਹੁਣ ਮੈਂ ਜਾ ਰਹੀ ਸੀ ਕੋਐਡ ਕਾਲਜ ਦੇ ਵਿੱਚ। ਉੱਥੇ ਆਮ ਤੌਰ ਤੇ ਲੜਕੀਆਂ ਨੂੰ ਪਹੁੰਚਣ ਤੋਂ ਪਹਿਲਾਂ ਏਦਾਂ ਫੀਲ ਹੁੰਦਾ ਹੈ ਕਿ ਜੇ ਸਾਡੇ ਕੋਲ ਐਕਟਿਵਾ ਨਹੀਂ ਹੈਗੀ ਜਾਂ ਮੋਬਾਈਲ ਨਹੀਂ ਹੈਗਾ ਤੇ ਅਸੀਂ ਸ਼ਾਇਦ ਦੂਜਿਆਂ ਦੇ ਮੁਕਾਬਲੇ ਬਹੁਤ ਘੱਟ ਆ ਔਰ ਸਾਨੂੰ ਬਿਲਕੁਲ ਐਜ਼ ਅ ਕੀੜੇ ਤਰ੍ਹਾਂ ਜਿਹੜਾ ਉਹ ਟ੍ਰੀਟ ਕੀਤਾ ਜਾਏਗਾ। ਮੰਮਾ ਨੇ ਮੈਨੂੰ ਕਿਹਾ ਵੀ ਇੱਕ ਚੀਜ਼ ਦੇਖ ਲੈ ਤੇਰੀ ਮਰਜ਼ੀ ਹੈ ਤੂੰ ਐਕਟਿਵਾ ਲੈਣੀ ਮੋਬਾਈਲ ਲੈਣਾ ਹੈ ਐਕਟਿਵਾ ਮੋਬਾਈਲ ਲੈ ਕੇ ਘਰ ਬੈਠਣਾ ਹੈ ਕਿ ਤੂੰ ਆਪਣੀ ਪੜ੍ਹਾਈ ਜਾਰੀ ਰੱਖਣੀ। ਮੈਂ ਕਿਹਾ ਜੀ ਮੈਂ ਪੜ੍ਹਾਈ ਜਾਰੀ ਰੱਖਣੀ ਮੈਂ ਸਾਈਕਲ ਤੇ ਜਾਣਾ ਮਨਜ਼ੂਰ ਹੈ ਮੋਬਾਈਲ ਤੋਂ ਬਿਨਾ ਮਨਜ਼ੂਰੀ ਹੈ। ਦੂਜੀ ਗੱਲ ਉਹਨਾਂ ਨੇ ਕਹੀ ਮੈਂ ਕਾਲਜ ਤਦ ਪਾਣਾ ਹੈ ਤੂੰ ਪਹਿਲਾਂ ਸਿਲਾਈ ਸਿੱਖ। ਮੈਂ ਕਿਹਾ ਮੈਨੂੰ ਕੋਈ ਇੰਟਰਸਟ ਨਹੀਂ ਹੈ ਕਿਉਂਕਿ ਮੰਮਾ ਸਿਖਾਉਂਦੇ ਸਨ ਮੰਮਾ ਥੋੜੇ ਸੁਭਾਅ ਦੇ ਮਤਲਬ ਸਖਤ ਸਨ ਆਪਣੀ ਬੇਟੀ ਵਾਸਤੇ ਸਾਰਾ ਕੁਝ ਕਰਨਾ ਚਾਹੁੰਦੇ ਮਾਪਿਓ ਤੇ ਉਹਨਾਂ ਨੇ ਸਖਤੀ ਕਰਕੇ ਮੈਂ ਨਹੀਂ ਸਿੱਖੀ। ਪਰ ਉਹਨਾਂ ਨੇ ਜਦੋਂ ਅੱਗੇ ਸ਼ਰਤ ਰੱਖ ਦਿੱਤੀ ਕਿ ਅੱਗੋਂ ਤੇ ਮੈਂ ਕਾਲਜ ਦੇ ਪੈਸੇ ਤਾਂ ਫੀਸ ਭਰਨੀ ਹੈ ਤੂੰ ਪਹਿਲਾਂ ਸਿਲਾਈ ਸਿੱਖੇਂਗੀ। ਫਿਰ ਉਹਨਾਂ ਦੇ ਕਹਿਣੇ ਤੇ ਮੈਂ 1.5 ਮਹੀਨੇ ਦੇ ਵਿੱਚ ਸਿਲਾਈ ਸਿੱਖੀ ਔਰ ਇਸ ਕਾਬਿਲ ਬਣੀ ਕਿ ਉਹਨਾਂ ਦੇ ਮੰਮਾ ਦੇ ਤੇ ਆਪਣੇ ਸੂਟ ਸੀਨ ਜੋਗੀ ਹੋ ਗਈ ਤਾਂ ਕਿ ਉਹ ਮੈਨੂੰ ਕਾਲਜ ਭੇਜਣ। ਮੈਂ ਕਿਸੇ ਵੀ ਹਾਲ ਦੇ ਵਿੱਚ ਆਪਣਾ ਕਾਲਜ ਨਹੀਂ ਸੀ ਛੱਡ ਸਕਦੀ ਸਾਈਕਲ ਤੇ ਹੀ ਮੈਂ ਜਾਣਾ ਸ਼ੁਰੂ ਕੀਤਾ। ਜੀ ਜੀ ਇੱਕ ਦੋ ਲੜਕੀਆਂ ਮੈਨੂੰ 2 ਦਿਨ ਤੋਂ ਨੋਟਿਸ ਕਰ ਰਹੀਆਂ ਸੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਸਾਈਕਲ ਤੇ ਆਂਦੇ ਸ਼ਰਮ ਨਹੀਂ ਆਉਂਦੀ। ਮੈਂ ਕਿਉਂ ਕੀ ਗੱਲ ਕਹਿੰਦੇ ਆਪਾਂ ਵੀ ਬਹੁਤ ਗਰੀਬ ਘਰੋਂ ਸਾਡਾ ਰੋਜ਼ ਦਾ ਕਿਰਾਇਆ 80 ਰੁਪਏ ਲੱਗ ਰਿਹਾ ਆਉਣ ਜਾਣ ਦਾ ਤੇ ਅਸੀਂ ਤੇ ਇਸ ਕਰਕੇ ਮਤਲਬ ਸਾਈਕਲ ਤੇ ਨਹੀਂ ਆ ਰਹੀ ਮੈਨੂੰ ਪਤਾ ਨਹੀਂ ਹੈ ਸਾਨੂੰ ਕਿਉਂ ਮਤਲਬ ਜਿਹੜੇ ਨਾਲ ਲੜਕੇ ਪੜ੍ਹਦੇ ਆ ਨੀਚਾ ਦਿਖਾਣ। ਮੈਂ ਕਿਹਾ ਦੇਖੋ ਸਾਡੇ ਵੱਲ ਕੋਈ ਦੇਖ ਕੇ 2 ਦਿਨ ਗੱਲ ਕਰੇਗਾ 4 ਦਿਨ ਗੱਲ ਕਰੇਗਾ ਉਸ ਤੋਂ ਬਾਅਦ ਆਪੇ ਚੁੱਪ ਹੋ ਜਾਏਗਾ। ਜੇ ਸਾਨੂੰ ਸਾਡੇ ਘਰ ਦੇ ਹਾਲਾਤ ਦਿਸਦੇ ਤੇ ਫਿਰ ਅਸੀਂ ਸਾਈਕਲ ਤੇ ਵੀ ਆ ਰਹੀ ਆ ਫਿਰ 4 ਲੋਕ ਬੋਲ ਕੇ ਆਪਣੇ ਆਪ ਚੁੱਪ ਹੋ ਜਾਣ। ਉਹਨਾਂ ਨੇ ਮੈਨੂੰ ਦੇਖ ਕੇ ਉਹਨਾਂ ਨੇ ਵੀ ਸਾਈਕਲ ਲਿਆਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਕੁੜੀਆਂ ਦੀ ਪ੍ਰੋਬਲਮ ਸੌਰਟ ਆਊਟ ਹੋ ਗਈ ਕਿ ਅਸੀਂ ਸਾਈਕਲ ਤੇ ਆ ਸਕਦੀਆਂ ਕਿ ਨਹੀਂ ਕਿਉਂਕਿ ਉਹ ਅੰਮ੍ਰਿਤਸਰ ਦਾ ਬੜਾ ਰੈਪਿਊਟਡ ਕਾਲਜ ਸੀ ਡੀਏਵੀ ਕਾਲਜ। ਜੀ 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 ਤੇ ਮੈਂ ਆਪਣੀ ਸਟੱਡੀ ਤੇ ਉੱਥੇ ਐਮਐਸਸੀ ਮੈਥਸ ਕਰ ਰਹੀ ਸੀ ਔਰ ਮੈਨੂੰ 1-2 ਇਦਾਂ ਦੇ ਮੇਰੇ ਟੀਚਰ ਮਿਲ ਗਏ ਜਿਨ੍ਹਾਂ ਨੇ ਮੇਰੀ ਫੁੱਲ ਫੀਸ ਕੰਸੈਸ਼ਨ ਕਰਵਾ ਦਿੱਤੀ।
ਉੱਥੇ ਮੈਂ ਚੈਸ ਵੀ ਖੇਡਣੀ ਸ਼ੁਰੂ ਕੀਤੀ। ਫਿਰ ਪ੍ਰੋਬਲਮ ਸੇਮ ਆਈ, ਕਹਿੰਦੇ ਤੂੰ ਖੇਡਣਾ ਤੇ ਆਪਣੇ ਵਰਗੀਆਂ 4 ਕੁੜੀਆਂ ਤਿਆਰ ਕਰ, ਜਾਣੀ ਕਿ ਆਪਣੇ ਵਰਗੀਆਂ ਜਾਨੀ ਜੋ ਤਿਆਰ ਕਰ। ਚੈਲੰਜ ਸਕੂਲ ਚ ਆਇਆ ਸੀ ਉਹੀ ਅੱਗੇ ਜਾ ਕੇ ਆਇਆ। ਜੀ ਮੈਂ ਉਸ ਚੈਲੰਜ ਨੂੰ ਵੀ ਅਸੈਪਟ ਕੀਤਾ, ਆਪਣੇ ਵਰਗੀਆਂ ਤਿਆਰ ਕੀਤੀਆਂ ਔਰ ਟੀਮ ਨੂੰ ਕੋਸ਼ਿਸ਼ ਕੀਤੀ ਅੱਗੇ ਲੈ ਕੇ ਜਾ ਸਕਾਂ। ਖੈਰ ਉਹ ਨਹੀਂ ਜਾ ਸਕੀ ਟੀਮ, ਪਰ ਮੈਂ ਉੱਥੇ ਵੀ ਜਾ ਕੇ ਜਿਹੜਾ ਹੈ ਯੂਥ ਫੈਸਟੀਵਲ ਚ ਐਜ਼ ਅ ਲਿਟਰੇਰੀ ਆਈਟਮ ਦੇ ਵਿੱਚ ਮੇਰੇ ਕੋਲ ਤਿੰਨੋਂ ਹੁੰਦੀਆਂ ਸੀ। ਡਿਬੇਟ ਮੇਰੇ ਕੋਲ ਹੁੰਦੀ ਸੀ, ਐਲੋਕੇਸ਼ਨ ਮੇਰੇ ਕੋਲ ਹੁੰਦੀ ਸੀ, ਪੋਇਟਰੀ ਮੇਰੇ ਕੋਲ ਹੁੰਦੀ ਸੀ ਔਰ ਮੈਂ ਉਹ ਕਰਦੀ ਰਹੀ, ਮੈਂ ਛੱਡਿਆ ਨਹੀਂ। ਔਰ ਪੂਰਾ ਕਾਲਜ ਜਿੰਨੇ ਵੀ ਟੀਚਰ ਸਨ ਸਾਰੇ ਹੀ ਬਹੁਤ ਰਿਸਪੈਕਟ ਦਿੰਦੇ ਸਨ, ਸਾਰਿਆਂ ਨੇ ਬਹੁਤ ਸਪੋਰਟ ਕੀਤੀ। ਅਚਾਨਕ ਹੁਣ ਮੇਰੇ ਫਾਦਰ ਦੀ ਨੌਕਰੀ ਵਾਪਸ ਆ ਜਾਂਦੀ, ਪਰ ਉਦੋਂ ਵਾਪਸ ਆਈ ਜਦੋਂ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਸਿਰਫ 1.5 ਸਾਲ ਰਹਿ ਗਿਆ। ਔਰ ਆਪਾਂ ਬੜੇ ਖੁਸ਼ ਸੀ ਕਿ ਚਲੋ ਹੁਣ ਥੋੜਾ ਜਿਹਾ ਸੌਖੇ ਹੋ ਜਾਣਗੇ। ਮੇਰੀ ਆਲਮੋਸਟ ਐਮਐਸਸੀ ਮੈਥਸ ਕੰਪਲੀਟ ਹੋਣ ਦੇ ਕਗਾਰ ਤੇ ਸੀ ਔਰ ਤਕਰੀਬਨ 8 ਮਹੀਨੇ ਦਾ ਹੀ ਸਮਾਂ ਬੀਤਿਆ। ਉਸ 8 ਮਹੀਨੇ ਦੇ ਵਿੱਚ ਮੰਮਾ ਨੇ ਜੋ ਜੋ ਘਰ ਦੀਆਂ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਕਦੇ ਨਹੀਂ ਸੀ ਹੈਗੀਆਂ, ਲਾਈਕ ਫ੍ਰਿਜ ਕਦੇ ਨਹੀਂ ਸੀ ਹੈਗਾ ਔਰ ਮਤਲਬ ਇਨਵਰਟਰ ਕਦੇ ਨਹੀਂ ਸੀ ਹੈਗਾ, ਅਸੀਂ ਮਤਲਬ ਸਿਲੰਡਰ ਬਾਲ ਕੇ ਉਹਦੇ ਉਹ ਜਿਹੜਾ ਬਲਬ ਲੱਗਦਾ ਹੈ ਉਹਦੇ ਥੱਲੇ ਆਪਾਂ ਪੜ੍ਹਦੇ ਰਹੇ ਹਾਂ। ਆਪਣੀ ਐਮਐਸਸੀ ਮੈਂ ਇਸ ਤਰੀਕੇ ਨਾਲ ਪੂਰੀ ਕੀਤੀ ਤੇ ਉਹ 8 ਮਹੀਨਿਆਂ ਬਾਅਦ ਅਚਾਨਕ ਸਾਨੂੰ ਪਤਾ ਲੱਗਦਾ ਹੈ ਕਿ ਮੰਮਾ ਨੂੰ ਕੈਂਸਰ ਹੈ, ਉਹ ਵੀ ਲਾਸਟ ਸਟੇਜ, ਜਿੰਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਬਚਾ ਨਹੀਂ ਸਕਦੇ। ਇਹ ਸਾਡੇ ਵਾਸਤੇ ਬਹੁਤ ਵੱਡਾ ਜਿਹੜਾ ਧੱਕਾ ਸੀ ਔਰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਹੌਲੀ ਹੌਲੀ ਕਰਕੇ ਉਹ ਤਬੀਅਤ ਇੰਨੀ ਕੁ ਜ਼ਿਆਦਾ ਵਿਗੜਦੀ ਗਈ ਕਿ ਮੈਨੂੰ ਕਾਲਜ ਤੋਂ ਛੁੱਟੀਆਂ ਲੈ ਕੇ ਘਰ ਉਹਨਾਂ ਦੇ ਕੋਲ ਬੈਠਣਾ ਪੈਂਦਾ ਸੀ, ਕਿਉਂਕਿ ਉਹ ਲਾਸਟ ਜਿਹੜਾ ਉਹਨਾਂ ਦਾ ਆਖਰੀ ਸਮਾਂ ਸੀ, ਜਿਹੜਾ ਸਮਾਂ ਮਹੀਨਾ, ਉਹਦੇ ਵਿੱਚ ਉਹ ਜ਼ਿਆਦਾ ਖੋ ਚੁੱਕੇ ਸਨ। ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਕਿ ਮੈਂ ਕੌਣ ਹਾਂ। ਮੈਨੂੰ ਤਾਂ ਕਹਿੰਦੇ ਸੀ ਕਿ ਤੂੰ ਪਰੇ ਹਟ ਜਾ, ਤੂੰ ਹੈ ਕੌਣ ਹੈ। ਦੀਵਾਰ ਦੇ ਵਿੱਚੋਂ ਪਾਪਾ ਦਾ ਨਜ਼ਰ ਆਣਾ, ਕਿਉਂਕਿ ਜਦੋਂ ਜੌਬ ਮਿਲੀ ਪਾਪਾ ਨੂੰ ਸਿੱਧੀ ਚੰਡੀਗੜ੍ਹ ਹੀ ਜਾਣਾ ਪਿਆ। ਉਹਨਾਂ ਨੇ ਹਰਾਸ ਜੋ ਕਰਨਾ ਸੀ ਕਿ ਇੰਨੇ ਸਾਲਾਂ ਦੇ ਕੇਸ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਜਿਹੜੀ ਜੌਬ ਉਹਨਾਂ ਨੂੰ ਵਾਪਸ ਮਿਲ ਗਈ, ਹਰਾਸ ਕਰਨ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੱਖਿਆ ਗਿਆ ਸੀ ਔਰ ਇੱਥੇ ਮੈਂ, ਮੇਰਾ ਬ੍ਰਦਰ, ਆਪਾਂ ਮੰਮਾ ਦੀ ਦੇਖ ਰੇਖ ਕਰ ਰਹੇ ਸਾਂ। ਹੁਣ ਅਚਾਨਕ ਮੰਮਾ ਦੀ ਡੈਥ ਹੋ ਜਾਂਦੀ ਹੈ ਔਰ ਸਵੇਰੇ ਬ੍ਰਦਰ ਦਾ ਫਾਈਨਲ ਬੀਕਾਮ ਦਾ ਐਗਜ਼ਾਮ ਹੈ, ਉਹ ਸੀਏ ਵੀ ਨਾਲ ਕਰ ਰਿਹਾ ਸੀ ਔਰ ਮੇਰਾ ਵੀ ਮਤਲਬ ਐਗਜ਼ਾਮ ਸੀ। ਸ਼ੁਕਰ ਹੈ ਪਰਮਾਤਮਾ ਦਾ ਕਿ ਉਹ ਪ੍ਰੈਕਟੀਕਲ ਐਗਜ਼ਾਮ ਸੀ, ਇਸ ਕਰਕੇ ਪ੍ਰੈਕਟੀਕਲ ਐਗਜ਼ਾਮ ਨੂੰ ਅਸੀਂ ਇੱਕ ਦਿਨ ਡਿਲੇ ਕਰ ਸਕਦੇ ਸੀ। ਕਾਲਜ ਨੇ ਬੜਾ ਕੋਆਪਰੇਟ ਕੀਤਾ ਔਰ ਅਸੀਂ ਉਸ ਦਿਨ ਮੰਮਾ ਦਾ ਸੰਸਕਾਰ ਕਰਨ ਤੋਂ ਬਾਅਦ ਬ੍ਰਦਰ ਉੱਥੇ ਗਿਆ, ਮੈਂ ਗਈ, ਸਾਈਨ ਕੀਤੇ, ਜੋ ਪ੍ਰੈਕਟੀਕਲ ਐਗਜ਼ਾਮ ਦੀ ਫਾਰਮੈਲਿਟੀਜ਼ ਹੁੰਦੀਆਂ ਉਹ ਪੂਰੀਆਂ ਕੀਤੀਆਂ ਔਰ ਬੜੀ ਮੁਸ਼ਕਲ ਦੇ ਨਾਲ ਅਸੀਂ ਉਹ ਪੇਪਰ ਦਿੱਤੇ। ਸਾਨੂੰ ਲੱਗਦਾ ਸੀ ਕਿ ਮਤਲਬ ਪਾਪਾ ਨੌਕਰੀ ਆ ਗਈ, ਕੁਛ ਨਾ ਕੁਛ ਰਿਲੈਕਸਮੈਂਟ ਹੋਏਗਾ, ਬਟ ਮਦਰ ਦੀ ਮੌਤ ਨੇ ਟੋਟਲੀ ਹਿਲਾ ਕੇ ਰੱਖ ਦਿੱਤਾ ਸੀ ਸਾਰਾ। ਔਰ ਪਾਪਾ ਚੰਡੀਗੜ੍ਹ ਸਾਹਿਬ ਰਿਟਾਇਰਮੈਂਟ ਨੂੰ ਸਿਰਫ 4 ਮਹੀਨੇ ਰਹਿ ਗਏ ਸਨ। ਅਸੀਂ ਦੋਨਾਂ ਨੇ ਹੀ ਇਕੱਲੇ ਇੱਥੇ ਸਰਵਾਈਵ ਕਰਨਾ ਸੀ। ਪਰ ਹੁਣ ਗੱਲ ਆਂਦੀ ਹੈ ਕਿ ਜਦੋਂ ਤੁਸੀਂ ਆਪਣੀ ਐਮਐਸਸੀ ਵੀ ਕੰਪਲੀਟ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਹਾਡਾ ਅਸਲੀ ਜ਼ਿੰਦਗੀ ਨਾਲ ਵਾਸਤਾ ਪੈਣਾ ਹੈ। ਹੁਣ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੈ, ਜਿੰਨੇ ਬਾਰੇ ਸ਼ਾਇਦ ਮਾਪਿਓ ਕਦੇ ਵੀ ਨਹੀਂ ਚਾਹਣਗੇ ਕਿ ਇਹਨਾਂ ਨੂੰ ਕੋਈ ਬਾਹਰ ਜਾ ਕੇ ਮੁਸ਼ਕਿਲ ਭਰਿਆ ਸਮਾਂ ਦੇਖਣਾ ਪਵੇ। ਜੀ ਤੇ ਐਮਐਸਸੀ ਕੰਪਲੀਟ ਹੋ ਗਈ। ਮੈਂ ਪਾਪਾ ਨੂੰ ਬੀਐਡ ਵਾਸਤੇ ਦਰਖਾਸਤ ਕੀਤੀ, ਬੀਐਡ ਉਹਨਾਂ ਨੇ ਕਰਵਾਈ ਔਰ ਉਸ ਤੋਂ ਬਾਅਦ ਗੱਲ ਆ ਗਈ ਜੌਬ ਲੱਭਣ ਦੀ। ਜੌਬ ਲੱਭਣੀ ਸ਼ੁਰੂ ਕੀਤੀ ਔਰ ਉਸ ਦੌਰਾਨ ਕਾਫੀ ਸਾਰੀਆਂ ਮੁਸ਼ਕਲਾਂ ਆਈਆਂ। 1-2 ਜਗ੍ਹਾ ਤੇ ਜੌਬ ਜਿੱਥੇ ਮਿਲੀ ਉੱਥੇ ਸੈਕਸ਼ੂਅਲ ਹਰਾਸਮੈਂਟ ਵੀ ਜਿਹੜੀ ਉਹ ਮਿਲੀ। ਉਸ ਤੋਂ ਪਹਿਲਾਂ ਵੀ ਕਾਲਜ ਦੇ ਹੀ ਕਿਸੇ ਪ੍ਰੋਫੈਸਰ ਵੱਲੋਂ, ਜਿਨ੍ਹਾਂ ਨੇ ਹੈਲਪ ਕੀਤੀ ਸੀ ਫੀਸ ਨੂੰ ਕੰਸੈਸ਼ਨ ਕਰਵਾਉਣ ਦੇ ਵਿੱਚ, ਉਹਨਾਂ ਦੇ ਵੱਲੋਂ ਵੀ ਹਰਾਸਮੈਂਟ ਕੀਤੀ ਗਈ ਔਰ ਮੇਰੇ ਵਾਸਤੇ ਇਹ ਚੀਜ਼ ਬਿਲਕੁਲ ਨਵੀਂ ਸੀ। ਪਰ ਪ੍ਰੋਬਲਮ ਇਹ ਸੀ ਕਿ ਹੁਣ ਮੇਰੇ ਕੋਲ ਮਦਰ ਵੀ ਨਹੀਂ ਸੀ, ਸਿਸਟਰ ਮੇਰੀ ਪਹਿਲਾਂ ਹੀ ਨਹੀਂ ਕੋਈ ਹੈ। ਮੈਂ ਫਾਦਰ ਨਾਲ ਡਿਸਕਸ ਨਹੀਂ ਕਰ ਸਕਦੀ, ਬ੍ਰਦਰ ਨਾਲ ਡਿਸਕਸ ਨਹੀਂ ਕਰ ਸਕਦੀ, ਮੈਂ ਕਰਾਂ ਤੇ ਕਰਾਂ ਕੀ। ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹ ਸਿਰਫ ਸਾਰਾ ਕੁਝ ਮੇਰੇ ਨਾਲ ਹੀ ਹੋ ਰਿਹਾ ਹੈ ਜਾਂ ਫਿਰ ਇਹ ਬਾਕੀ ਕੁੜੀਆਂ ਨਾਲ ਵੀ ਇਦਾਂ ਹੀ ਕਰਦੇ ਨੇ। ਮੈਨੂੰ ਇਹ ਹੀ ਨਹੀਂ ਸੀ ਸਮਝ ਆ ਰਿਹਾ ਵੀ ਕਿਤੇ ਮੈਂ ਨਹੀਂ ਜ਼ਿਆਦਾ ਸੋਹਣੀ ਹਾਂ, ਮੈਨੂੰ ਇਹੋ ਜਿਹਾ ਕੋਈ ਭਰਮ ਹੋ ਗਿਆ ਹੋਵੇਗਾ। ਮੈਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਕਰਾਂ ਕੀ, ਮੈਂ ਜਵਾਬ ਕਿੱਦਾਂ ਦਵਾਂ। ਔਰ ਮੇਰੇ ਪੈਰ ਹੋ ਜਾਂਦੇ ਸਨ। ਘਰ ਆ ਕੇ ਮੈਂ ਰੋਂਦੀ ਰਹਿਣਾ ਪਰ ਕਿਸੇ ਨਾਲ ਗੱਲ ਨਹੀਂ ਕਰ ਸਕਦੀ। ਬਹੁਤ ਜ਼ਿਆਦਾ ਔਖਾ ਸਮਾਂ ਸੀ। ਪਰ ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ ਚ ਕਿਹਾ ਕਿ ਗੁਰੂ ਰਾਮਦਾਸ ਜੀ ਜੇ ਨਾ ਬਚਾਉਂਦੇ ਤਾਂ ਮੈਂ ਅੱਜ ਤੁਹਾਡੇ ਸਾਰੇ ਰੂਬਰੂ ਨਾ ਹੁੰਦੀ। ਗੁਰੂ ਰਾਮਦਾਸ ਜੀ ਜਦੋਂ, ਕਿਉਂਕਿ ਅੰਦਰੋਂ ਤੁਹਾਡੇ ਸਵਾਲ ਆਉਂਦਾ, ਜਵਾਬ ਵੀ ਅੰਦਰੋਂ ਦਿੰਦੇ ਕਿ 2 ਤਰੀਕੇ ਦੀਆਂ ਕੁੜੀਆਂ ਹੁੰਦੀਆਂ ਨੇ, ਤੂੰ ਉਹਨਾਂ ਦੋਨਾਂ ਤਰੀਕਿਆਂ ਦੀ ਕੁੜੀ ਨਹੀਂ ਬਣਨਾ। ਪਹਿਲੀ ਜੋ ਗਲਤ ਨੂੰ ਦੇਖ ਕੇ ਐਕਸੈਪਟ ਕਰ ਲੈਂਦੀ ਔਰ ਉਹਨਾਂ ਵਰਗੀ ਬਣ ਜਾਂਦੀ ਹੈ। ਜੀ ਕੁੜੀ ਉਹ ਹੁੰਦੀ ਹੈ ਜੋ ਕੁਝ ਮਤਲਬ ਸਾਰਾ ਕੁਝ ਦੇਖ ਕੇ ਸਹਿ ਕੇ ਉਸ ਤੋਂ ਬਾਅਦ ਇਹ ਸੋਚਦੀ ਕਿ ਹੁਣ ਮੈਂ ਸੁਸਾਈਡ ਕਰ ਲਾਂ, that would be better। ਜੀ ਮੈਂ ਦੋਨੋਂ ਤਰ੍ਹਾਂ ਦੀ ਨਹੀਂ ਬਣਨਾ। ਮੈਂ ਆਪਣੀ ਸ਼ਖਸੀਅਤ ਨੂੰ ਇਹਨਾਂ ਸਾਰਿਆਂ ਚੋਂ ਬਾਹਰ ਕੱਢ ਕੇ ਇੱਕ ਨਵਾਂ ਰੂਪ ਲੈ ਕੇ ਆਣਾ ਹੈ।
ਨਾ ਮੈਂ ਸੁਸਾਈਡ ਕਰਾਂਗੀ ਔਰ ਨਾ ਹੀ ਮੈਂ ਇਹਨਾਂ ਵਰਗੀ ਬਣਾਂਗੀ, ਕਿਉਂਕਿ ਜੇ ਇਹਨਾਂ ਵਰਗੀ ਬਣ ਗਈ ਤੇ ਇਹ ਜਿੱਤ ਗਏ, ਇਹਨਾਂ ਦੀ ਸੋਚ ਜਿੱਤ ਗਈ, ਹੋਰ ਵੀ ਕੁੜੀਆਂ ਨਾਲ ਇਦਾਂ ਕਰਨਗੇ। ਤੇ ਜੇ ਮੈਂ ਸੁਸਾਈਡ ਕਰ ਲਿਆ ਫਿਰ ਵੀ ਇਹ ਜਿੱਤ ਗਏ। ਤਾਂ ਉਹਨਾਂ ਨੂੰ ਜਿਤਾਣਾ ਥੋੜੇ ਮਕਸਦ ਹੈ, ਬੁਰਾਈ ਨੂੰ ਖਤਮ ਕਰਨਾ ਜਿਹੜਾ ਉਹ ਸਾਡਾ ਮਕਸਦ ਹੈ। ਵਾਹ ਕੀ ਸੋਚ ਜੀ ਜੀ। ਅੱਛਾ ਔਰ ਉਹਦੇ ਵਾਸਤੇ ਬੀਬਾ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਬੁਰਾਈ ਨੂੰ ਜਿੱਤਣ ਦੇ ਲਈ ਆਪਣੀ ਸੋਚ ਨੂੰ ਤਬਦੀਲ ਕਰਨਾ ਪੈਣਾ, ਪੋਜ਼ਿਟਿਵਿਟੀ ਲਿਆਉਣੀ ਪੈਣੀ ਹੈ। ਇੰਨੀਆਂ ਮੁਸ਼ਕਲਾਂ ਇੰਨੇ ਦੁੱਖਾਂ ਦੇ ਵਿੱਚੋਂ ਲੰਘ ਕੇ ਜਿਹੜੀ ਤੁਹਾਡੇ ਆਪਣੇ ਅਧਿਆਪਕ ਪ੍ਰੋਫੈਸਰ ਵਾਲੀ ਕਹਾਣੀ ਹੈ, ਬੜਾ ਦੁਖਾਂਤਕ ਪੱਖ ਆ, ਉਹ ਮੈਂ ਤੁਹਾਡੇ ਨਾਲ ਹੁਣ ਸਾਂਝਾ ਨਹੀਂ ਕਰਨਾ ਚਾਹੁੰਦਾ। ਦੁਨੀਆ ਭਰ ਦੇ ਲੋਕ ਨੇ ਜਿਹੜੇ ਉਹ ਤੁਹਾਨੂੰ ਦੇਖ ਚੁੱਕੇ ਹੈ, ਪਰ ਉਸ ਤੋਂ ਬਾਅਦ ਇਸ ਦੁਖਾਂਤ ਦੇ ਵਿੱਚੋਂ ਨਿਕਲਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਮੈਂ ਕਿਵੇਂ ਅੱਗੇ ਜਾ ਕੇ ਹੋਰ ਬੱਚੀਆਂ ਨੂੰ ਮੋਟੀਵੇਟ ਕਰਾਂ? ਜੀ, ਇਹ ਸਫ਼ਰ ਹਲੇ ਇੱਥੇ ਖਤਮ ਨਹੀਂ ਸੀ ਹੋਇਆ, ਤੇ ਹਲੇ ਸਫ਼ਰ ਦੀ ਸ਼ੁਰੂਆਤ ਸੀ ਕਿ ਉਹਨੇ ਤਾਂ ਸਿਰਫ ਕਿਹਾ ਸੀ, ਔਰ ਉਸ ਤੋਂ ਬਾਅਦ ਜੋ ਐਕਚੁਅਲ ਚ ਤੁਹਾਡੇ ਨਾਲ ਹੁੰਦਾ ਹੈ, ਉਹਨੇ ਤਾਂ ਸਿਰਫ ਪ੍ਰੋਫੈਸਰ ਨੇ ਕਿਹਾ ਸੀ, ਔਰ ਕਹਿਣ ਦੇ ਨਾਲ ਹੀ ਮੈਂ ਜਿਹੜਾ ਉਹ ਟੈਨਸ਼ਨ ਦੇ ਵਿੱਚ ਆ ਗਈ। ਤੇ ਜੋ ਕੁਝ ਤੁਹਾਡੇ ਨਾਲ ਅਗਰ ਫਿਜ਼ੀਕਲੀ ਹੁੰਦਾ ਹੈ ਹਰਾਸਮੈਂਟ, ਉਹ ਇਸ ਤੋਂ ਵੀ ਜ਼ਿਆਦਾ ਜਿਹੜੀ ਉਹ ਭਿਆਨਕ ਹੈ। ਪਰ ਇਹਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਤੋਂ ਬਾਹਰ ਨਿਕਲਣ ਵਾਸਤੇ, ਡਿਪਰੈਸ਼ਨ ਤੋਂ ਬਾਹਰ ਨਿਕਲਣ ਵਾਸਤੇ, ਸੁਸਾਈਡ ਦੀ ਥਾਟ ਤੋਂ ਬਾਹਰ ਨਿਕਲਣ ਵਾਸਤੇ ਜ਼ਰੂਰੀ ਕੀ ਸੀ ਕਿ ਤੁਹਾਡੇ ਆਸੇ-ਪਾਸੇ ਜੋ ਕੁਝ ਨਵਾਂ ਹੋ ਰਿਹਾ ਹੈ, ਜੋ ਤੁਹਾਡੀ ਰੂਹ ਨੂੰ ਖੁਸ਼ੀ ਦੇਵੇ, ਉਹਨੂੰ ਲੱਭਣ ਦੀ ਤੇ ਉਹਨੂੰ ਕਰਨ ਦੀ। ਉਹ ਇਹ ਸੀ ਕਿ ਮੈਂ ਹੁੰਦੀ ਇਕੱਲੀ ਸੀ ਘਰ, ਔਰ ਫਾਦਰ ਆਪਣੇ ਮਤਲਬ ਕੰਮ ਕਰਦੇ ਹੁੰਦੇ ਸਨ, ਉਹ ਚੰਡੀਗੜ੍ਹ ਸਨ, ਬ੍ਰਦਰ ਆਪਣੇ ਕਾਲਜ ਚਲਾ ਜਾਂਦਾ ਸੀ। ਔਰ ਜ਼ਰੂਰਤ ਇਹ ਸੀ ਕਿ ਮੈਂ ਹੁਣ ਆਪਣੇ ਮਾਈਂਡ ਨੂੰ ਜਿਹੜਾ ਹੈ ਉਹ ਬਿਲਕੁਲ ਠੀਕ ਰੱਖਣਾ ਹੈ, ਦੋਨੋਂ ਕੰਮ ਨਹੀਂ ਕਰਨੇ ਹੈਗੇ, ਬਾਅਦ ਚ ਪ੍ਰੋਬਲਮ ਕੋਈ ਹੋਰ ਹੋ ਜਾਏਗੀ। ਸੋ ਜ਼ਰੂਰਤ ਇਹ ਸੀ ਕਿ ਜਦੋਂ ਆਪਣੇ ਆਲੇ ਦੁਆਲੇ ਦੇਖਿਆ ਤੇ ਮੈਂ ਦਰਬਾਰ ਸਾਹਿਬ ਰੋਜ਼ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਦੇਖਿਆ ਦਰਬਾਰ ਸਾਹਿਬ ਦੇ ਬਾਹਰ ਜੋੜੇ ਘਰ ਦੇ ਕੋਲ ਨਾ ਥੱਲੇ ਕੋਈ ਕੱਪੜਾ ਵਗੈਰਾ ਵਿਛਾ ਕੇ ਨਾ ਕੁਝ ਲੋਕ, 4-5 ਲੋਕ ਨਾ ਉਹੋ ਜਿਹੇ ਲੋਕਾਂ ਦੀ ਮਲਮ ਪੱਟੀ ਕਰ ਰਹੇ ਨੇ, ਜਿਵੇਂ ਰਿਕਸ਼ੇ ਵਾਲੇ ਹੋ ਗਏ, ਜਿਹੜੇ ਮੰਗਤੇ ਹੋ ਗਏ, ਔਰ ਉਹਨਾਂ ਦੇ ਜ਼ਖਮਾਂ ਦੇ ਵਿੱਚ ਆ ਮੇਰੀ ਉਂਗਲੀ ਦੇਖ ਰਹੇ ਹੋ, ਉਂਗਲੀ ਦਾ ਸਾਈਜ਼ ਐਡੇ ਐਡੇ ਕੀੜੇ ਰੇਂਗਦੇ ਪਏ ਨੇ। ਉਹ ਕੀੜੇ ਕੱਢ ਕੇ ਤੇ ਉਹਨਾਂ ਦੀ ਮਲਮ ਪੱਟੀ ਕਰਦੇ ਪਏ ਔਰ ਉਹਨਾਂ ਨੂੰ ਦਵਾਈ ਦਿੰਦੇ ਪਏ। ਮੇਰੇ ਤਾਂ ਕਦਮ ਹੀ ਉੱਥੇ ਖਲੋ ਗਏ, ਮੈਂ ਉਸ ਤੋਂ ਅੱਗੇ ਤੁਰ ਹੀ ਨਹੀਂ ਸਕੀ। ਔਰ ਡਾਕਟਰ ਬਣਨ ਦਾ ਮੇਰਾ ਸੁਪਨਾ ਸੀ, ਉਹ ਤੇ ਖੈਰ ਮੇਰੇ ਉਹ ਘਰ ਦੇ ਹਾਲਾਤਾਂ ਵਜ੍ਹਾ ਨਾਲ ਮੈਂ ਕਰ ਨਹੀਂ ਸਕੀ। ਤੇ ਮੈਂ ਉਹਨਾਂ ਕੋਲ ਪੱਟੀ ਕਰਨੀ ਸਿੱਖੀ, ਥੋੜੀ ਬਹੁਤੀ ਮੈਂ ਘਰ ਪਾਪਾ ਕੋਲੋਂ ਸਿੱਖੀ, ਕਿਉਂਕਿ ਪਾਪਾ ਪਹਿਲਾਂ ਡਾਕਟਰ ਦਾ ਕੰਮ ਕਰ ਚੁੱਕੇ ਸੀ। ਦਾਦਾ ਜੀ ਮੇਰੇ ਬੜੇ ਮਸ਼ਹੂਰ ਇੱਥੇ ਦੇ ਆਯੁਰਵੈਦਿਕ ਡਾਕਟਰ ਸਨ, ਤੇ ਮੈਂ ਉਹਨਾਂ ਕੋਲ ਪੱਟੀ ਵਗੈਰਾ ਸਿੱਖੀ। ਔਰ ਆਪਣੇ ਆਪ ਨੂੰ ਡਿਪਰੈਸ਼ਨ ਚੋਂ ਬਾਹਰ ਕੱਢਣ ਦਾ ਇੱਕ ਇਹ ਰਸਤਾ ਲੱਭਾ ਕਿ ਉੱਥੇ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਜ਼ਖਮਾਂ 'ਚ ਏਡੇ ਏਡੇ ਕੀੜੇ ਨੇ, ਔਰ ਨਾ ਜਾਣੇ ਕਿੰਨੀ ਗਿਣਤੀ 'ਚ ਕੀੜੇ। ਔਰ ਉਹ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਡਾਕਟਰ ਲੋਕ ਹੱਥ ਲਾ ਕੇ ਤਿਆਰ ਨਹੀਂ, ਦੋ ਕਰਨਾ ਕਰਕੇ, ਕਿਉਂਕਿ ਉਹਨਾਂ ਦੇ ਜ਼ਖਮਾਂ 'ਚ ਕੀੜੇ ਬਹੁਤ ਜ਼ਿਆਦਾ ਰੇਂਗਦੇ ਪਏ, ਬਿਮਾਰੀ ਬੜੀ ਗੰਦੀ ਹੈ। ਪਲੱਸ ਉਹਨਾਂ ਕੋਲ ਡੇਲੀ ਪੱਟੀ ਕਰਾਉਣ ਦਾ 100-150 ਰੁਪਇਆ ਜਿਹੜਾ ਖਰਚਾ ਹੈ ਉਹ ਨਹੀਂ ਹੈਗਾ। ਸੋ ਇਹ ਲੋਕ 4-5 ਜਾਣੇ ਪਿਛਲੇ 5 ਸਾਲ ਤੋਂ ਉੱਥੇ ਬਿਨਾਂ ਨਾਗਾ, ਬਿਨਾਂ ਕੋਈ ਛੁੱਟੀ, ਕੋਈ ਐਤਵਾਰ ਦੀ ਛੁੱਟੀ ਨਹੀਂ, ਕੋਈ ਗੁਰਪੁਰਬ ਦੀ ਛੁੱਟੀ ਨਹੀਂ, ਕਿਸੇ ਵੀ ਤਰ੍ਹਾਂ ਦੇ ਕਰਫਿਊ ਨੂੰ ਪਾਸ ਕਰਕੇ ਉਹ ਉੱਥੇ ਰੋਜ਼ 2 ਘੰਟੇ ਸੇਵਾ ਕਰਦੇ। ਉਹਨਾਂ ਨਾਲ ਸ਼ੁਰੂ ਕੀਤਾ। ਐਸੇ ਤੋਂ ਮੈਨੂੰ ਇੱਕ ਹੋਰ ਜਿਹੜੇ ਉਹ ਪ੍ਰੋਫੈਸਰ ਮਿਲੇ GNDU ਦੇ, ਜਿਹੜੇ ਪਲਾਂਟਸ ਨੂੰ ਲੈ ਕੇ ਬਹੁਤ ਜ਼ਿਆਦਾ, ਮਤਲਬ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਜਿਹੜੇ ਜਨੂਨੀ ਲੋਕ ਹੁੰਦੇ ਨੇ ਉਹ ਪਾਗਲ ਹੀ ਹੁੰਦੇ ਨੇ, ਉਹ ਪਾਗਲ ਮਤਲਬ ਹੈਗੇ ਸਨ। ਔਰ ਪਲਾਂਟਸ ਉਹਨਾਂ ਨੇ ਜਗ੍ਹਾ ਜਗ੍ਹਾ ਤੇ ਲਗਾਣੇ। ਫਿਰ ਮੈਂ ਉਹਨਾਂ ਨੂੰ ਮਿਲੀ, ਉਹਨਾਂ ਦੇ ਕੋਲ ਬਹੁਤ ਸਾਰੇ ਕੁਐਸਚਨਸ ਪੁੱਛੇ, ਔਰ ਖੁਦ 70-80 ਅਸੀਂ ਪਲਾਂਟ ਲੈ ਕੇ ਮੈਂ ਆਪਣੀ ਐਕਟਿਵਾ ਦੇ, ਕਿਉਂਕਿ ਐਕਟਿਵਾ ਮੈਨੂੰ ਉਦੋਂ ਤੱਕ ਮਿਲ ਚੁੱਕੀ ਸੀ, ਔਰ ਮੈਂ ਬੜੀ ਦੂਰ ਲਗਾਉਣ ਜਾਂਦੀ ਹੁੰਦੀ ਸੀ, ਔਰ ਇਕੱਲੀ ਹੀ ਉੱਥੇ ਮੈਂ ਕਈ ਫੜ ਕੇ ਤੇ ਮੈਂ ਪਲਾਂਟਸ ਲਗਾਉਂਦੇ ਰਹਿਣਾ। ਇੰਨਾ ਮਤਲਬ ਜਨੂਨ ਉਹਨਾਂ ਨੇ ਮੇਰੇ ਅੰਦਰ ਵੀ ਭਰ ਦਿੱਤਾ, ਉਹ ਪਾਗਲਪਨ ਜਿਹੜਾ ਮੇਰੇ ਅੰਦਰ ਵੀ ਭਰ ਦਿੱਤਾ ਕਿ ਇਹ ਜਿਹੜੀ ਫਾਲਤੂ ਦੀਆਂ ਜਿਹੜੀਆਂ ਟੈਨਸ਼ਨ ਸਨ ਹਰਾਸਮੈਂਟ ਵਾਲੀ ਹੈ, ਇਹ ਤਾਂ ਜਿਵੇਂ ਕਿਤੇ ਛੂਮੰਤਰ ਹੋ ਕੇ ਉੱਡ ਗਿਆ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਿੱਦਾਂ ਮੈਂ ਉਹਨੂੰ ਪੋਜ਼ਿਟਿਵਿਟੀ 'ਚ ਕਨਵਰਟ ਕਰ। ਹੌਲੀ ਹੌਲੀ ਮੈਨੂੰ ਪਤਾ ਲੱਗਾ ਕਿ ਬਲੱਡ ਡੋਨੇਸ਼ਨ ਵੀ ਜਿਹੜੀ ਉਹ ਕਰਨੀ ਚਾਹੀਦੀ। ਸੋ ਬਲੱਡ ਡੋਨੇਸ਼ਨ ਸ਼ੁਰੂ ਕੀਤੀ। ਉਹਨਾਂ ਬਲੱਡ ਸੋਸਾਇਟੀਜ਼ ਦੇ ਵਿੱਚ ਜਾ ਕੇ ਬੈਠਣਾ ਸ਼ੁਰੂ ਕੀਤਾ, ਉਹਨਾਂ ਦੇ ਕੰਮਕਾਰ ਦੇਖਿਆ, ਔਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਕਿਸੇ ਨੂੰ ਐਮਰਜੈਂਸੀ ਰਾਤੀ 2 ਵਜੇ ਵੀ ਬਲੱਡ ਦੀ ਲੋੜ ਪੈ ਜਾਵੇ, ਉਹ ਕਿੱਦਾਂ ਉਹਨੂੰ ਮਿਲੇਗਾ, ਕਿਸ ਤਰੀਕੇ ਦੇ ਨਾਲ ਉਹਨੂੰ ਫ੍ਰੀ ਬਲੱਡ ਮਿਲ ਸਕਦਾ ਹੈ, ਜਾਂ ਬਲੱਡ ਕਿੱਦਾਂ ਮਿਲ ਸਕਦਾ ਹੈ, ਉਹ ਸਾਰੀ ਜਾਣਕਾਰੀ ਇਕੱਠੀ ਕੀਤੀ। ਔਰ ਇਸ ਚੀਜ਼ ਦੇ ਲਈ ਮੈਂ ਸੰਡੇ ਵੀ ਘਰ ਨਹੀਂ ਸੀ ਬੈਠਦੀ ਹੁੰਦੀ, ਮੈਂ ਕੁਛ ਨਾ ਕੁਛ ਏਦਾਂ ਕਰਦੀ ਰਹੀ। ਇਹ 3-4 ਇਹੋ ਜਿਹੇ ਕੰਮ ਸਨ ਜਨੂਨੀ, ਜਿਨ੍ਹਾਂ ਦੇ ਪਿੱਛੇ ਮਤਲਬ ਮੈਂ ਪਾਗਲ ਹੋਣਾ ਸ਼ੁਰੂ ਕਰ ਦਿੱਤਾ। ਜਨੂਨ ਆ ਗਿਆ ਕਿ ਨਹੀਂ, ਮਤਲਬ ਮੈਂ ਕਰਨੇ ਨੇ, ਮਤਲਬ ਕਰਨੇ ਨੇ।
ਔਰ ਇਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਉਸ ਮੁਸ਼ਕਲ ਸਮੇਂ ਦੇ ਵਿੱਚੋਂ ਜਿਹੜਾ ਉਹ ਬਾਹਰ ਵੀ ਕੱਢਿਆ। ਨਾਲ ਨਾਲ ਮੈਂ ਜੌਬ ਕਰਦੀ ਰਹੀ ਔਰ ਜੌਬ ਦੇ ਦੌਰਾਨ ਮੈਨੂੰ ਹੁਣ ਕਿਉਂਕਿ ਮੇਰਾ ਇੱਕ ਛੋਟਾ ਜਿਹਾ ਸੁਪਨਾ ਹੋਰ ਸੀ ਜੋ ਮੈਂ 10th ਚ ਪੜ੍ਹਦੀ ਉਦੋਂ ਦਾ ਸੁਪਨਾ ਸੀ, ਉਹਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋ ਗਈ। ਸੁਪਨਾ ਇਹ ਸੀ, ਅਕਸਰ ਨਾ ਆਪਾਂ ਪੁਲ ਤੋਂ ਉੱਤੇ ਜਾਂਦੀ ਹੁੰਦੀ ਸਾਂ ਤੇ ਪੁਲ ਦੇ ਥੱਲੇ ਦੇਖਦੇ ਸੀ ਰੇਲਵੇ ਟਰੈਕ ਤੇ ਕੁਝ ਲੋਕ, ਕੁਝ ਬੱਚੇ ਜਿਨ੍ਹਾਂ ਦੇ ਪੂਰੇ ਬਦਨ ਦੇ ਕੱਪੜੇ ਵੀ ਨਹੀਂ ਹੁੰਦੇ, ਪੈਰਾਂ 'ਚ ਕੋਈ ਚੱਪਲ ਨਹੀਂ, ਔਰ ਉਹ ਕੋਈ ਟ੍ਰੇਨ ਦੇ ਵਿੱਚੋਂ ਜਿਹੜਾ ਲੈਫਟ ਓਵਰ ਸਮਾਨ ਥੱਲੇ ਡਿੱਗਿਆ ਹੁੰਦਾ ਹੈ ਜਾਂ ਪਾਣੀ ਦੀ ਬੋਤਲ ਝੂਠੀ ਜਿਹੜੀ ਉਹ ਡਿੱਗੀ ਹੁੰਦੀ ਉਹਨਾਂ ਨੂੰ ਚੁੱਕ ਕੇ ਉਹ ਖਾਂਦੇ ਪੀਂਦੇ ਹੁੰਦੇ ਸਨ ਔਰ ਖੁਸ਼ ਹੁੰਦੇ ਸਨ। ਉਹਨਾਂ ਦੇ ਚਿਹਰੇ ਦੀ ਖੁਸ਼ੀ ਵੀ ਜ਼ਿਆਦਾ ਸੀ ਔਰ ਸਾਡੇ ਕੋਲ ਸਾਰਾ ਕੁਝ ਹੈ, ਅਸੀਂ ਖੁਸ਼ ਨਹੀਂ। ਮੈਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗੀ ਔਰ ਮੈਂ ਇਹੋ ਜਿਹੇ ਬੱਚਿਆਂ ਵਾਸਤੇ ਕੁਝ ਕਰਨਾ ਚਾਹੁੰਦੀ ਸੀ, ਉਹਨਾਂ ਨੂੰ ਪੜ੍ਹਾਉਣਾ ਚਾਹੁੰਦੀ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਪੜ੍ਹਾਈ ਤੋਂ ਬਿਨਾਂ ਕੁਝ ਨਹੀਂ, ਕਿਉਂਕਿ ਮੇਰੀ ਮਦਰ ਆਪ ਪੜ੍ਹੇ ਨਹੀਂ ਸੀ ਬਟ ਪੂਰੇ ਐਫਰਟਸ ਲਗਾਏ ਕਿ ਮੈਂ ਪੜ੍ਹਾਂ, ਮੈਂ ਅੱਗੇ ਵਧਾਂ ਜੀ। ਔਰ ਮੈਂ ਇਹੋ ਜਿਹਾ ਸਕੂਲ ਖੋਲਣ ਦੇ ਵਿੱਚ ਕਾਮਯਾਬ ਹੋ ਗਈ। ਸਲਮ ਏਰੀਆ ਦੇ ਵਿੱਚ ਇੱਕ ਛੋਟਾ ਜਿਹਾ 2 ਘੰਟੇ ਦਾ ਸਕੂਲ ਚਾਲੂ ਕੀਤਾ ਜਿਹਦੇ ਵਿੱਚ ਬੱਚਿਆਂ ਨੂੰ ਮੈਂ ਇਸ ਗੱਲ ਦਾ ਪ੍ਰੈਸ਼ਰ ਨਹੀਂ ਦਿੱਤਾ ਕਿ ਬੱਚਿਓ ਤੁਸੀਂ ਸਕੂਲ, ਕਿਉਂਕਿ ਜੇ ਸਕੂਲ ਦੀ ਗੱਲ ਕਰਾਂਗੇ ਨਾ ਉਹ ਕਦੇ ਨਹੀਂ ਜਾਣਗੇ ਉਹਨਾਂ ਨੂੰ, ਕਿਉਂਕਿ ਪੜ੍ਹਾਈ ਦੇ ਬਾਰੇ ਉਹ ਜੀ ਖਿੱਚ ਅੰਦਰੋਂ ਹੀ ਨਹੀਂ ਹੈ, ਉਹ ਖਿੱਚ ਪਹਿਲਾਂ ਬਣਾਉਣੀ ਪਏਗੀ ਜੀ। ਉਹ ਖਿੱਚ ਬਣਾਉਣ ਦੇ ਪਿੱਛੇ ਉਹਨਾਂ ਨੂੰ ਕੁਝ ਨਾ ਕੁਝ ਖਾਣ ਪੀਣ ਦਾ, ਕੋਈ ਟੌਫੀ ਦਾ, ਕੋਈ ਚਾਕਲੇਟ ਦਾ, ਕੋਈ ਬਿਸਕੁਟ ਦਾ ਲਾਲਚ ਦੇ ਕੇ ਆਪਾਂ ਕਰਾਂਗੇ। ਫਿਰ ਦੂਜੀ ਗੱਲ ਆਏਂਗੇ ਉਹਨਾਂ ਕੋਲ ਪੈਸੇ ਨਹੀਂ, ਉਹ ਕਾਪੀ ਕਿਤਾਬ ਨਹੀਂ ਲੈ ਸਕਦੇ। ਇਸ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਨਹੀਂ ਛੱਡਣਾ ਹੈਗਾ, ਤੁਸੀਂ ਅਗਰ ਕਿਸੇ ਦੇ ਘਰੇ ਸਫਾਈਆਂ ਕਰਦੇ ਹੋ, ਭਾਂਡੇ ਮਾਂਜ, ਗਵਰਨਮੈਂਟ ਪ੍ਰੋਜੈਕਟ ਦੇ ਵਿੱਚ ਇੱਟਾਂ ਢੋਂਦੇ ਹੋ, ਰੇਤ ਢੋਂਦੇ ਪਏ ਹੋ, ਤੁਸੀਂ ਕਰੀ ਜਾਓ, ਉਹਨੂੰ ਡਿਸਟਰਬ ਨਹੀਂ ਕਰਨਾ। ਸ਼ਾਮ ਨੂੰ ਤੁਸੀਂ 2 ਘੰਟੇ ਖਾਲੀ ਹੱਥ ਇੱਥੇ ਇੰਜੋਏ ਕਰਨ ਆ ਜਾਣਾ। ਇੱਕ ਜਗ੍ਹਾ ਲਿੱਤੀ ਸਬਜ਼ੀ ਵਾਲੇ ਦਾ, ਵਿਹੜਾ ਕਿਰਾਏ ਤੇ ਲਿੱਤਾ ਜਿਹੜਾ ਬਿਲਕੁਲ ਇੱਟਾਂ ਹੀ ਹਨ, ਉਹਦੇ ਤੇ ਦਰੀ ਵਿਛਾ ਕੇ ਅੱਜ 6 ਸਾਲ ਹੋ ਗਏ ਨੇ ਉਹ ਛੋਟਾ ਜਿਹਾ ਸਕੂਲ ਚੱਲ ਰਿਹਾ। ਤਕਰੀਬਨ 80 ਬੱਚੇ ਉੱਥੇ ਹੈਗੇ। ਉਹ ਸਲਮ ਏਰੀਏ ਦੇ ਬੱਚੇ, ਆਤਮਜੀਤ ਕੌਰ ਜੀ ਮਾਫ ਕਰਨਾ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਥੋੜੇ ਚਿਰ ਲਈ, ਉਹ ਸਲਮ ਏਰੀਏ ਦੇ ਬੱਚੇ ਫਿਰ ਤੁਸੀਂ ਜਦੋਂ ਉੱਥੋਂ ਲੱਭੇ ਤੇ ਇਹਨੂੰ ਲੱਭਣ ਦੇ ਵਿੱਚ ਵੀ ਤੁਹਾਨੂੰ ਸਮਾਂ ਲੱਗਾ ਹੋਏਗਾ ਕਿ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਕੋਲ ਤਨ ਤੇ ਪਾਉਣ ਦੇ ਕੱਪੜੇ ਨਹੀਂ, ਪੈਰਾਂ ਦੇ ਵਿੱਚ ਜੁੱਤੀ ਨਹੀਂ, ਖਾਣ ਜੋਗਾ ਭੋਜਨ ਨਹੀਂ, ਇਹੋ ਜਿਹੇ ਬੱਚੇ ਜਿਹੜੇ ਕਦੇ ਸੋਚ ਹੀ ਨਹੀਂ ਸਕਦੇ ਕਿ ਜ਼ਿੰਦਗੀ ਦੇ ਵਿੱਚ ਪੜ੍ਹਾਈ ਕਰਨੀ ਹੈ, 6 ਵਰਿਆਂ ਤੋਂ ਤੁਸੀਂ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹੋ। ਤਕਰੀਬਨ ਕਿੰਨੇ ਕੁ ਬੱਚੇ ਹੋ ਗਏ ਨੇ ਔਰ ਕਿਹੜੀ ਕਿਹੜੀ ਕਲਾਸ ਤੱਕ ਪਹੁੰਚ ਗਏ ਨੇ ਉਹ ਬੱਚੇ ਜੀ? ਜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਆਪਾਂ ਇਹ ਸ਼ੁਰੂ ਕੀਤਾ ਸੀ ਉਦੋਂ ਬੱਚੇ ਬਿਲਕੁਲ ਕਿਤੇ ਵੀ ਨਹੀਂ ਸੀ ਜਾਂਦੇ ਹੈਗੇ। ਹੁਣ ਕੁਝ ਅੰਮ੍ਰਿਤਸਰ ਦੇ ਡੀਈਓ ਹੈਗੇ ਨੇ, ਮੇਰੀ ਫਰੈਂਡ ਹੈ ਔਰ ਮੈਡਮ ਰੇਖਾ ਮਹਾਜਨ ਜੀ, ਉਹਨਾਂ ਬਹੁਤ ਐਫਰਟਸ ਕਰ ਰਹੇ ਅੰਮ੍ਰਿਤਸਰ ਦੇ ਬੱਚਿਆਂ ਵਾਸਤੇ। ਉਹਨਾਂ ਦੀ ਹੈਲਪ ਦੇ ਨਾਲ ਅੱਜ ਉਹ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਵੀ ਕਰਾਈ ਹੈ ਉਹਨਾਂ ਨੇ, ਪੜ੍ਹਦੇ ਵੀ ਪਏ ਨੇ, ਮਿਡ ਡੇ ਮੀਲ ਦਾ ਵੀ ਫਾਇਦਾ ਲੈ ਰਹੇ। ਔਰ ਬਹੁਤ ਸਾਰੇ ਹਾਲੇ ਵੀ ਇਹੋ ਜਿਹੇ ਬੱਚੇ ਨੇ ਜਿਹੜੇ ਹਾਲੇ ਨਹੀਂ ਸਕੂਲ ਜਾ ਰਹੇ, ਕੁਝ ਕਰਨਾ ਦੇ ਕਰਕੇ, ਪਰ ਮੇਰੀ ਪੂਰੀ ਕੋਸ਼ਿਸ਼ ਹੈ, ਉਹ ਸਿਰਫ ਚੰਦ 2-3 ਬੱਚੇ ਨੇ ਜਿਹੜੇ ਨਹੀਂ ਜਾ ਰਹੇ। ਮੇਰੀ ਪੂਰੀ ਕੋਸ਼ਿਸ਼ ਹੈ ਕਿ ਉਹਨਾਂ ਦੇ ਪੇਰੈਂਟਸ ਨੂੰ ਜਿਹੜਾ ਮੈਂ ਕਨਵਿੰਸ ਛੇਤੀ ਹੀ ਕਰ ਲਵਾਂਗੀ। ਔਰ ਪ੍ਰੋਬਲਮ ਇੰਨੀ ਹੀ ਨਹੀਂ ਸੀ ਜਦੋਂ ਅਸੀਂ ਸਟਾਰਟ ਕੀਤਾ ਸੀ ਨਾ, ਤੇ 1-2 ਦਿਨ ਆਪਾਂ ਗਏ ਤੇ ਉਹ ਕੁਝ ਪ੍ਰੋਬਲਮ ਆ ਗਈ ਜਗ੍ਹਾ ਨੂੰ ਲੈ ਕੇ, ਤੇ ਉਹਨਾਂ ਨੇ ਸਾਨੂੰ ਉੱਥੋਂ ਕੱਢ ਦਿੱਤਾ। ਜਾਣ ਕੇ ਉਹ ਚਾਲੂ ਵੀ ਕੀਤਾ ਤੇ ਬੰਦ ਹੋ ਗਿਆ। ਫਿਰ ਅਸੀਂ ਹਫਤਾ 10 ਦਿਨ ਦੇ ਟਾਈਮ ਦੇ ਵਿੱਚ ਜਗ੍ਹਾ ਹੋਰ ਲੱਭੀ, ਫਿਰ ਚਾਲੂ ਕੀਤਾ। ਫਿਰ ਸਾਨੂੰ ਪਤਾ ਲੱਗਾ ਕਿ ਸਾਡੀ ਕੁਝ ਕੁੜੀਆਂ ਦੇ ਪਿੱਛੇ ਇੱਕ ਕੋਈ ਬਜ਼ੁਰਗ ਪਿੱਛੇ ਆ ਰਿਹਾ, ਰੋਜ਼ ਪਿੱਛਾ ਕਰ ਰਹੇ। ਫਿਰ ਸਾਨੂੰ ਆਪਣੀ ਲੋਕੇਸ਼ਨ ਚੇਂਜ ਕੀਤੀ। ਫਿਰ ਅਸੀਂ ਕਿ ਦੂਜੀ ਸਾਈਡ ਤੇ ਜਿੱਥੋਂ ਬੱਚੇ ਸੜਕ ਕ੍ਰਾਸ ਕਰਕੇ ਆਉਂਦੇ ਸੀ, ਤਾਂ ਕਿ ਬੱਚਿਆਂ ਨੂੰ ਸੜਕ ਕ੍ਰਾਸ ਕਰਕੇ ਨਾ ਆਉਣਾ ਪਵੇ, ਅਸੀਂ ਸੜਕ ਕ੍ਰਾਸ ਕਰਕੇ ਉੱਧਰ ਜਾ ਕੇ ਜਗ੍ਹਾ ਲੱਭੀ ਔਰ ਉਹਨਾਂ ਬੱਚਿਆਂ ਨੂੰ ਮੁਸ਼ਕਲ ਨਾ। ਪਰ ਇਹਨੂੰ ਵੀ ਖੋਲਣ ਤੋਂ ਪਹਿਲਾਂ ਮੈਨੂੰ ਇੱਕ ਮੁਸ਼ਕਲ ਇਹ ਆਈ ਕਿ ਜਿਹੜਾ ਕੋਈ ਬੰਦਾ ਉੱਥੇ ਇੱਕ ਅੱਧਾ ਹੈ ਸੀ ਜਿਹੜਾ ਸਪੋਰਟ ਕਰ ਰਿਹਾ ਸੀ। ਸਪੋਰਟ ਇਨ ਦਾ ਸੈਂਸ ਏਦਾਂ ਨਹੀਂ ਹੈ ਕਿ ਕੋਈ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਸੀ, ਸਿਰਫ ਹਾਂ ਠੀਕ ਹੈ ਤੁਸੀਂ ਆ ਜਾਂਦੇ ਹੋ, ਤੁਹਾਨੂੰ ਆਰਾਮ ਨਾਲ ਪਿਆਰ ਨਾਲ ਸਤਿ ਸ਼੍ਰੀ ਅਕਾਲ ਬੁਲਾ ਦਿੰਦਾ ਸੀ। ਔਰ ਉਹਨੇ ਮੇਰੇ ਨਾਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਮੈਨੂੰ ਮਤਲਬ ਆਪਣੀ ਬਾਹਾਂ ਦੇ ਵਿੱਚ ਜਿਹੜਾ ਉਹਨੇ ਉਲਾਰ ਦਿੱਤੀਆਂ ਕਿ ਮੈਂ ਉਹਨੂੰ ਅਸੈਪਟ ਕਰ ਲਾਂ, ਔਰ ਨਾਲ ਹੀ ਮੈਂ 4 ਕਦਮ ਜਿਹੜੇ ਉਹ ਪਿੱਛੇ ਖਿੱਚ ਲਏ। ਔਰ ਮਤਲਬ ਮੇਰੇ ਵਾਸਤੇ ਉਹ ਬੜੀ ਵੱਡੀ ਗੱਲ ਸੀ। ਔਰ ਮੈਂ ਉੱਥੇ ਹੀ, ਹਾਲੇ ਬੱਚੇ ਜ਼ਿਆਦਾ ਦੂਰ ਨਹੀਂ ਸੀਗੇ, ਤੇ ਬੱਚਿਆਂ ਨੂੰ ਇਕੱਠਾ ਕਰਕੇ ਤੇ ਉਹਨੂੰ ਉੱਥੋਂ ਜਿਹੜਾ ਭਜਾਇਆ ਔਰ ਉਹਨੂੰ ਅੱਗੋਂ ਵਾਸਤੇ ਮਤਲਬ ਤਾਕੀਦ ਕੀਤੀ ਕਿ ਹੁਣ ਤੂੰ ਦੁਬਾਰਾ ਇੱਥੇ ਨਜ਼ਰ ਨਹੀਂ ਆਏਗਾ। ਮਤਲਬ ਇਹ ਨਹੀਂ ਹੈ ਕਿ ਤੂੰ ਜੋ ਮਰਜ਼ੀ ਜਿਹੜਾ ਉਹ ਤੂੰ ਆਪਣੇ ਮਨ ਦੇ ਵਿੱਚ ਵਿਚਾਰ ਬਣਾਈ ਜਾਏਗਾ ਤੇ ਉਹ ਮੈਂ ਅਸੈਪਟ ਕਰ ਲਾਂ। ਉਹ ਮੇਰੀ ਇੱਕ ਤਰ੍ਹਾਂ ਨਾਲ ਫਿਰ ਉਹ ਨਵਾਂ ਹੀ ਜਨਮ ਸੀ, ਕਿਉਂਕਿ ਇਹ ਸਾਰਾ ਕੁਝ ਜੇ ਆਪਾਂ ਪਲਾਂਟੇਸ਼ਨ ਦੀ ਗੱਲ ਕਰੀਏ ਜਾਂ ਮਲਮ ਪੱਟੀ ਦੀ ਗੱਲ ਕਰੀਏ ਜਾਂ ਬਲੱਡ ਡੋਨੇਸ਼ਨ ਦੀ ਗੱਲ ਕਰੀਏ ਜਾਂ ਸਕੂਲ ਨੂੰ ਚਾਲੂ ਕਰਨ ਦੇ ਪਿੱਛੇ ਗੱਲ ਕਰੀਏ, ਮੇਰੇ ਘਰ ਫਿਰ ਵੀ ਕਿਸੇ ਨੂੰ ਨਹੀਂ ਸੀ ਪਤਾ, ਨਾ ਫਾਦਰ ਨੂੰ ਪਤਾ ਸੀ ਨਾ ਬ੍ਰਦਰ, ਕਿਉਂਕਿ ਜੇ ਮੈਂ ਦੱਸ ਦਿੰਦੀ ਉਹਨਾਂ ਕਹਿਣਾ ਕੀ ਲੋੜ ਹੈ ਕਰਨ ਦੀ। ਔਰ ਮਦਰ ਹੁੰਦੇ ਤਾਂ ਸ਼ਾਇਦ ਖੁਸ਼ ਹੁੰਦੇ, ਖੁਸ਼ੀ ਨਾਲੋਂ ਮੇਰੇ ਮੂੰਹ 'ਚ ਖੰਡ ਪਾਉਂਦੇ, ਮੂੰਹ ਮਿੱਠਾ ਤਾਂ ਕਰਾਉਂਦੇ। ਮੈਂ ਨਹੀਂ ਕਹਿ ਰਹੀ ਕਿ ਮੇਰੇ ਫਾਦਰ ਬਹੁਤ ਬੁਰੇ, ਬ੍ਰਦਰ ਬਹੁਤ ਬੁਰੇ, ਬਟ ਨਹੀਂ ਕੁਝ ਮਤਲਬ ਨਹੀਂ ਐਕਸੈਪਟੈਂਸ ਹੁੰਦੀ ਫੈਮਿਲੀ ਵੱਲੋਂ ਕਿ ਲੜਕੀ ਇਹਨਾਂ ਕੁਝ ਕਿਉਂ ਕਰੇ, ਕਿਉਂ ਬਾਹਰ ਜਾਏ।
ਇਹੋ ਜਿਹੀ ਪ੍ਰੋਬਲਮਸ ਇਹ ਆਮ ਤੌਰ ਤੇ ਕੁੜੀਆਂ ਨੂੰ ਫੇਸ ਕਰਨੀ ਪੈਂਦੀ। ਅੱਛਾ ਆਤਮਜੀਤ ਜੀ, ਮੈਂ ਇੱਕ ਗੱਲ ਤੁਹਾਡੀਆਂ ਗੱਲਾਂ ਸੁਣ ਰਹੀ ਸੀ ਕਿ ਪਹਿਲਾਂ ਵੀ ਤੁਹਾਡੇ ਨਾਲ ਤੁਹਾਡੇ ਪ੍ਰੋਫੈਸਰ ਨੇ ਵੀ ਕੁਝ ਅਜਿਹਾ ਕੀਤਾ, ਬਹੁਤ ਝੰਜੋੜ ਕੇ ਰੱਖ ਦਿੱਤਾ ਤੁਹਾਨੂੰ। ਉਸ ਤੋਂ ਬਾਅਦ ਫਿਰ ਇੱਕ ਤਰ੍ਹਾਂ ਤੇ ਤੀਜੀ ਵਾਰ ਫਿਰ ਕਿ ਸਾਡੀਆਂ ਧੀਆਂ ਕਿਤੇ ਵੀ ਸੇਫ ਨਹੀਂ ਗਈਆਂ, ਸਾਡੀਆਂ ਭੈਣਾਂ ਕਿਤੇ ਵੀ ਸੇਫ ਨਹੀਂ, ਅਸੀਂ ਖੁੱਲ ਕੇ ਕਿਤੇ ਕੰਮ ਨਹੀਂ ਕਰ ਸਕਦੇ, ਅਸੀਂ ਕਿਤੇ ਜਾ ਨਹੀਂ ਸਕਦੇ ਕਿਸੇ ਫੀਲਡ 'ਚ ਵੀ। ਹਰ ਇੱਕ ਫੀਲਡ 'ਚ ਕਿਉਂ ਇਹੋ ਜਿਹਾ ਕੁਝ ਹੁੰਦਾ ਆ ਕਿ ਇਹਦੇ ਲਈ ਮੈਨੂੰ ਲੱਗਦਾ ਜਿਵੇਂ ਤੁਸੀਂ ਇੰਨੇ ਸਟਰੋਂਗ ਆ, ਤੁਸੀਂ ਤਾੜਨਾ ਕੀਤੀ ਉਸ ਇਨਸਾਨ ਨੂੰ, ਤੁਸੀਂ ਉੱਭਰ ਕੇ ਉਹਨਾਂ ਗੱਲਾਂ 'ਚੋਂ ਬਾਹਰ ਆਏ, ਤੁਸੀਂ ਆਪਣੇ ਆਪ ਨੂੰ ਸਟਰੋਂਗ ਬਣਾਇਆ। ਮੈਨੂੰ ਲੱਗਦਾ ਬਹੁਤ ਸਾਰੀਆਂ ਕੁੜੀਆਂ ਜਾਂ ਮਾਪੇ ਮਜਬੂਰੀ ਵਾਸਤੇ ਗੱਲਾਂ ਬਾਹਰ ਹੀ ਨਹੀਂ ਲਿਆਉਂਦੇ, ਆਪਣੀ ਇੱਜ਼ਤ ਰੱਖਣ ਦੇ ਮਾਰੇ ਕਿ ਬੱਚੀ ਦੀ ਇੱਜ਼ਤ ਨਾ ਖਰਾਬ ਹੋ ਜਾਵੇ, ਗਾਂ ਇਹਨੂੰ ਹੋਰ ਘਰ ਵੀ ਭੇਜਣਾ, ਸੋ ਕੌੜਾ ਘੁੱਟ ਭਰ ਕੇ ਪੀ ਲੈਂਦੇ ਬੱਚੀਆਂ। ਕਈ ਤੇ ਇਸੇ ਕਰਕੇ ਵਿਚਾਰੀਆਂ ਪੜਨ ਖੁਣੋਂ ਰਹਿ ਜਾਂਦੀਆਂ, ਬਾਹਰ ਅੰਦਰ ਜਾਣ ਖੁਣੋਂ ਰਹਿ ਜਾਂਦੀਆਂ, ਕਿਉਂਕਿ ਮਾਪੇ ਡਰਦੇ ਬਾਹਰ ਕੱਢਦੇ ਨਹੀਂਗੇ। ਜੀ ਇਹ ਦੇਖੋ ਜੀ, ਤੁਹਾਨੂੰ ਤਾਂ 3 ਵਾਰ ਦਾ ਪਤਾ ਹੈ ਕਿ ਮੇਰੇ ਨਾਲ 3 ਵਾਰ ਹੋਇਆ, ਮੇਰੇ ਨਾਲ 3 ਵਾਰ ਨਹੀਂ 50 ਤੋਂ ਵੀ ਜ਼ਿਆਦਾ ਵਾਰ ਹੋਈ ਜਿਹੜੀ ਹਰਾਸਮੈਂਟ ਹੋਈ ਹੈ। ਔਰ ਇਹ ਹਰ ਜਗ੍ਹਾ ਤੋਂ ਹੁੰਦੀ, ਤੁਸੀਂ ਕਿਹੜੇ ਵੀ ਫੀਲਡ 'ਚ ਚਲ ਜਾਓ, ਤੁਸੀਂ ਟੀਚਿੰਗ ਲਾਈਨ ਦੇ ਫੀਲਡ 'ਚ ਚਲ ਜਾਓ, ਉੱਥੇ ਵੀ ਤੁਹਾਡੇ ਨਾਲ ਹੋਏਗੀ। ਮੈਂ ਮੀਡੀਆ ਦੇ ਵਿੱਚ ਵੀ ਕੰਮ ਕੀਤਾ, ਉੱਥੇ ਵੀ ਮੇਰੇ ਨਾਲ ਇਹੋ ਜਿਹੀ ਪ੍ਰੋਬਲਮ ਹੋਈ। ਜੇ ਮੈਂ ਕੋਈ ਚੰਗਾ ਕਾਜ਼ ਕਰਨ ਗਈ ਹਾਂ, ਉੱਥੇ ਵੀ ਇਦਾਂ ਦੀ ਪ੍ਰੋਬਲਮ ਹੋਈ। ਕਿਸੇ ਨੂੰ ਮਲਮ ਪੱਟੀ ਕਿਸੇ ਦੇ ਘਰ ਕਰਨ ਗਈ ਹਾਂ, ਕੋਈ ਲਵਾਰਸ ਮਿਲਿਆ ਸੀ, ਉੱਥੇ ਵੀ ਇਦਾਂ ਦੀ ਪ੍ਰੋਬਲਮ ਹੋਈ। ਮਤਲਬ ਅਗਰ ਤੁਸੀਂ ਸਿਰਫ ਦਰਬਾਰ ਸਾਹਿਬ ਵੀ ਜਾਂਦੇ ਹੋ ਨਾ, ਉੱਥੇ ਜਾ ਕੇ ਤੁਸੀਂ ਕਿਸੇ ਨਾਲ ਫालतू ਗੱਲ ਨਹੀਂ ਕਰਦੇ, ਤੁਸੀਂ ਸਿਰਫ ਰੋਜ਼ ਜਾਂਦੇ ਹੋ ਨਾ ਔਰ ਜੋੜੇ ਘਰ ਜਾ ਕੇ ਸਿਰਫ ਜੋੜੇ ਝਾੜ ਦਿਓ, ਤਾਂ ਵੀ ਤੁਹਾਨੂੰ ਇਹ ਪ੍ਰੋਬਲਮ ਆਏਗੀ। ਇਹ ਨਹੀਂ ਕਿ ਮਤਲਬ ਹਾਂ ਲੋਕੀ ਤੁਹਾਨੂੰ ਉੱਥੇ ਵੀ ਨਹੀਂ ਬਖਸ਼ਣਗੇ। ਸੌਰੀ, ਮਤਲਬ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਦਰਬਾਰ ਸਾਹਿਬ ਦਾ ਨਾਮ ਖਰਾਬ ਹੋ ਰਿਹਾ, ਪਰ ਨਹੀਂ, ਆਪਾਂ ਪੀਸ ਲੈਣ ਉੱਥੇ ਘੱਟ ਜਾਂਦੇ ਆ, ਬਲਕਿ ਦੂਜਿਆਂ ਨੂੰ ਤਾੜਨ ਤੇ ਉਹਨਾਂ ਦੇ ਬਾਰੇ ਖਬਰਾਂ ਇਕੱਠੀਆਂ ਕਰਨ ਤੇ ਖਬਰਾਂ ਬਣਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ। ਯਾਨੀ ਕਿ ਮਾੜੀ ਨੀਤ ਵਾਲੇ, ਮਾੜੀ ਸੋਚ ਵਾਲੇ, ਮਾੜੀ ਨਿਗਾਹ ਵਾਲੇ ਬੰਦੇ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ। ਧੀ ਹੈ ਜਿਹੜੀ, ਉਹਦੇ ਉੱਤੇ ਇੱਕ ਮਾੜੀ ਨਿਗਾਹ ਦੇ ਨਾਲ ਅੱਖ ਰੱਖ ਕੇ ਦੇਖਣਾ। ਔਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਇੱਕ ਵਾਰੀ ਨਹੀਂ, ਕਿਹੜੀ ਧੀ ਹੈ ਜਿਹੜੀ ਵਿਆਹਣ ਤੋਂ ਬਾਅਦ ਇੰਨਾ ਹੀਆ ਕਰੇ ਕਿ ਮੇਰੇ ਨਾਲ ਇਹ ਕੁਝ ਹੋਇਆ? ਕਿਹੜੀ ਬੱਚੀ ਹੈ ਜਿਹੜੀ, ਕਿਹੜੀ ਵਾਈਫ ਹੈ ਜਿਹੜੀ ਇਹ ਦੁਨੀਆ ਦੇ ਸਾਹਮਣੇ ਇਹ ਗੱਲ ਕਹੇ ਕਿ ਇੱਕ ਵਾਰੀ ਨਹੀਂ, ਮੇਰੇ ਨਾਲ ਤਾਂ 50 ਵਾਰੀ ਕੋਸ਼ਿਸ਼ ਕੀਤੀ ਹੈ, ਪਰ ਮੇਰੇ ਅੰਦਰਲਾ ਜਿਹੜਾ ਦ੍ਰਿੜ ਇਰਾਦਾ ਹੈ, ਉਹਨੇ ਉਹ ਜਿਹੜੇ ਲੋਕ ਚਾਹੁੰਦੇ ਸੀ, ਜਿਨ੍ਹਾਂ ਦੇ ਦਿਮਾਗ ਦੇ ਅੰਦਰ ਸਿਰਫ ਤੇ ਸਿਰਫ ਕੰਮ ਭਰੇ ਆ, ਉਹਨਾਂ ਨੂੰ ਨਕਾਰ ਕਰਕੇ ਕਿਵੇਂ ਸਫਲ ਬਣੀ? ਫਿਰ ਸਫਲ ਕਿਵੇਂ ਬਣੀ? ਇਹ ਆਤਮਜੀਤ ਕੌਰ ਦੀ ਸਟੋਰੀ ਜਾਣਨਾ ਚਾਹੁੰਦੇ ਹਾਂ ਇਸ ਤੋਂ ਅਗਲੇ ਹਿੱਸੇ ਦੇ ਵਿੱਚ, ਕਿਉਂਕਿ ਬ੍ਰੇਨ, ਦਿਮਾਗ ਦੀ ਗੱਲ। ਮੈਂ ਤਾਂ ਬਲਜਿੰਦਰ ਕੌਰ ਜੀ ਮੇਰੇ ਨਾਲ ਗੱਲਬਾਤ ਕਰ ਰਹੇ ਸਨ ਪ੍ਰੋਗਰਾਮ ਤੋਂ ਪਹਿਲਾਂ, ਉਹ ਕਹਿਣ ਲੱਗੇ ਕਿ ਭਾਜੀ ਇਹ ਗੱਲ ਸੱਚੀ ਹੈ ਕਿ ਜਿਹੜੀ ਰਬੀਨਾ ਜੌਲੀ ਹੈ ਜਿਹਦੀ ਤੁਸੀਂ ਇੰਟਰਵਿਊ ਕੀਤੀ ਹੈ, ਮੈਨੂੰ ਤਾਂ ਇਹ ਪਤਾ ਲੱਗਾ ਹੈ ਕਿ ਰਬੀਨਾ ਜੌਲੀ ਨੂੰ ਤਿਆਰ ਕਰਨ ਵਾਲੀ ਉਹਦੀ ਟੀਚਰ ਇਹ ਆਤਮਜੀਤ ਕੌਰ ਹੈ। ਇਹਦੇ 'ਚ ਕਿੰਨੀ ਸੱਚਾਈ ਹੈ ਜੀ? ਜੀ ਇਹਦੇ 'ਚ ਬਿਲਕੁਲ ਸੱਚਾਈ ਹੈ, ਕਿਉਂਕਿ ਮੈਮ ਨੇ ਮੇਰੇ ਕੋਲ ਇੱਕ ਬੜਾ ਵਧੀਆ ਜਿਹਾ ਸਵਾਲ ਪੁੱਛਿਆ ਸੀ, ਮੈਂ ਉਹਦਾ ਜਵਾਬ ਦੇਣਾ ਬੜਾ ਜ਼ਰੂਰੀ ਸਮਝਦੀ ਆ ਕਿ ਜਿਹੜੇ ਮਾਪਿਓ ਇਹ ਗੱਲ ਸੋਚਦੇ ਕਿ ਸਾਡੀ ਬੱਚੀ ਦੀ ਇੱਜ਼ਤ ਖਰਾਬ ਹੋ ਜਾਂਦੀ ਹੈ ਨਾ, ਜੇ ਤੁਸੀਂ ਮਾਪਿਓ ਹੋ ਕੇ ਆਪਣੀ ਬੱਚੀ ਨੂੰ ਸਪੋਰਟ ਨਹੀਂ ਕਰ ਸਕਦੇ, ਤੁਸੀਂ ਉਹਦਾ ਸਾਥ ਨਹੀਂ ਦੇ ਸਕਦੇ, ਤੁਸੀਂ ਉਹਦੀ ਗੱਲ ਨਹੀਂ ਸੁਣ ਸਕਦੇ ਔਰ ਇਹ ਸੋਚਦੇ ਹੋ ਕਿ ਅਗਰ ਬੱਚੀ ਨਾਲ ਕੁਝ ਬਾਹਰ ਹੋ ਗਿਆ ਤਾਂ ਹੁਣ ਇਹਦਾ ਸਿਰਫ ਇੱਕੋ ਹੀ ਇਲਾਜ ਹੈ ਕਿ ਉਹਦਾ ਕਰ ਦੋ ਔਰ ਆਪਣੇ ਮਤਲਬ ਜਿਹੜੀ ਜ਼ਿੰਮੇਵਾਰੀ ਤੋਂ ਤੁਸੀਂ ਮੁਕਤ ਹੋ ਜਾਓ। ਜਿਹੜਾ ਤੁਹਾਡੇ ਉੱਤੇ ਭਾਰ ਹੈ, ਤੁਹਾਡੇ ਉੱਤੇ ਬੋਝ ਹੈ ਨਾ ਬੱਚੀ, ਤੁਸੀਂ ਉਹਨੂੰ ਵਿਆਹ ਕੇ ਉਹਨੂੰ ਗਲੋਂ ਲਾ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹੋ। ਮੇਰੀ ਵੀ ਬੇਟੀ ਹੈ, ਇਹਦਾ ਮਤਲਬ ਇਹ ਤੇ ਨਹੀਂ ਹੈ ਕਿ ਉਹ ਮੇਰੇ ਉੱਤੇ ਬੋਝ ਹੈ। ਮੈਂ ਉਹਨੂੰ ਇਸ ਕਾਬਿਲ ਬਣਾਵਾਂਗੀ ਕਿ ਜੋ ਕੁਝ ਮੇਰੇ ਨਾਲ ਹੋਇਆ ਹੈ ਨਾ, ਉਹ ਉਹਦੇ ਨਾਲ ਨਾ ਹੋਵੇ। ਉਹਦੇ ਕੋਲੋਂ ਗੱਲਾਂ ਛੁਪਾ ਕੇ ਨਹੀਂ, ਉਹਨੂੰ ਆਪਣੀ ਸੱਚਾਈ ਦੱਸਾਂਗੀ ਮੇਰੇ ਨਾਲ ਜੋ ਹੋਇਆ, ਪਰ ਉਹਨੂੰ ਮਨੋਂ ਮਜ਼ਬੂਤ ਕਰਨਾ। ਕਿਵੇਂ? ਗੱਤਕਾ ਸਿਖਾਵਾਂਗੀ ਉਹਨੂੰ, ਆਰਟ ਸਿਖਾਵਾਂਗੀ, ਜਿਵੇਂ ਮੈਂ ਕਰਾਟੇ ਸਿੱਖੇ ਹੋਏ ਸਨ, ਉਹਨੂੰ ਵੀ ਸਿਖਾਵਾਂਗੀ। ਉਹਨੂੰ ਇਸ ਗੱਲ ਦੇ ਲਈ ਮਨੋਂ ਪ੍ਰਿਪੇਅਰ ਕਰਾਂਗੀ, ਕਿਉਂਕਿ ਇਹ ਜਿਹੜੀ ਗੱਲ ਚੱਲ ਰਹੀ ਹੈ ਜਿਸ ਸਮੇਂ ਦੀ, ਉਸ ਸਮੇਂ ਤੇ ਮੈਂ ਅੰਮ੍ਰਿਤਧਾਰੀ ਨਹੀਂ ਸੀ। ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੂੰ ਇਸ ਗੱਲ ਦੀ ਕਨਫਿਊਜ਼ਨ ਹੈ ਕਿ ਤੁਸੀਂ ਅੰਮ੍ਰਿਤਧਾਰੀ ਹੋ, ਜਦ ਤੁਹਾਡੇ ਨਾਲ ਜਦੋਂ ਇਹ ਸਮਾਂ ਬੀਤ ਰਿਹਾ ਸੀ ਤੇ ਉਦੋਂ ਤੁਹਾਨੂੰ ਇਹ ਗੁਰੂ ਸਾਹਿਬ ਨੇ ਸੀਰੀ ਸਾਹਿਬ ਦਿੱਤੀ, ਤੁਸੀਂ ਉਹਦਾ ਕਿਉਂ ਨਹੀਂ ਇਸਤੇਮਾਲ ਕੀਤਾ? ਤਾਂ ਮੈਂ ਇੱਥੇ ਇਹ ਗੱਲ ਤਾਂ ਦੱਸ ਰਹੀ ਹਾਂ, ਮੈਂ ਉਸ ਸਮੇਂ ਤਾਂ ਅੰਮ੍ਰਿਤਧਾਰੀ ਨਹੀਂ ਸੀ, ਮੈਨੂੰ ਪਰਿਵਾਰ ਏਦਾਂ ਦਾ ਮਿਲਿਆ ਕਿ ਮੈਂ ਅੰਮ੍ਰਿਤਧਾਰੀ ਹੋਈ ਔਰ ਇਹ ਮੇਰੇ ਮਨ ਦੀ ਇੱਛਾ ਸੀ, ਕਿਉਂਕਿ ਮੈਂ ਮਨੋਂ ਮਜ਼ਬੂਤ ਸੀ। ਅੰਮ੍ਰਿਤ ਤੋਂ ਪਾਨ ਕਰਨ ਤੋਂ ਪਹਿਲਾਂ ਤੁਹਾਡਾ ਮਨ ਦਾ ਮਜ਼ਬੂਤ ਹੋਣਾ ਉਹ ਕਿੰਦੇ ਉੱਤੇ ਡਿਪੈਂਡ ਕਰਦਾ? ਤੁਹਾਡੀ ਪਰਵਰਿਸ਼ ਦੇ ਉੱਤੇ ਡਿਪੈਂਡ ਕਰਦਾ। ਪਰ ਜੇ ਤੁਸੀਂ ਆਪਣੀ
ਸੋਚ ਦੇ ਨਾਲ ਤੁਸੀਂ ਆਪਣੀ ਬੱਚੀ ਨੂੰ ਸਪੋਰਟ ਨਹੀਂ ਨਾ ਕਰ ਰਹੇ, ਤੁਸੀਂ ਸੋਚਦੇ ਉਹਦੀ ਇੱਜ਼ਤ ਖਰਾਬ ਹੋਏਗੀ, ਤੇ ਤੁਸੀਂ ਆਪਣੀ ਇੱਜ਼ਤ ਉਹਨੂੰ ਮਤਲਬ ਕਿਉਂ ਦਿੱਤੀ, ਕਿਉਂ ਉਹਦੇ ਮਤਲਬ ਜੋਨੀ ਦੇ ਵਿੱਚ ਉਹਦੇ ਆਪਣੀ ਇੱਜ਼ਤ ਪਾਈ? ਇੱਜ਼ਤ ਉਹਦੀ ਖਰਾਬ ਹੋ ਰਹੀ ਜਿਹੜਾ ਗੰਦੀ ਸੋਚ ਰੱਖ ਰਹੇ, ਉਹਦੀ ਇੱਜ਼ਤ ਖਰਾਬ ਹੋ ਰਹੀ ਹੈ। ਅਸੀਂ ਸਾਫ਼ ਨੀਅਤ ਵਾਲੇ, ਸਾਡੀ ਇੱਜ਼ਤ ਨਹੀਂ ਖਰਾਬ ਹੋ ਰਹੀ, ਇਹ ਉਹਦੀ ਪ੍ਰੋਬਲਮ ਹੈ ਕਿਉਂਕਿ ਉਹ ਘਰੋਂ ਪਰੇਸ਼ਾਨ ਹੈ, ਉਹਦੇ 네ਗੇਟਿਵ ਥਾਟਸ ਨੇ, ਉਹਦੇ ਪਿੱਛੇ ਤੁਸੀਂ ਆਪਣੀ ਬੱਚੀ ਦਾ ਵਿਆਹ ਕਰਕੇ ਉਹਦੇ ਜਿਹੜੇ ਸੁਪਨਿਆਂ ਨੂੰ ਕਿਉਂ ਮਾਰ ਰਹੇ ਹੋ? ਟਾਈਮ ਤੋਂ ਪਹਿਲਾਂ ਤੁਸੀਂ ਪੜ੍ਹਨ ਨਹੀਂ ਦੇ ਰਹੇ ਹੋ। ਆਤਮਜੀਤ, ਤੁਸੀਂ ਬੜੀ ਵਧੀਆ ਆਤਮਜੀਤ ਜੀ ਗੱਲ ਕਹੀ ਕਿ ਜਦੋਂ ਅਸੀਂ ਕਿਸੇ ਨੂੰ ਨਾ ਸਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ, ਅਸੀਂ ਇੱਕ ਵਾਰ ਉਸ ਨੂੰ ਵਾਰਨਿੰਗ ਦਿੰਨੇ, ਇੱਕ ਵਾਰ ਉਸ ਨੂੰ ਤਾੜਦੇ ਆ, ਦੂਜੀ ਵਾਰ ਫੇਰ ਉਸ ਨੂੰ ਸਮਝਾਉਂਦੇ ਆ, ਤੇ ਤੀਜੀ ਵਾਰ ਉਹਨੂੰ ਬਖਸ਼ਣਾ ਨਹੀਂ ਚਾਹੀਦਾ। ਇਹ ਮੇਰੀ ਸੋਚ ਆ। ਤੀਜੀ ਵਾਰ ਕਿਉਂਕਿ ਇੱਕ ਵਾਰੀ ਤੁਸੀਂ ਸਮਝਾਇਆ ਵੀ ਭਾਈ ਬੰਦਾ ਬਣ ਜਾ, ਦੂਜੀ ਵਾਰੀ ਤੁਸੀਂ ਥੋੜਾ ਹੋਰ ਸਮਝਾਇਆ ਵੀ ਤੈਨੂੰ ਹਾਲੇ ਵੀ ਮੌਕਾ ਆ, ਤੇ ਫਿਰ ਤੀਜੀ ਵਾਰੀ ਤੇ ਕਹਿੰਦੇ ਹੁੰਦੇ ਮੌਕਾ ਦੇਣ ਦੀ ਲੋੜ ਹੀ ਨਹੀਂ ਪੈਂਦੀ ਆ। ਇਸ ਤਰ੍ਹਾਂ ਉਹਨੂੰ ਝੰਡ ਦੋ ਕਿ ਮੁੜ ਕੇ ਹਿੰਮਤ ਨਾ ਹੋਵੇ ਉਹਦੀ ਕਿਸੇ ਨੂੰ ਕੁਝ ਕਹਿਣ ਦੀ। ਪਰ ਇਹੋ ਜੀ ਬੱਚੀ ਨੂੰ ਇਹੋ ਜੀ ਗੱਲ ਕਹਿਣ ਵਾਸਤੇ ਪਿੱਛੋਂ ਹਿੰਮਤ ਦੇਣ ਵਾਲੇ ਨਾ ਉਹ ਮਾਪਿਓ ਵੀ ਹਿੰਮਤ ਵਾਲੇ ਹੋਣ, ਵਰਨਾ ਬੱਚਿਆਂ ਨੂੰ ਇੱਕੋ ਗੱਲ ਕਹੀ ਜਾਂਦੀ ਤੂੰ ਇਗਨੋਰ ਕਰਕੇ ਚੱਲੀ ਆਈ। ਤੁਸੀਂ ਇੱਕ ਗੱਲ ਕਹੀ ਸੀ ਆਤਮਜੀਤ ਜੀ, ਤੁਸੀਂ ਇੱਕ ਗੱਲ ਜ਼ਿਕਰ ਕੀਤਾ ਸੀ ਕਿ ਤੁਸੀਂ ਮੀਡੀਆ 'ਚ ਵੀ ਕੰਮ ਕੀਤਾ ਤੇ ਉੱਥੇ ਵੀ ਤੁਹਾਡੇ ਨਾਲ ਇੰਜ ਧੱਕਾ ਹੀ ਹੋਇਆ। ਤੇ ਜਦੋਂ ਮੈਂ ਮੀਡੀਆ 'ਚ ਕੰਮ ਕਰਨਾ ਸ਼ੁਰੂਆਤ ਕੀਤੀ ਸੀ ਤੇ ਕੁਝ ਪਹਿਲਾਂ ਜਿਹੜੀਆਂ ਔਰਤਾਂ ਮੀਡੀਆ 'ਚ ਕੰਮ ਕਰਦੀਆਂ ਸੀ, ਉਹਨਾਂ 'ਚੋਂ ਇੱਕ ਬੜੀ ਸੁਲਝੀ ਹੋਈ ਔਰਤ, ਉਹਨੇ ਮੈਨੂੰ ਕਿਹਾ ਕਿ ਮੀਡੀਆ ਕਿੱਚੜ ਆ, ਇਹਦੇ ਵਿੱਚ ਤੁਸੀਂ ਜਾਓਗੇ ਤਾਂ ਛਿੱਟੇ ਪੈਣਗੇ। ਮੈਂ ਕਿਹਾ ਜੀ ਤੁਸੀਂ ਆਪਣੇ ਆਪ ਨੂੰ ਕਮਲ ਦਾ ਫੁੱਲ ਬਣਾ ਕੇ ਰੱਖੋ, ਉਹ ਕਿੱਚੜ 'ਚ ਹੀ ਖਿੜਦਾ ਆ ਕਿਉਂਕਿ ਉਹਨੂੰ ਆਪਣੇ ਆਪ ਤੇ ਭਰੋਸਾ ਆ, ਉਹਨੂੰ ਆਪਣੇ ਤੇ ਭਰੋਸਾ ਆ, ਉਹਦੇ ਇਰਾਦੇ ਦ੍ਰਿੜ ਆ, ਉਹਨੂੰ ਪਤਾ ਕਿ ਮੇਰੀ ਹੋਂਦ ਕੀ ਆ। ਕਿੱਚੜ ਉਹਦਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਹ ਕਮਲ ਆ ਤੇ ਉਹਨੇ ਕਿੱਚੜ 'ਚ ਹੀ ਖੇਡਣਾ। ਤੁਸੀਂ ਆਪਣੇ ਆਪ ਨੂੰ ਕਮਲ ਬਣਾਓ, ਤੁਸੀਂ ਦੂਜਾ ਕਿੱਚੜ ਦੀ ਕਿਉਂ ਪਰਵਾਹ ਕਰਦੇ ਹੋ? ਤੇ ਹੁਣ ਮੈਨੂੰ ਕਾਫੀ ਵਰੇ ਹੋ ਗਏ ਆ ਇਸ ਮੀਡੀਆ 'ਚ ਕੰਮ ਕਰਦੇ ਆ, ਪਰ ਮੈਂ ਤੁਹਾਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਕੰਮ ਕੀਤਾ, ਤੁਹਾਡਾ ਕਿਵੇਂ ਰਿਹਾ ਐਕਸਪੀਰੀਅੰਸ ਉੱਥੇ? ਜੀ ਐਕਸਪੀਰੀਅੰਸ ਦੀ ਗੱਲ ਕਰੀਏ, ਪਹਿਲੀ ਗੱਲ ਉੱਥੇ ਸ਼ਾਇਦ ਲੜਕੀ ਕੋਈ ਨਹੀਂ ਸੀ, ਸਾਰੇ ਲੜਕੇ ਹੀ ਸਨ, ਇਸ ਕਰਕੇ ਵੀ ਬਹੁਤ ਜ਼ਿਆਦਾ ਦਿੱਕਤ ਆਈ ਕਿ ਲੜਕੇ ਆਲਰੇਡੀ ਮਤਲਬ ਬਾਕੀ ਕਿਚੜ ਵਾਲੀ ਤਾਂ ਗੱਲ ਹੁੰਦੀ ਹੈ। ਇਸੇ ਕਰਕੇ ਮੈਂ ਥੀਏਟਰ ਆਰਟਿਸਟ ਵੀ ਸੀ, ਮੈਂ ਐਸੇ ਪ੍ਰੋਬਲਮ ਕਰਕੇ ਮੈਂ ਆਪਣਾ ਥੀਏਟਰ ਦੀ ਜਿਹੜੀ ਕਲਾ ਸੀ, ਟੈਲੈਂਟ ਸੀ, ਉਹਦਾ ਵੀ ਗਲਾ ਘੋਟਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ। ਮੈਂ ਆਪਣਾ ਜਦੋਂ ਵੀ ਨਾਟਕ ਵਾਸਤੇ ਜਾਂਦੀ ਸੀ ਔਰ ਉੱਥੇ ਬਹੁਤ ਜ਼ਿਆਦਾ ਗਲਤ ਗੱਲਾਂ, ਈਵਨ ਗਲਤ ਮੈਸੇजेस WhatsApp ਤੇ, ਗਲਤ ਵੀਡੀਓਜ਼ ਫੋਟੋਜ਼ ਦਾ ਆਣਾ, ਔਰ ਮੈਂ ਆਪਣੇ ਟੈਲੈਂਟ ਦਾ ਉੱਥੇ ਵੀ ਗਲਾ ਘੋਟਿਆ। ਔਰ ਮੀਡੀਆ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ, ਕੈਮਰਾਮੈਨ ਨੇ ਜਾਂ ਹੋਰ ਰਿਪੋਰਟਰਸ ਨੇ, ਹੋਰ ਕੋਈ ਕੁੜੀ ਨਾ ਹੋਣ ਕਰਕੇ ਜਿਹੜਾ ਉਹ ਕ੍ਰਸ਼ ਨੂੰ ਲੈ ਕੇ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਮਰ ਇਦਾਂ ਦੀ ਹੁੰਦੀ ਹੈ, ਪਰ ਹਰੇਕ ਕੁੜੀ ਇਹੋ ਜਿਹੀ ਅਸੈਪਟੈਂਸ ਨਹੀਂ ਕਰਦੀ, ਇਹ ਉਹਨਾਂ ਨੂੰ ਕੌਣ ਸਮਝਾਵੇ। ਸੋ ਉੱਥੇ ਮੈਨੂੰ ਪ੍ਰੋਬਲਮ ਆਈ। ਮੈਂ ਸਿਰਫ 1.5 ਮਹੀਨਾ ਉੱਥੇ ਕੰਮ ਕੀਤਾ ਔਰ ਮੈਨੂੰ ਛੱਡ ਕੇ ਜਾਣਾ ਪਿਆ ਔਰ ਮੈਨੂੰ ਉੱਥੇ ਕੁਝ ਵੀ ਨਹੀਂ ਮਿਲਿਆ, ਮਤਲਬ ਤਨਖਾਹ ਦੇ ਰੂਪ ਦੇ ਵਿੱਚ 1 ਰੁਪਈਆ ਵੀ ਜਿਹੜਾ ਉੱਥੋਂ ਮੈਨੂੰ ਨਹੀਂ ਮਿਲਿਆ ਕਿਉਂਕਿ ਉਸ ਟਾਈਮ ਤੇ ਸ਼ਾਇਦ ਮੇਰੇ ਨਾਲ ਹੋਇਆ, ਇੰਨੀ ਮੇਰੇ 'ਚ ਹਿੰਮਤ ਨਹੀਂ ਸੀ ਬਚੀ ਕਿ ਮੈਂ ਉਹਨਾਂ ਦਾ ਕਰਾਰਾ ਜਵਾਬ ਦਿੰਦੀ। ਪਰ ਉਸ ਤੋਂ ਬਾਅਦ ਜਿੰਨੀ ਵਾਰੀ ਵੀ ਜੋ ਮੇਰੇ ਨਾਲ ਹੋਇਆ, ਮੈਂ ਉਹਨਾਂ ਦਾ ਹਰ ਜਗ੍ਹਾ ਤੇ ਕਰਾਰਾ ਜਵਾਬ ਦਿੱਤਾ। ਜੀ ਗੱਲ ਕਰ ਰਹੇ ਸੀ ਆਪਾਂ ਰਬੀਨਾ ਜੋਲੀ ਦੀ, ਵਾਪਸ ਉੱਥੇ ਆਈਏ ਕਿਉਂਕਿ ਤੁਹਾਡੇ ਨਾਲ ਘੰਟਿਆਂ ਬੱਧੀ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ। ਤੁਹਾਡੇ ਤੋਂ ਮੋਟੀਵੇਸ਼ਨ, ਇੱਕ ਪ੍ਰੇਰਣਾ ਲਈ ਜਾ ਸਕਦੀ ਹੈ। ਜਿਹੜੀਆਂ ਸਾਡੀਆਂ ਬੱਚੀਆਂ, ਬੀਬੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਨੇ, ਉਹਨਾਂ ਦੀ ਇੱਕ ਗਾਈਡ ਹੋ ਤੁਸੀਂ ਇਹਨਾਂ ਛੋਟੇ ਬੱਚਿਆਂ ਨੂੰ ਕਿਵੇਂ ਟ੍ਰੇਨਡ ਕਰ ਰਹੇ ਹੋ? ਇਹ ਸਾਰੇ ਭਿਆਨਕ ਦ੍ਰਿਸ਼ ਦੇ ਵਿੱਚੋਂ ਤੁਸੀਂ ਆਪ ਖੁਦ ਲੰਘੇ ਹੋ। ਤੁਹਾਡੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਘੱਟੋ ਘੱਟ 50 ਵਾਰੀ ਸ਼ੋਸ਼ਣ ਹੋਣ ਦਾ ਯਤਨ ਕੀਤਾ, ਪਰ ਤੁਹਾਡੀ ਸ਼ਖਸੀਅਤ ਨੇ, ਚੰਗੀ ਸੋਚ ਨੇ, ਪੋਜ਼ਿਟਿਵ ਸੋਚ ਨੇ ਉਹਨੂੰ ਸੱਚ ਦੇ ਹਮਲਿਆਂ ਨਾਲ ਪਛਾੜ ਕੇ ਪਿੱਛੇ ਕੀਤਾ। ਇਹ ਬੜੀ ਵੱਡੀ ਸ਼ਕਤੀ ਹੈ, ਬੜੀ ਵੱਡੀ ਤਾਕਤ ਹੈ। ਤੇ ਇਹਦੇ ਕਰਕੇ ਜਿਹੜਾ ਬੱਚਿਆਂ ਨੂੰ ਦਿਮਾਗ, ਮਾਈਂਡ ਸੈਟ ਕਰਨਾ, ਥੋੜਾ ਜਿਹਾ ਇਹਦੇ ਬਾਰੇ ਜ਼ਿਕਰ ਕਰੋ। ਘੜੀ ਤੇਜ਼ ਚੱਲਣ ਲੱਗ ਪਈ ਹੈ, ਗੱਲਾਂ ਬਹੁਤ ਨੇ ਮਨ ਦੇ ਵਿੱਚ ਜੀ ਮੈਂ ਇੱਕ ਸਕੂਲ ਦੇ ਵਿੱਚ ਜੌਬ ਕਰਦੀ ਸੀ ਐਜ਼ ਅ ਮੈਥ ਟੀਚਰ। ਮੈਂ ਆਪ 4 ਮਾਸਟਰ ਡਿਗਰੀ ਕੀਤੀਆਂ, MSc ਮੈਥ, MSc ਕੰਪਿਊਟਰ ਸਾਇੰਸ, MEd, ਔਰ ਇਸ ਵੇਲੇ ਮੈਂ MA ਪੰਜਾਬੀ ਕਰ ਰਹੀ ਹਾਂ। ਔਰ ਜਦੋਂ ਇਹ ਕਰੋਨਾ ਆਇਆ, ਉਸ ਦੌਰਾਨ ਮੇਰੀ ਜੌਬ ਛੁੱਟ ਗਈ ਹੈ, ਪਰ ਉਹ ਜੌਬ ਜਦੋਂ ਛੁੱਟ ਗਈ ਤੁਹਾਨੂੰ ਘਰ ਬੈਠਣਾ ਪੈਣਾ ਹੈ, ਬਹੁਤ ਸਾਰੀਆਂ ਗੱਲਾਂ ਨੇ ਔਰ ਮੈਂ ਕਦੀ ਘਰ ਬੈਠੀ ਨਹੀਂ ਸੀ, ਮੈਨੂੰ ਬਹੁਤ ਔਖਾ ਲੱਗ ਰਿਹਾ ਸੀ। ਸੋ ਮੈਂ ਆਪਣੇ ਆਪ ਨੂੰ
ਜਿਹੜਾ ਹੈ ਉਹ ਘਰ 'ਚ ਬੈਠ ਕੇ ਸਮਾਂ ਨਹੀਂ ਸੀ ਗਵਾਉਣਾ ਚਾਹੁੰਦੀ ਔਰ ਉਸੇ ਦੌਰਾਨ ਮੈਂ ਇੱਕ ਵਰਲਡ ਰਿਕਾਰਡ ਬਣਾਇਆ ਔਰ ਵਰਲਡ ਰਿਕਾਰਡ ਤੋਂ ਬਾਅਦ ਮੈਂ ਇਹੋ ਜਿਹੀ ਟ੍ਰੇਨਿੰਗ ਲਈ ਜਿਹਦੇ ਵਿੱਚ ਮੈਂ ਥੋੜਾ ਜਿਹਾ ਜਿਹੜਾ ਵਾਪਸ ਆਪਣੇ ਆਪ ਨੂੰ ਇੰਡੀਪੈਂਡੈਂਟ ਕਰ ਸਕਾਂ ਐਜ਼ ਅ ਫਾਈਨੈਂਸ਼ੀਅਲ ਰੂਪ ਦੇ ਵਿੱਚ। ਤੇ ਮੈਂ ਇੱਕ ਟ੍ਰੇਨਿੰਗ ਲਿੱਤੀ ਜਿਹਦੇ ਵਿੱਚ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੂੰ ਇਹੋ ਜਿਹੀ ਜਿਹੜਾ ਗੁਰ ਦਿੱਤਾ ਜਿਹਦੇ ਵਿੱਚ ਜਿਵੇਂ ਕਿਸੇ ਬੱਚੇ ਨੂੰ ਉਹਨਾਂ ਦੇ ਕਿਸੇ ਵੀ ਸਬਜੈਕਟ ਦੇ ਵਿੱਚ ਲਾਈਕ ਜਿਵੇਂ ਮੈਨੂੰ ਇੰਗਲਿਸ਼ ਵਿੱਚ ਮੁਸ਼ਕਿਲ ਹੈ ਮੈਂ ਉਹਨੂੰ ਕ੍ਰੈਮਿੰਗ ਕਰਦੀ ਆ, ਮੈਨੂੰ 50% ਨੰਬਰ ਲੈਣ ਵਾਸਤੇ ਬਹੁਤ ਚੰਗੀ ਤਰ੍ਹਾਂ ਉਹਨੂੰ ਘੋਟਾ ਲਗਾਉਣਾ ਪੈਂਦਾ ਤੇ ਇਹੋ ਜਿਹੇ ਬਹੁਤ ਸਾਰੇ ਬੱਚਿਆਂ ਨੂੰ ਕਿਸੇ ਨੂੰ ਮੈਥਸ ਦੇ ਵਿੱਚ ਮੁਸ਼ਕਿਲ ਹੈ, ਕਿਸੇ ਨੂੰ ਸਾਇੰਸ ਦੇ ਵਿੱਚ ਮੁਸ਼ਕਿਲ ਹੈ। ਉਹ ਸਾਰੀਆਂ ਪ੍ਰੋਬਲਮਸ ਤਾਂ ਦੂਰ ਹੋਣਗੀਆਂ ਜੇ ਤੁਹਾਡਾ ਬੱਚਾ ਸ਼ਾਏ ਹੈ ਉਹਦੀ ਸ਼ਾਈਨੈਸ ਖਤਮ ਹੋ ਜਾਏਗੀ, ਘਰ ਮਹਿਮਾਨ ਆਂਦੇ ਬੱਚਾ ਤੁਹਾਡਾ ਛੁਪ ਕੇ ਬੈਠ ਜਾਂਦਾ ਹੈ ਜਾਂ ਉਹ ਇੱਕ ਪੇਜ ਨੂੰ ਲਰਨ ਕਰਨ ਲੱਗੇ 1 ਘੰਟਾ ਲਗਾ ਦਿੰਦਾ ਹੈ ਦੈਨ ਉਹ ਫਿਰ ਵੀ ਸ਼ੋਰ ਨਹੀਂ ਹੈ ਕਿ ਕੱਲ ਉਹ ਟੀਚਰ ਨੂੰ ਜਾ ਕੇ ਬਿਲਕੁਲ ਸਹੀ ਸੁਣਾ ਪਾਏਗਾ ਜਾਂ ਨਹੀਂ, ਉਹ ਬੱਚਾ ਡਰਦਾ ਹੈ। ਇਹੋ ਜਿਹੀ ਸਾਰੀਆਂ ਪ੍ਰੋਬਲਮਸ ਤੋਂ ਛੁਟਕਾਰਾ ਮਿਲੇਗਾ। ਇਹ ਇਹੋ ਜਿਹੀ ਟ੍ਰੇਨਿੰਗ ਹੈ, ਸਿਰਫ 16 ਦਿਨ ਦੀ ਟ੍ਰੇਨਿੰਗ ਹੈ ਔਰ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚੇ ਇਹ ਟ੍ਰੇਨਿੰਗ ਲੈਂਦੇ। ਪਲੱਸ ਇਹਦੇ ਵਿੱਚ ਇੱਕ ਫਾਇਦਾ ਇਹ ਆ ਜਾਂਦਾ ਹੈ ਕਿ ਬੱਚੇ ਅੱਖਾਂ ਤੇ ਪੱਟੀ ਬਣ ਕੇ ਕੁਝ ਵੀ ਦੇਖ ਸਕਦੇ, ਲਿਖ ਸਕਦੇ, ਪੜ੍ਹ ਸਕਦੇ, ਉੜਦੇ ਪੰਛੀ ਵੀ ਗਿਣ ਸਕਦੇ। ਇਹ ਗੱਲ ਅੱਖਾਂ ਤੇ ਪੱਟੀ ਬਣ ਕੇ ਇਹ ਸਾਰਾ ਕੁਝ ਕਰ ਸਕਦੇ ਆ। ਸੋ ਇਹਦਾ ਮਤਲਬ ਹੈ ਰਬੀਨਾ ਜ਼ੌਲੀ ਨੂੰ ਤਿਆਰ ਕਰਨ ਦੇ ਵਿੱਚ ਉਹਨਾਂ ਦੀ ਇੰਟਰਵਿਊ ਬਹੁਤ ਲੋਕਾਂ ਨੇ ਪਸੰਦ ਕੀਤੀ। ਸੋ ਉਹਨੂੰ ਤਿਆਰ ਕਰਨ ਵਾਲੇ ਤੁਸੀਂ ਹੋ, ਡਾਕਟਰ ਆਤਮਜੀਤ ਕੌਰ। ਅੱਛਾ, ਉਹ ਕਿਵੇਂ ਹੁੰਦਾ ਹੈ? ਕਿਉਂਕਿ ਕੁਝ ਲੋਕ ਥੱਲੇ ਕਮੈਂਟ ਲਿਖ ਰਹੇ ਸੀ ਨਹੀਂ ਜੀ, ਮੈਂ ਵੀ ਉਹਨਾਂ ਨੂੰ ਬੱਚੀ ਨੂੰ ਪੁੱਛਿਆ ਸੀ ਕਿ ਕਿਤੇ ਇਹ ਤਾਂ ਨਹੀਂ ਪੱਟੀ ਦੇ ਵਿੱਚ ਕੋਈ ਇਹੋ ਜਿਹਾ ਲੈਂਜ ਲਾਇਆ ਜਿਹੜਾ ਕਾਲੇ ਦੇ ਵਿੱਚੋਂ ਸਾਰਾ ਕੁਝ ਦਿਖਦਾ ਹੈ ਜਾਂ ਥੱਲੋਂ ਤੁਹਾਨੂੰ ਮਾੜਾ ਮੋਟਾ ਦਿਖਦਾ ਹੈ। ਉਹ ਤਾਂ ਬੱਚੀ ਇੱਕ ਇੱਕ ਤਾਸ਼ ਦੇ ਪੱਤੇ ਦੱਸ ਰਹੀ ਸੀ, ਪੰਨਾ ਨੰਬਰ ਦੱਸ ਰਹੀ ਸੀ, ਨੋਟ ਨੰਬਰ ਦੱਸ ਰਹੀ ਸੀ। ਇਹ ਸਾਰਾ ਕੁਝ ਕਿਵੇਂ ਹੁੰਦਾ ਹੈ? ਜੀ ਉਸ ਪੱਟੀ ਦੇ ਵਿੱਚ ਕੋਈ ਵੀ ਏਦਾਂ ਦਾ ਲੈਂਸ ਨਹੀਂ ਲੱਗਾ, ਬਲਕਿ ਅਗਰ ਤੁਸੀਂ ਉਸ ਬੱਚੇ ਦੇ ਅੱਖਾਂ ਤੇ ਪਹਿਲਾਂ ਕਾਟਨ ਰੱਖ ਦਿਓ, ਖੁੱਲੀ ਅੱਖ ਤੇ ਕਾਟਨ ਰੱਖਣਾ ਇੰਪੋਸੀਬਲ ਹੈ। ਕਾਟਨ ਰੱਖ ਕੇ ਉਹ ਫਿਰ ਪੱਟੀ ਬੰਨੋ ਜਾਂ ਘਰ ਦੇ ਕੋਈ ਵੀ ਪੱਗ ਦਾ ਕੱਪੜਾ ਜਾਂ ਦੁਪੱਟੇ ਦਾ ਕੱਪੜਾ ਲੈ ਕੇ ਤੁਸੀਂ ਵੀ ਬੰਨੋਗੇ ਤੇ ਉਹ ਤਦ ਵੀ ਸੇਮ ਹੀ ਪਰਫਾਰਮੈਂਸ ਦੇਗੀ ਜੋ ਉਸ ਪੱਟੀ ਨਾਲ ਦੇਗੀ। ਜੀ ਇਹ ਗੱਲ ਬਿਲਕੁਲ ਸੱਚ ਹੈ। ਮੈਂ ਤਕਰੀਬਨ 70 ਦੇ ਕਰੀਬ ਬੱਚਿਆਂ ਨੂੰ ਟ੍ਰੇਨ ਕਰ ਚੁੱਕੀ ਹਾਂ, ਆਨਲਾਈਨ ਵੀ ਆਫਲਾਈਨ ਵੀ। ਇਹ ਸਿਰਫ ਰਬਾਨੀ ਜ਼ੌਲੀ ਦੀ ਗੱਲ ਨਹੀਂ, ਇਹੋ ਜਿਹੇ ਕਈ ਹੋਰ ਬਹੁਤ ਸਾਰੇ ਬੱਚੇ ਨੇ। ਮੇਰਾ ਇੱਕ YouTube ਚੈਨਲ ਹੈ ਜਿਹਦਾ ਨਾਮ ਹੈ ਬ੍ਰੇਨ ਪਾਵਰ ਵਿਦ ਆਤਮ, ਉਹਦੇ ਉੱਤੇ ਜਾ ਕੇ ਤੁਸੀਂ ਬਾਕੀ ਬੱਚਿਆਂ ਦੀ ਵੀ ਜਿਹੜੀ ਪਰਫਾਰਮੈਂਸ ਦੇਖ ਸਕਦੇ ਹੋ। ਕੱਲੀ ਰਬਾਨੀ ਜ਼ੌਲੀ ਦੀ ਉੱਤੇ ਗੱਲ ਨਹੀਂ ਅਪਲਾਈ ਹੁੰਦੀ, ਬਲਕਿ ਉਸਨੇ ਤਾਂ ਇੱਕ ਹੋਰ ਵੀ ਲੈਵਲ ਦੀ ਟ੍ਰੇਨਿੰਗ ਲਿੱਤੀ ਹੋਈ ਹੈ ਜਿੰਦੇ ਵਿੱਚ ਉਹ ਕੰਨ ਦੇ ਕੋਲ ਕਿਤਾਬ ਰੱਖੇਗੀ। ਇਹੋ ਜਿਹੀ ਕਿਤਾਬ, ਕੋਈ ਨੋਵਲ, ਕੋਈ ਸਟੋਰੀ ਬੁੱਕ ਤੁਸੀਂ ਉਹਨੂੰ ਦੇ ਦਿਓ ਜਿਹੜੀ ਉਹਨੇ ਕਦੀ ਨਹੀਂ ਪੜ੍ਹੀ ਪਹਿਲਾਂ, ਔਰ ਕੰਨ ਦੇ ਕੋਲ ਰੱਖੇਗੀ। 10 ਮਿੰਟ ਦੇ ਬਾਅਦ ਉਹ ਬੱਚੀ ਦੱਸ ਦੇਗੀ ਇਹ ਸਟੋਰੀ ਕੀ ਹੈ, ਇਹਦਾ ਮੋਰਲ ਥੀਮ ਕੀ ਹੈ ਔਰ ਕਿਹੜੇ ਬੇਸਿਕ ਕਿਹੜਾ ਵਰਡ ਹੈ, ਬਿਨਾਂ ਦੇਖੇ, ਬਿਨਾਂ ਖੋਲੇ। ਅੱਛਾ, ਕੰਨ ਦੇ ਕੋਲ ਰੱਖ ਕੇ 10 ਮਿੰਟ ਬਾਅਦ ਸਿਰਫ ਉਹਦੀ ਫੀਲਿੰਗ ਲੈ ਲੇਗੀ ਕਿ ਇਹਦੇ ਅੰਦਰ ਲਿਖਿਆ ਕੀ ਹੈ, ਇਹਦੀ ਸਟੋਰੀ ਕੀ ਹੈ ਤੇ ਕਿਸ ਪੇਜ ਤੇ ਕੀ ਲਿਖਿਆ ਹੋਇਆ, ਕਿਸ ਪੇਜ ਤੇ ਕੀ ਲਿਖਿਆ, ਕਿਸ ਪੇਜ ਤੇ ਕਿਹੜੀ ਫੋਟੋ ਹੈ, ਕਿਹੜੇ ਕਲਰ ਦੀ ਫੋਟੋ ਹੈ, ਉਹ ਸਾਰਾ ਕੁਝ ਐਗਜ਼ੈਕਟਲੀ ਦੱਸੇਗੀ। ਅਗਰ ਲੈਫਟ ਪੇਜ ਤੇ ਹੈ ਤਾਂ ਲੈਫਟ ਤੇ ਦੱਸੇਗੀ, ਮਿਡਲ ਚ ਹੈ ਤਾਂ ਮਿਡਲ ਚ ਦੱਸੇਗੀ, ਜੋ ਵੀ ਤੁਸੀਂ ਉਹਨੂੰ ਪੇਜ ਨੰਬਰ ਕਹੋਗੇ ਉਹ ਉਸੇ ਅਕੋਰਡਿੰਗ ਦੱਸੇਗੀ। ਵਾਹ ਜੀ, ਕੀ ਬਾਤ ਹੈ। ਬਹੁਤ ਬਾਖੂਬ ਜਿਹੜਾ ਤੁਸੀਂ ਹੁਣ ਕੰਮ ਵੀ ਕਰ ਰਹੇ ਹੋ, ਜੋ ਤੁਸੀਂ ਬੱਚਿਆਂ ਨੂੰ ਇੰਨਾ ਟ੍ਰੇਨਡ ਕਰ ਰਹੇ ਹੋ। ਤੇ ਆਤਮਜੀਤ ਜੀ, ਪੇਰੈਂਟਸ ਜਿਹੜੇ ਆ ਜਾਂ ਜਿਹੜੀਆਂ ਤੁਹਾਡੇ ਵਰਗੀਆਂ ਹੋਰ ਨੌਜਵਾਨ ਭੈਣਾਂ ਆ, ਉਹਨਾਂ ਲਈ ਕੀ ਮੈਸੇਜ ਹੋਊਗਾ ਜਿਹੜੀਆਂ ਸੁਪਨੇ ਤਾਂ ਬੜੇ ਲੈ ਕੇ ਬੈਠੀਆਂ ਪਰ ਕਿਤੇ ਨਾ ਕਿਤੇ ਸਮਾਜ ਦੇ ਡਰ ਜਾਂ ਇਹੋ ਜਿਹੇ ਗੰਦੀ ਸੋਚ ਵਾਲੇ ਦਰਿੰਦਿਆਂ ਦੇ ਡਰ ਤੋਂ ਉਹ ਆਪਣੇ ਸੁਪਨੇ ਅੰਦਰ ਹੀ ਰੱਖ ਲੈਂਦੀਆਂ ਤੇ ਕਈ ਵਾਰੀ ਸਾਰੀ ਉਮਰ ਨਿਕਲ ਜਾਂਦੀ। ਮੈਂ ਇੱਕ ਕਿਸੇ ਦੇ ਨਾਲ ਗੱਲ ਕਰ ਰਹੀ ਸੀ, ਉਹ ਭੈਣ ਕਹਿੰਦੀ ਕਿ ਮੇਰੀਆਂ ਬੱਚੀਆਂ ਪੜ੍ਹ ਰਹੀਆਂ ਤੇ ਮੈਂ ਪੜ੍ਹ ਰਹੀ ਹਾਂ, ਮੈਂ ਅਨਪੜ੍ਹ ਸੀ, ਮੈਂ ਨਹੀਂ ਪੜ੍ਹ ਸਕੀ ਸੀ, ਕੋਈ ਇਹੋ ਜਿਹਾ ਮੇਰੀ ਜ਼ਿੰਦਗੀ 'ਚ ਕੁਝ ਹੋ ਗਿਆ ਸੀ। ਉਹਨਾਂ ਨੇ ਉਹ ਤਾਂ ਨਹੀਂ ਦੱਸਿਆ, ਪਰ ਉਹ ਕਹਿੰਦੇ ਕਿ ਮੈਂ ਉਹ ਸੁਪਨੇ, ਆਪਣੀ ਪੜ੍ਹਾਈ, ਆਪਣੇ ਸੁਪਨੇ ਆਪਣੀਆਂ ਬੱਚੀਆਂ ਦੀਆਂ ਅੱਖਾਂ 'ਚ ਦੇਖ ਰਹੀ ਹਾਂ। ਸੋ ਜਿਹੜੀਆਂ ਭੈਣਾਂ ਡਰ ਕੇ ਜਾਂ ਜਿਹੜੀਆਂ ਆਪਣੇ ਸੁਪਨੇ ਦਿਲ ਦੇ ਵਿੱਚ ਦੱਬ ਲੈਂਦੀਆਂ, ਉਹਨਾਂ ਲਈ ਕੀ ਮੈਸੇਜ ਹੋਊਗਾ? ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ, ਮੇਰੇ ਮਦਰ ਵੀ ਬਿਲਕੁਲ ਅਨਪੜ੍ਹ ਸੀ ਔਰ ਉਹ ਆਪਣੇ ਸਾਰੇ ਸੁਪਨੇ ਮੇਰੇ ਚੋਂ ਹੀ ਪੂਰਾ ਕਰਨਾ ਚਾਹੁੰਦੇ, ਕਿਉਂਕਿ ਵਿਚਾਰੇ ਮਸਾਂ ਹੀ 5 ਸਾਲ ਦੇ ਹੋਣੇ ਜਦੋਂ ਉਹਨਾਂ ਦੀ ਮਦਰ ਗੁਜ਼ਰ ਗਈ। ਉਹਨਾਂ ਦੀ ਵੀ ਕੋਈ ਭੈਣ ਨਹੀਂ ਸੀ, 2 ਬ੍ਰਦਰ ਸਨ ਤੇ ਇੱਕ ਪਿਓ ਸੀ, ਔਰ ਪਿਓ ਕਹਿੰਦਾ ਹੁੰਦਾ ਸੀ ਪੜ੍ਹਨ ਦਾ ਨਾਂ ਲਿਆਣਾ, ਸਕੂਲੇ ਜਾਣ ਦਾ ਨਾਂ ਲਿਆਣਾ ਤੇ ਗਲਾ ਘੋੜ ਦੂੰਗਾ। ਤੇ ਸਾਰੀ ਉਮਰ ਉਹਨਾਂ ਨੇ ਰੋਟੀਆਂ ਬਣਾਉਂਦੀ ਰਹੀ ਔਰ ਉਹਨੇ ਮੈਨੂੰ ਪੜ੍ਹਾ ਕੇ ਆਪਣਾ ਸੁਪਨਾ ਪੂਰਾ ਕੀਤਾ। ਪਰ ਅੱਜ ਮੈਂ ਆਪਣੀ ਮਾਂ ਤੋਂ ਜਿਹੜੇ ਉਹ ਮਾਫੀ ਮੰਗਦੀ ਹੈ ਕਿਉਂਕਿ ਮੈਂ ਉਹਦਾ ਇੱਕ ਸੁਪਨਾ ਨਹੀਂ ਪੂਰਾ ਕਰ ਸਕੀ। ਉਹ ਚਾਹੁੰਦੇ ਸੀ ਕਿ ਮੈਂ ਗੱਤਕਾ ਸਿੱਖਾਂ, ਬਟ ਹੁਣ ਮੈਂ ਉਹ ਆਪਣੀ ਬੱਚੀ ਤੋਂ ਚਾਹੁੰਦੀ ਹਾਂ ਕਿਉਂਕਿ ਉਹ 3.5 ਸਾਲ ਦੀ ਹੋ 6 ਮਹੀਨਿਆਂ ਤੱਕ ਉਹ ਐਲੀਜੀਬਲ ਹੋ ਜਾਏਗੀ ਗੱਤਕਾ ਸਿੱਖਣ ਲਈ, ਔਰ ਮੈਂ ਉਹਨਾਂ ਦਾ ਸੁਪਨਾ ਉਹ ਇਸ ਆਪਣੀ ਬੇਟੀ ਤੋਂ ਪੂਰਾ ਕਰਾਵਾਂਗੀ। ਦੂਜੀ ਗੱਲ, ਅਖਬਾਰਾਂ ਦੇ ਵਿੱਚ ਤੁਸੀਂ ਦੇਖੋਗੇ ਹਰ ਜਗ੍ਹਾ ਤੇ ਨੈਗੇਟਿਵਿਟੀ ਭਰੀ ਹੋਈ ਹੈ। ਆਪਾਂ ਬਾਹਰ ਸਮਾਜ ਦੀ ਕਿਉਂ ਗੱਲ ਕਰੀਏ, ਆਪਣੇ ਘਰੇ ਵੀ
ਬੱਚੀਆਂ ਜਿਹੜੀਆਂ ਉਹ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ। ਮੈਂ ਇਹੋ ਜਿਹੇ ਵੀ ਕਈ ਸਕੂਲਾਂ ਦੇ ਵਿੱਚ ਪੜਾਇਆ ਹੈ ਜਿੱਥੇ ਮੈਨੂੰ ਪ੍ਰਿੰਸੀਪਲ ਨੇ ਇੱਕ ਗੱਲ ਕਹੀ ਸੀ ਕਿ ਇਹਨਾਂ ਕੋਲੋਂ ਕੁਛ ਨਾ ਪੁੱਛੀ, ਈਵਨ ਨਰਸਰੀ ਕਲਾਸ ਦੇ ਬੱਚੇ ਦੇ ਆਪਾਂ ਐਕਸ਼ਨ ਦੇਖੀਏ ਤੇ ਉਹ ਤੁਹਾਨੂੰ ਬਹੁਤ ਹੀ ਇੱਕ ਤਰ੍ਹਾਂ ਦੇਖਣ ਨੂੰ ਗੰਦੇ ਲੱਗਣ, ਕਿਉਂਕਿ ਉਹ ਇਹੋ ਜਿਹੇ ਬੱਚੇ ਜਿਹੜੇ ਆਪਣੇ ਮਾਮੇ ਤੋਂ, ਚਾਚੇ ਤੋਂ, ਈਵਨ ਆਪਣੇ ਫਾਦਰ ਤੋਂ ਵੀ ਜਿਹੜੇ ਉਹ ਸ਼ੋਸ਼ਲ ਹੋ ਰਹੇ ਨੇ, ਔਰ ਉਹ ਬੱਚੇ ਤਾਂ ਬੋਲ ਵੀ ਨਹੀਂ ਸਕਦੇ। ਅਸੀਂ ਤਾਂ ਸਮਝਦਾਰ ਆ, ਅਸੀਂ ਸਿਆਣੇ ਆ, ਇਸ ਸਿਚੁਏਸ਼ਨ ਚੋਂ ਬਾਹਰ ਨਿਕਲ ਆਏ ਆ। ਮੈਂ 22 ਸਾਲ ਦੀ ਸੀ ਜਦੋਂ ਮੇਰੇ ਨਾਲ ਪਹਿਲੀ ਵਾਰੀ ਏਦਾਂ ਹੋਇਆ। ਉਹ ਤਾਂ ਬੱਚੇ ਬਹੁਤ ਛੋਟੇ, ਉਹ ਕੀ ਬੋਲਣਗੇ ਜਿਨ੍ਹਾਂ ਨਾਲ ਇੰਨੇ ਉਮਰ ਤੋਂ ਹੋਏ। ਤੇ ਆਪਾਂ ਸਮਾਜ ਦੇ ਡਰ ਨੂੰ ਅਗਰ ਲੈ ਕੇ ਬੈਠੇ ਰਹਾਂਗੇ ਨਾ, ਤੇ ਫਿਰ ਅਸੀਂ ਕੁਝ ਨਹੀਂ ਕਰਦੇ। ਅਸੀਂ ਕੀ ਅੱਗੋਂ ਸਾਡੀਆਂ ਬੱਚੀਆਂ ਵੀ ਨਹੀਂ ਕੁਝ ਕਰ ਸਕਦੀਆਂ। ਜੋ ਸਾਡੇ ਨਾਲ ਹੋਇਆ ਅਸੀਂ ਆਪਣੇ ਬੱਚਿਆਂ ਨੂੰ ਵੀ ਉਦਾਂ ਹੀ ਜਿਹੜਾ ਉਹ ਰੱਖਾਂਗੇ। ਸੋ ਇਹ ਚੀਜ਼ ਛੱਡ ਕੇ ਆਪਾਂ ਨੂੰ ਬਾਹਰ ਨਿਕਲਣਾ ਪੈਣਾ ਹੈ। ਆਪਣੇ ਆਪ ਦੀ ਮੋਟੀਵੇਸ਼ਨ ਦਾ ਰਸਤਾ ਸਾਨੂੰ ਆਪ ਹੀ ਫਰੋਲਣਾ ਪੈਣਾ ਹੈ। ਜਿਵੇਂ ਮੈਂ ਲੱਭਿਆ, ਮਲਮ ਪੱਟੀ ਦਾ ਰਸਤਾ ਲੱਭਿਆ, ਪਲਾਂਟੇਸ਼ਨ ਦਾ ਰਸਤਾ ਲੱਭਿਆ, ਬਲੱਡ ਡੋਨੇਸ਼ਨ ਦਾ ਰਸਤਾ ਲੱਭਿਆ, ਜਿੱਥੇ ਇਹੋ ਜਿਹੇ ਵੀ ਲੋਕ ਸਨ ਜਿਨ੍ਹਾਂ ਨੇ ਤੁਹਾਨੂੰ ਮੋਟੀਵੇਟ ਕੀਤਾ। ਕਈ ਭਰਾ ਬਣ ਕੇ ਨਾਲ ਖੜੇ ਹੋਏ, ਬੋਲ ਤੂੰ ਰਾਤੀ 2 ਵਜੇ ਤੈਨੂੰ ਬਲੱਡ ਦੀ ਲੋੜ ਹੈ, ਮੈਂ ਦੇਣਾ ਵਾ, ਗੱਲ ਕਰ ਕਿੰਨੇ ਯੂਨਿਟ ਦੀ ਲੋੜ ਹੈ। ਈਵਨ ਮੈਂ ਖੁਦ ਡੋਨੇਟ ਕਰਦੀ ਸੀ, ਇਸ ਕਰਕੇ ਮੈਨੂੰ ਉਹਦੇ ਬਦਲੇ ਜਿਹੜਾ ਉਹ ਕੋਈ ਬੰਦਾ ਦੇਣ ਦੀ ਲੋੜ ਨਹੀਂ ਸੀ ਪੈਂਦੀ। ਆਮ ਤੌਰ ਤੇ ਉਹ ਤੁਹਾਡੇ ਕੋਲ ਜੇ ਤੁਹਾਨੂੰ 1 ਯੂਨਿਟ ਦਿੰਦੇ ਤੇ ਇੱਕ ਤੁਹਾਡੇ ਕੋਲ ਬੰਦੇ ਕੋਲ ਡੋਨੇਟ ਕਰਵਾਉਂਦੇ। ਇਹੋ ਜਿਹੇ ਕਈ ਭਰਾ ਨਾਲ ਬਣ ਕੇ ਵੀ ਖੜੇ ਹੋਏ, ਔਰ ਆਪਣੇ ਆਪ ਨੂੰ ਮੈਂ ਇਸ ਲੈਵਲ ਤੇ ਲੈ ਕੇ ਆਈ ਕਿ ਕਈ ਜਗ੍ਹਾ ਤੇ ਜੌਬ ਵੀ ਛੁੱਟ ਜਾਂਦੀ ਸੀ। ਈਵਨ ਮੈਂ ਤਦ ਵੀ ਆਪਣੇ ਫਾਦਰ ਬ੍ਰਦਰ ਨੂੰ ਨਹੀਂ ਸੀ ਦੱਸਦੀ, ਔਰ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਸੀ ਅਗਲੀ ਜੌਬ ਲੱਭਣ ਦੀ। ਔਰ ਕਈ ਵਾਰੀ 1-1 ਮਹੀਨਾ ਮੈਂ ਜਿਹੜਾ ਉਹ ਜੌਬ ਨਹੀਂ ਸੀ ਮਿਲਦੀ, ਪਰ ਮੈਂ ਰੋਜ਼ ਘਰੋਂ ਜਿਹੜੇ ਉਹ ਸਕੂਲ ਦੇ ਟਾਈਮ ਤੇ ਨਿਕਲ ਜਾਂਦੀ ਸੀ। ਸਕੂਲ ਦੇ ਟਾਈਮ ਤੇ ਆ ਕੇ ਮੈਂ ਘਰ ਬੈਠ ਜਾਂਦੀ ਸੀ, ਔਰ ਰੋਟੀ ਪਾਣੀ ਉਹ ਜਿਹੜਾ ਸਾਰਾ ਘਰ ਦਾ ਕੰਮ ਮੈਂ ਕਰਦੀ ਸੀ। 1-1 ਮਹੀਨਾ ਮੈਂ ਸੜਕਾਂ ਤੇ ਜੌਬ ਲੱਭਣ ਵਾਸਤੇ ਜਿਹੜੀ ਉਹ ਫਿਰਦੀ ਰਹਿੰਦੀ। ਤੇ ਜੇ ਮੈਂ ਵੀ ਉਹਨਾਂ ਵਾਂਗੂ ਇਹੀ ਸੋਚ ਕੇ ਬੈਠ ਜਾਂਦੀ ਤੇ ਫਿਰ ਪਤਾ ਹੀ ਨਹੀਂ ਲੱਗਾ ਕਿ ਕਦੋਂ ਆਪਾਂ ਘੰਟਾ ਭਰ ਖੁੱਲ੍ਹ ਕੇ ਤੁਹਾਡੇ ਹਿਰਦੇ ਦੀਆਂ ਦਰਦਨਾਕ ਤੇ ਸੰਵੇਦਨਸ਼ੀਲ ਗੱਲਾਂ ਨੂੰ ਸੁਣਦੇ ਰਹੇ। ਪਤਾ ਲੱਗਾ ਜਿਹੜੇ ਮੈਂ ਰਿਕਾਰਡ ਦੇਖੇ ਨੇ ਕਿ ਇੱਕ ਵਰਲਡ ਰੈਕਡ ਤੁਸੀਂ ਬਣਾਇਆ ਹੈ, ਉਹਦੇ ਬਾਰੇ ਜਾਂਦੇ ਜਾਂਦੇ 2-3 ਮਿੰਟਾਂ ਜ਼ਰੂਰ ਦੱਸ ਕੇ ਜਾਓ। ਤੁਹਾਡੇ ਨਾਲ ਵਾਅਦਾ ਹੈ ਕਿ ਹਰ ਮਹੀਨੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਬੀਬਾ ਬਲਜਿੰਦਰ ਕੌਰ ਜੀ ਵੀ ਇਸ਼ਾਰਾ ਕਰ ਰਹੇ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ, ਕੁਝ ਨਾ ਕੁਝ ਸਿੱਖਿਆ ਕਰਾਂਗੇ, ਤਾਂ ਜੋ ਸਾਡੀਆਂ ਬੱਚੀਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਇਹਦੀਆਂ ਸ਼ਿਕਾਰ ਹੋ ਸਕਦੀਆਂ ਨੇ ਜਾਂ ਸ਼ਿਕਾਰ ਹੋਣ ਦੇ ਬਿਲਕੁਲ ਲਾਗੇ ਨੇ, ਉਹਨਾਂ ਨੂੰ ਡਾਕਟਰ ਆਤਮਜੀਤ ਕੌਰ ਕਿਵੇਂ ਹੋਰ ਉੱਪਰ ਲਿਜਾ ਸਕਦੀ ਹੈ। ਆਪਣੇ ਰਿਵਾਰਡ ਬਾਰੇ ਜ਼ਿਕਰ ਕਰੋ ਕਿ ਵਰਲਡ ਰੈਕਡ ਕਿਵੇਂ ਬਣਾਇਆ ਜੀ। ਜੀ, ਜਿਵੇਂ ਕਿ ਦੱਸਿਆ ਕਿ ਕਰੋਨਾ ਦੇ ਦੌਰਾਨ ਜਿਹੜੀ ਜੌਬ ਛੁੱਟੀ ਹੈ ਤੇ ਮੈਂ ਘਰ ਨਹੀਂ ਸੀ ਬੈਠ ਸਕਦੀ, ਇਸ ਕਰਕੇ ਕੁਝ ਨਵਾਂ ਕਰਨ ਦੇ ਚਾਹਤ ਵੀ ਸੀ। ਔਰ 1 ਸਾਲ ਪਹਿਲਾਂ ਯਾਨੀ ਕਿ 2019 ਦੇ ਵਿੱਚ ਆਪਣੇ ਸ਼ਿਮਲੇ ਤੋਂ ਸਰਬਜੀਤ ਸਿੰਘ ਬੋਬੀ ਜੀ ਹੈ ਨੇ, ਉਹਨਾਂ ਨੂੰ ਵੇਲਾ ਬੋਬੀ ਕਿਹਾ ਜਾਂਦਾ, ਉਹਨਾਂ ਦਾ ਨਾਮ ਹੈ ਵੇਲਾ ਬੋਬੀ। ਬੜੀ ਅੱਛੀ ਸ਼ਖਸੀਅਤ ਹੈ, ਉਹਨੂੰ ਸੁਣਨਾ ਚਾਹੀਦਾ ਹੈ। ਉਹਦੀਆਂ ਗੱਲਾਂ ਤੁਹਾਡੇ ਅੰਦਰ ਨਵੀਂ ਰੂਹ ਭਰ ਦੇਣਗੀਆਂ, ਉਹ ਤੁਹਾਨੂੰ ਬਾਕੀ ਕੁਝ ਕਰਨ ਦੇ ਲਈ ਨਵਾਂ ਜਜ਼ਬਾ ਦੇਣਗੀਆਂ। ਉਹਨਾਂ ਦੇ ਅੱਗੇ ਤੁਹਾਨੂੰ ਜਿੰਨੀ ਹਰਾਸਮੈਂਟ ਹੋਈ ਹੈ ਨਾ, ਜੋ ਕੁਝ ਵੀ ਤੁਹਾਡੇ ਘਰ ਦੇ ਮਾਹੌਲ ਹੈ, ਤੁਹਾਨੂੰ ਸਭ ਕੁਝ ਭੁੱਲ ਜਾਏਗਾ ਔਰ ਤੁਸੀਂ ਇੱਕ ਨਵੀਂ ਰੂਹ ਭਰ ਜਾਏਗੀ। ਉਹਨਾਂ ਨੇ ਕਿਹਾ ਸੀ ਕਿ ਦੇਖੋ ਅਸੀਂ 550ਵਾਂ ਸਾਲ ਜਿਹੜਾ ਮਨਾ ਰਹੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ, ਇਹ ਨੋਟ ਕਰਨਾ ਕਿ ਅਸੀਂ ਹਰ ਜਗ੍ਹਾ ਬੜੇ ਵੱਡੇ ਕੀਰਤਨ ਸਮਾਗਮ, ਕਥਾ ਸਮਾਗਮ, ਬਹੁਤ ਵੱਡੇ ਸਮਾਗਮ ਕਰ ਰਹੇ ਹਾਂ, ਟ੍ਰਿਬਿਊਟ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ। ਕੀ ਮੈਨੂੰ ਕੋਈ ਇਹ ਦੱਸ ਸਕਦਾ ਹੈ ਕਿ 549ਵੇਂ ਜਨਮ ਦਿਨ ਨੂੰ ਵੀ ਐਸੇ ਹੀ ਤਰੀਕੇ ਨਾਲ ਮਨਾਇਆ ਗਿਆ ਸੀ, ਜਾਂ ਆਉਣ ਵਾਲਾ ਸਾਲ 551ਵਾਂ ਸਾਲ ਵੀ ਐਸੇ ਤਰੀਕੇ ਨਾਲ ਮਨਾਇਆ ਜਾਏਗਾ ਜਿਸ ਤਰ੍ਹਾਂ ਨਾਲ 550ਵਾਂ ਸਾਲ ਮਨਾਇਆ ਜਾ ਰਿਹਾ? ਮੇਰੇ ਅੰਦਰ ਇਹ ਗੱਲ ਘਰ ਕਰ ਗਈ। ਔਰ ਮਦਰ ਨੂੰ ਵੀ ਟ੍ਰਿਬਿਊਟ ਕਰਨਾ ਸੀ। 9 ਮਾਰਚ ਦੀ ਉਹਨਾਂ ਦੀ ਡੈਥ ਹੈ। 9-10 ਮਾਰਚ ਨੂੰ ਮੈਂ ਇਹ ਮੰਮਾ ਨੂੰ ਵੀ ਟ੍ਰਿਬਿਊਟ ਕਰਨਾ ਸੀ। ਗੁਰੂ ਨਾਨਕ ਦੇਵ ਜੀ ਦਾ 551ਵਾਂ ਸਾਲ ਕੁਦਰਤ ਦਾ ਟੌਪਿਕ ਲੈ ਕੇ 551 ਕਵਿਤਾਵਾਂ 48 ਘੰਟਿਆਂ ਦੇ ਵਿੱਚ ਲਿਖ ਕੇ ਪੰਜਾਬੀ ਮਾਂ ਬੋਲੀ ਦੇ ਵਿੱਚ ਇਹ ਵਰਲਡ ਰਿਕਾਰਡ ਬਣਾਇਆ ਗਿਆ। ਔਰ ਇਹ ਵਰਲਡ ਰਿਕਾਰਡ ਦੇ ਸਰਟੀਫਿਕੇਟ ਦੇ ਉੱਤੇ ਮੇਰੀ ਭਾਰੀ ਡਿਮਾਂਡ ਸੀ ਕਿ ਪਲੀਜ਼ ਇਹਦੇ ਉੱਤੇ 2 ਗੱਲਾਂ ਜ਼ਰੂਰ ਲਿਖਿਆ ਜਾਣ ਕਿ ਇਹ ਮੈਂ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਰਹੀ ਹੈ। ਤੇ ਜਿੰਨਾ ਵਰਲਡ ਰਿਕਾਰਡ ਪੰਜਾਬੀ ਮਾਂ ਬੋਲੀ ਭਾਸ਼ਾ ਦੇ ਵਿੱਚ ਜਿਹੜਾ ਹੈ ਤਿਆਰ ਕੀਤਾ ਗਿਆ। ਕੀ ਬਾਤ। ਸੋ 552 ਕਵਿਤਾਵਾਂ 48 ਘੰਟਿਆਂ ਦੇ ਵਿੱਚ ਲਿਖੀਆਂ, ਬਸ ਆਪਣੇ ਆਪ ਅੰਦਰੋਂ ਆਈ ਗਈਆਂ ਹੈ। ਇੰਨੀ ਬ੍ਰੇਨ ਦੀ ਤਿਆਰੀ ਸੀ ਗੁਰੂ ਰਾਮਦਾਸ ਜੀ। ਬਹੁਤ ਵਧੀਆ ਆਤਮਜੀਤ ਜੀ, ਤੁਸੀਂ ਬੜੇ ਹੌਸਲੇ ਤੇ ਹਿੰਮਤ ਵਾਲੇ ਹੋ। ਤੁਹਾਡੇ ਤੋਂ ਬਹੁਤ ਸਾਰੀਆਂ ਹੋਰ ਭੈਣਾਂ ਨੂੰ ਬੜੀ ਕਹਿ ਲਓ ਕਿ ਹੌਸਲਾ ਮਿਲੇਗਾ।
ਉਹਨਾਂ ਦੇ ਵੀ ਸੁਪਨੇ ਜਿਹੜੇ ਕਿਤੇ ਨਾ ਕਿਤੇ ਆਪਣੇ ਦਿਲ 'ਚ ਲਈ ਬੈਠੀਆਂ ਨੇ ਉਹ ਵੀ ਪੂਰੇ ਕਰਨ ਦੀ ਕੋਸ਼ਿਸ਼ ਕਰਨਗੀਆਂ। ਤੁਸੀਂ ਇੰਨੀ ਦੇਰ ਰਾਤ ਸਮਾਂ ਕੱਢਿਆ, ਚਾਹਾਂਗੇ ਕਿ ਟਾਈਮ ਟੂ ਟਾਈਮ ਤੁਸੀਂ ਜ਼ਰੂਰ ਆ ਕੇ ਸਾਡੇ ਨਾਲ ਗੱਲਬਾਤ ਕਰਿਆ ਕਰੋ ਔਰ ਸਾਂਝ ਪਾਇਆ ਕਰੋ। ਤੁਹਾਡੀ ਜਿਹੜੀ ਕਹਿ ਲਓ ਕਿ ਜੋ ਤੁਸੀਂ ਅਚੀਵ ਕੀਤਾ, ਜੋ ਤੁਹਾਡਾ ਸਫ਼ਰ ਆ, ਅਸੀਂ ਚਾਹੁੰਦੇ ਹਾਂ ਉਹਦੇ ਤੋਂ ਹੋਰ ਬੱਚੀਆਂ ਬਹੁਤ ਕੁਝ ਸਿੱਖ ਸਕਣ। ਸੋ ਦਿਲੋਂ ਧੰਨਵਾਦ ਹੈ ਜੀ ਤੁਹਾਡਾ ਇੰਨੀ ਲੇਟ ਸਾਨੂੰ ਸਮਾਂ ਦੇਣ ਦੇ ਲਈ। ਕੀ ਕਹੋਗੇ ਜੀ ਸਾਡੇ ਪਰਿਵਾਰਾਂ ਨੂੰ ਜਾਂਦੇ ਜਾਂਦੇ ਅਖੀਰ ਦੇ ਵਿੱਚ ਕੀ ਸੁਨੇਹਾ ਹੈ ਜੀ? ਸੁਨੇਹਾ ਇਹੀ ਹੈ ਕਿ ਪਲੀਜ਼ ਸਾਰੇ ਅੱਗੇ ਆਓ, ਬੇਟੀਆਂ ਨੂੰ ਜ਼ਰੂਰ ਅੱਗੇ ਲਿਆਓ। ਬੇਟਾ ਪੜਾਓਗੇ ਤਾਂ ਇੱਕੋ ਪਰਿਵਾਰ ਪੜੇਗਾ, ਬੇਟੀ ਪੜਾਓਗੇ ਤਾਂ ਦੋ ਪਰਿਵਾਰ ਪੂਰੀ ਕੁੱਲ ਪੜੇਗੀ। ਬੇਟੀ ਨੂੰ ਸਪੋਰਟ ਕਰੋ। ਜੇ ਬੇਟੀ ਪਲੀਜ਼ ਤੁਹਾਨੂੰ ਘਰ ਆ ਕੇ ਦੱਸੀ ਉਹਨਾਂ ਨਾਲ ਗਲਤ ਬਾਹਰ ਹੋ ਰਿਹਾ, ਉਹਨੂੰ ਸਪੋਰਟ ਕਰੋ, ਨਾ ਕਿ ਉਹਦਾ ਸ਼ਾਦੀ ਦਾ ਖਿਆਲ ਜਿਹੜਾ ਉਹ ਕਰੋ ਔਰ ਉਹਦੀ ਪੜ੍ਹਾਈ ਵਿੱਚ ਬੰਦ ਕਰਵਾ ਦਿਓ, ਕਿਉਂਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਘੱਟੋ ਘੱਟ ਤੇ ਉਸ ਗਲਤ ਸੋਚ ਵਾਲੇ ਇਨਸਾਨ ਨੂੰ ਤਾਂ ਬਿਲਕੁਲ ਫਰਕ ਨਹੀਂ ਪੈਣਾ ਜੋ ਤੁਹਾਡੀ ਬੱਚੀ ਸ਼ਾਦੀ ਹੋ ਜਾਂਦੀ, ਉਹਦੀ ਪੜ੍ਹਾਈ ਵਿੱਚ ਛੁੱਟ ਜਾਂਦੀ, ਉਹਦੇ ਸੁਪਨੇ ਟੁੱਟ ਜਾਂਦੇ। ਉਹਨੂੰ ਸਗੋਂ ਹੌਸਲਾ ਮਿਲ ਰਿਹਾ, ਉਹਨੂੰ ਜਿਤਾ ਰਹੇ ਹੋ ਤੁਸੀਂ ਔਰ ਪੂਰਾ ਤੁਸੀਂ ਸਾਥ ਦੇ ਰਹੇ ਹੋ ਉਸ ਗਲਤ ਇਨਸਾਨ ਦਾ। ਇਨਡਾਇਰੈਕਟ ਦੇ ਰਹੇ ਹੋ ਪਰ ਦੇ ਤਾਂ ਰਹੇ ਹੋ। ਆਪਣੀ ਬੱਚੀ ਦਾ ਸਾਥ। ਆਤਮਜੀਤ ਜੀ ਮਾਫੀ ਚਾਹੁੰਦੀ ਹਾਂ, ਤੁਹਾਡੀ ਗੱਲ ਵਿੱਚੋਂ ਰੋਕੀ ਆ। ਬਹੁਤ ਹੀ ਸਾਡੇ ਸਤਿਕਾਰਯੋਗ ਅਮਰੀਕ ਪਲਾਹੀ ਜੀ ਪੁੱਛ ਰਹੇ ਨੇ ਕਿ ਆਤਮਜੀਤ ਜੀ ਉਹਨਾਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਛਪਵਾ ਰਹੇ ਨੇ, ਕਿ ਤੁਸੀਂ ਉਹਨਾਂ ਨੂੰ ਕਿਸੇ ਕਿਤਾਬ ਦੇ ਰੂਪ ਵਿੱਚ ਲੋਕਾਂ ਤੱਕ ਲੈ ਕੇ ਆ ਰਹੇ ਹੋ? ਨਹੀਂ, ਮੈਂ ਮਾਫੀ ਚਾਹਨੀ ਕਿ ਜੌਬ ਜਾਣ ਦੀ ਵਜ੍ਹਾ ਨਾਲ ਔਰ ਮੇਰਾ ਇਨਾ ਫਾਈਨੈਂਸ਼ੀਅਲ ਨਹੀਂ ਸੀ ਸਟਰੋਂਗ ਕਿ ਮੈਂ ਉਸ ਨੂੰ ਕਿਤਾਬ ਦਾ ਖੜਾ। ਈਵਨ ਮੈਂ ਖੁਦ ਹੁਣ ਕਈ ਸਾਰੇ ਕਵੀਆਂ ਕੋਲੋਂ, ਲੋਕਾਂ ਕੋਲੋਂ ਡਿਮਾਂਡ ਕਰ ਰਹੀ ਹਾਂ ਕਿ ਪਲੀਜ਼ ਤੁਸੀਂ ਅੱਗੋਂ ਆਪਣੀ ਇੱਕ ਬੁੱਕ ਲਿਆ ਰਹੇ ਹੋ ਤਾਂ ਪਲੀਜ਼ ਟਾਈਪਿੰਗ ਮੇਰੇ ਕੋਲ ਕਰਾਓ, ਕਿਉਂਕਿ ਜੌਬ ਜਾਣ ਤੋਂ ਬਾਅਦ ਇਹ ਜਿਹੜਾ ਆਪਣੇ ਆਪ ਨੂੰ ਫਿਰ ਦੁਬਾਰਾ ਇੰਡੀਪੈਂਡੈਂਟ ਤੇ ਖੜਾ ਕਰਨਾ, 20 ਰੁਪਏ ਪੇਜ ਟਾਈਪ ਕਰਕੇ 100 ਰੁਪਏ ਦਾ ਪੋਸਟਰ ਤਿਆਰ ਕਰਕੇ ਲੋਕਾਂ ਦੇ ਇੰਟਰਵਿਊ ਕਰਕੇ ਜਿਹੜਾ ਥੋੜਾ ਬਹੁਤ ਮੈਂ ਆਪਣੇ ਵਾਸਤੇ ਸੋਰਸ ਇਕੱਠਾ ਕੀਤਾ, ਉਹਦੇ ਨਾਲ ਮੈਂ ਆਪਣੀ ਬੇਟੀ ਨੂੰ ਸਟਰੋਂਗ ਕਰ ਰਹੀ ਹਾਂ, ਉਹਨੂੰ ਪੜ੍ਹਾਉਣ ਦੇ ਵਿੱਚ ਜਿਹੜਾ ਉਹ ਜ਼ੋਰ ਲਗਾ ਰਹੀ, ਨਾ ਕਿ ਆਪਣੇ ਕਿਤਾਬ ਨੂੰ ਲਿਆਉਣ ਦੇ ਵਿੱਚ ਜ਼ੋਰ ਲਗਾ ਰਹੀ, ਕਿਉਂਕਿ 20-25 ਹਜ਼ਾਰ ਲੱਗਦਾ ਹੈ ਕਿ ਉਹ ਨਹੀਂ ਮੈਂ ਕਰ ਪਾਵਾਂਗੀ। ਜੀ ਬਿਲਕੁਲ, ਜਰੂਰ ਜੀ ਜਰੂਰ। ਬਹੁਤ ਸਾਰੇ ਵਧੀਆ ਸਾਡੇ ਲੇਖਕਾਵਾਂ ਨੇ ਇੱਥੇ, ਬੜੀਆਂ ਸ਼ਖਸੀਅਤਾਂ ਇਸ ਸ਼ਹਿਰ ਦੇ ਵਿੱਚ ਰਹਿੰਦੀਆਂ ਨੇ ਤੇ ਜਰੂਰ ਜੇ ਕਿਸੇ ਨੇ ਤੁਹਾਡੇ ਤੱਕ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਰਲ ਕੇ ਤੁਹਾਡੀਆਂ ਉਹਨਾਂ ਕਵਿਤਾਵਾਂ ਨੂੰ ਲੋਕਾਂ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਵਾਅਦਾ ਰਿਹਾ ਤੁਹਾਡੇ ਨਾਲ ਸਾਡਾ, ਤੁਹਾਨੂੰ ਪੂਰਾ ਸਾਥ ਹੋਵੇਗਾ। ਅਸੀਂ ਵੀ ਚਾਹਾਂਗੇ ਕਿ ਤੁਹਾਡੀਆਂ ਉਹ ਕਵਿਤਾਵਾਂ ਹਰ ਇੱਕ ਦੇ ਕੋਲ ਜਾਣੀਆਂ ਚਾਹੀਦੀਆਂ ਕਿ 48 ਘੰਟੇ ਗੁਰੂ ਰਾਮਦਾਸ ਦੀ ਕਹਿ ਲਓ ਕਿ ਉਹਨਾਂ ਵੱਲੋਂ ਬਖਸ਼ੀ ਹੋਈ ਜਿਹੜੀ ਤੁਹਾਨੂੰ ਇਹ ਸਿੱਖੀ ਆ, ਔਰ ਉਸ ਦੇ ਨਾਲ ਉਹਨਾਂ ਵੱਲੋਂ ਤੁਹਾਨੂੰ ਬਖਸ਼ਿਆ ਹੋਇਆ ਜਿਹੜਾ ਹੌਸਲਾ, ਹਿੰਮਤ ਆ, ਤੁਸੀਂ 48 ਘੰਟਿਆਂ ਦੇ ਵਿੱਚ 551 ਕਵਿਤਾਵਾਂ ਜਿਹੜੀਆਂ ਲਿਖੀਆਂ ਆ, ਉਹ ਅਸੀਂ ਜ਼ਰੂਰ ਦੁਨੀਆ ਤੱਕ ਲੈ ਕੇ ਆਈਏ। ਸੋ ਤੁਹਾਡੇ ਨਾਲ ਵਾਅਦਾ ਆ, ਤੁਹਾਡੀ ਇਸ ਕਿਤਾਬ ਨੂੰ ਅੱਗੇ ਲਿਆਉਣ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਜੀ। ਸੋ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ। ਚੜ੍ਹਦੀ ਕਲਾ ਚ ਰਹੋ। ਥੈਂਕ ਯੂ ਜੀ। ਬਹੁਤ ਧੰਨਵਾਦ, ਬਹੁਤ ਵਧੀਆ ਲੱਗਾ ਗੱਲ ਕਰਕੇ ਬੇਟਾ ਜੀ ਤੁਹਾਡੇ ਨਾਲ। ਆਉਣ ਵਾਲੇ ਸਮੇਂ 'ਚ ਫਿਰ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਕੁਲਦੀਪ ਸਿੰਘ ਜੀ, ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਅਮਰੀਕ ਪਲਾਹੀ ਹੋਣਾ ਦਾ। ਔਰ ਕਹਿੰਦੇ ਕਈ ਵਾਰੀ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਪੰਜਾਬੀ ਚ ਅੰਗਰੇਜ਼ੀ ਬੋਲ ਜਾਂਦੇ ਆ, ਸੋ ਅਸੀਂ ਪਿੰਡਾਂ ਵਾਲੇ ਆ, ਕਈ ਵਾਰੀ ਅਸੀਂ ਸ਼ਬਦ ਵੀ ਗਲਤ ਬੋਲ ਜਾਂਦੇ। ਮੈਨੂੰ ਅਹਿਸਾਸ ਹੋ ਗਿਆ ਸੀ ਬਾਅਦ ਵਿੱਚ ਜਦੋਂ ਅਸੀਂ ਚਿੱਕੜ ਦੀ ਗੱਲ ਕਰਦੇ ਸੀ, ਮੈਂ ਕਿੱਚੜ ਕਿਹਾ ਸੀ 2-3 ਵਾਰੀ। ਮੈਂ ਤੁਹਾਨੂੰ ਇਸ ਕਰਕੇ ਨਹੀਂ ਸੀ ਟੋਕਿਆ ਕਿ ਕਈ ਵਾਰੀ ਹੁੰਦਾ ਹੈ, ਪਰ ਇਹੋ ਜੀ ਕਿਉਂਕਿ ਸਾਡੇ ਦਰਸ਼ਕ ਨੇ ਦੁਨੀਆ ਭਰ ਦੇ ਵਿੱਚ ਸਾਨੂੰ ਦੇਖਦੇ ਆ। ਅਮਰੀਕ ਪਲਾਹੀ ਹੋਣਾ ਨੇ ਬੜਾ ਚੰਗਾ ਲੱਗਾ, ਇਹਨਾਂ ਨੇ ਕਿਹਾ ਕਿ ਸਹੀ ਸ਼ਬਦ ਕਿੱਚੜ ਜਾਂ ਚਿੱਕੜ ਆ, ਤੇ ਮੈਂ ਉਹਨਾਂ ਨੂੰ ਮੈਂ ਕਿਹਾ ਬਿਲਕੁਲ ਜੀ ਚਿੱਕੜ ਆ, ਪਰ ਮਾਫੀ ਚਾਹੁੰਦੇ ਆ ਕਿ ਕਈ ਵਾਰੀ ਗੱਲਾਂ ਕਰਦੇ ਆ ਮੂੰਹ ਚੋਂ ਸ਼ਬਦ ਨਿਕਲ ਜਾਂਦਾ ਆ। ਔਰ ਬਿਲਕੁਲ ਜੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਕਵਿਤਾਵਾਂ ਦੇ ਸੰਗ੍ਰਹਿ ਨੂੰ ਜੀ, ਜੇ ਤਾਂ ਕਿਸੇ ਨੇ ਜ਼ਿੰਮੇਵਾਰੀ ਲੈ ਲਈ ਤੇ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਅਸੀਂ ਆਪਣੇ ਵੱਲੋਂ ਪੰਜਾਬੀ ਭਾਸ਼ਾ ਪ੍ਰਸਾਰ ਵੱਲੋਂ 551 ਕਵਿਤਾਵਾਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਨੇ, ਉਹਦੇ ਲਈ ਜ਼ਰੂਰ ਵਾਅਦਾ ਕਰਾਂਗੇ ਕਿ ਉਹ ਕਿਤਾਬਾਂ ਜਲਦੀ ਛਪ ਕੇ ਆਉਣਗੀਆਂ। ਮੀਡੀਆ 'ਚ ਰਹਿ ਕੇ ਕਈ ਵਾਰੀ ਤੁਸੀਂ ਇਕੱਲੇ ਇਹ ਨਹੀਂ ਕਿ ਤੁਸੀਂ ਖਬਰਾਂ ਹੀ ਪੜ੍ਹਨੀਆਂ ਨੇ। ਮੇਰੇ ਕੋਲ ਅੱਜ ਬੜਾ ਵੱਡਾ ਭੰਡਾਰ ਸੀ ਖਬਰਾਂ ਦਾ, ਬਹੁਤ ਵੱਡਾ, ਪਰ ਜਿਹੜਾ ਭੰਡਾਰ, ਜਿਹੜਾ ਖਜ਼ਾਨਾ ਬੀਬੀ ਆਤਮਜੀਤ ਕੌਰ ਦੇ ਕੇ ਗਏ, ਲੂੰ ਕੰਡੇ ਅਜੇ ਤੱਕ ਸਰੀਰ ਦੇ ਖੜੇ ਹੈ। ਅਜੇ ਤੱਕ ਦਿਲ ਨੂੰ ਹਿਲਾ ਦੇਣ ਵਾਲੀ ਇੱਕ ਕਹਾਣੀ, ਦਰਦਨਾਕ ਕਹਾਣੀ। 50 ਵਾਰੀ ਸ਼ੋਸ਼ਣ ਹੋਣ ਦੇ ਬਾਵਜੂਦ ਵੀ ਬੱਚੀ ਲਈ ਖੜੇ ਹੋਣਾ, ਪ੍ਰੇਰਨਾ ਸਰੋਤ ਬਣਨਾ ਕਿ ਨਹੀਂ ਮੈਂ ਬਲੱਡ ਵੀ ਦੇਵਾਂਗੀ, ਮੈਂ ਕੈਂਪ ਵੀ ਲਾਵਾਂਗੀ, ਮੈਂ ਦਰਖਤ ਵੀ ਲਾਵਾਂਗੀ, ਮੈਂ ਸਲਮ 'ਚ ਰਹਿੰਦੇ ਬੱਚਿਆਂ ਨੂੰ ਵੀ ਪੜ੍ਹਾਵਾਂਗੀ, ਤੇ ਇਹਦੇ ਨਾਲ ਦਿਮਾਗੀ ਤੌਰ ਤੇ ਕਸਰਤ ਕਰਨ ਵਾਲੇ 70 ਤੋਂ ਵੱਧ ਬੱਚਿਆਂ ਨੂੰ ਤਿਆਰ ਕਰਨਾ।
ਸਹੁਰੇ ਪਰਿਵਾਰ ਦੇ ਵਿੱਚ ਰਹਿਣਾ, ਸਾਂਝੇ ਪਰਿਵਾਰ ਦੇ ਵਿੱਚ ਰਹਿਣਾ, ਬੱਚੀ ਦੀ ਪਾਲਣਾ ਪੋਸ਼ਣਾ ਕਰਨੀ ਔਰ ਜੌਬ ਚਲੀ ਜਾਣੀ, ਉਸ ਤੋਂ ਬਾਅਦ ਫਿਰ ਵੀ ਹਿੰਮਤ ਨਾ ਛੱਡਣੀ। ਮੈਂ ਕਹਿੰਦਾ ਸਲੂਟ ਹੈ ਇਸ ਬੀਬੀ ਨੂੰ, ਇੱਕ ਦੁਨੀਆ ਦੇ ਵਿੱਚ ਇਹੋ ਜਿਹਾ ਨਾਮ ਪੈਦਾ ਕੀਤਾ ਹੈ। ਤੇ ਜਿਵੇਂ ਤੁਸੀਂ ਇਸ਼ਾਰਾ ਵੀ ਕਰ ਰਹੇ ਸੀ ਕਿ ਇਹਨਾਂ ਨਾਲ ਮਹੀਨਾਵਾਰ ਜਦੋਂ ਕਿਤੇ ਤੁਹਾਡਾ ਸਬਬ ਬਣਿਆ ਇੰਡੀਆ ਜਾਣ ਦਾ, ਤੇ ਇੱਕ ਲੜੀਵਾਰ ਪ੍ਰੋਗਰਾਮ ਇਹਨਾਂ ਨਾਲ ਜ਼ਰੂਰ ਕਰਨਾ। ਬਿਲਕੁਲ ਜੀ, ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ। ਬਹੁਤ ਸਾਰੀ ਮੇਰੀ ਲਿਸਟ ਲੰਬੀ ਹੋ ਰਹੀ ਹੈ ਤੇ ਮੈਨੂੰ ਲੱਗਦਾ ਤੁਸੀਂ ਮੈਨੂੰ 2 ਸਾਲਾਂ ਲਈ ਤਾਂ ਘੱਲੋ ਪੰਜਾਬ ਨੂੰ। 2 ਸਾਲ ਤੋਂ ਮੈਂ ਕੰਮ ਕਰਕੇ ਆਵਾਂ, ਕਿਉਂਕਿ ਪਹਿਲਾਂ ਵੀ ਸਾਂਝਾ ਟੀਵੀ ਨਾਲ ਤੁਸੀਂ ਇੰਡੀਆ ਕੰਮ ਕਰਦੇ ਰਹੇ ਹੋ ਉੱਥੇ ਜਾ ਕੇ। ਸਾਡੀ ਬੜੀ ਵੱਡੀ ਟੀਮ ਹੈ ਸਾਂਝਾ ਟੀਵੀ ਦੀ। ਉਹ ਇਹਦੇ ਵਿੱਚ ਜਿਹੜੀ ਪ੍ਰੇਰਨਾ ਇਸ ਬੀਬੀ ਤੋਂ ਮਿਲੀ ਹੈ ਨਾ, ਇਸ ਬੱਚੀ ਤੋਂ, ਮੈਂ ਕਹਿੰਦਾ ਵਾਰ-ਵਾਰ ਸਲੂਟ ਕਰਨ ਨੂੰ, ਵਾਰ-ਵਾਰ ਸਿਰ ਨਿਵਦਾ ਸੀ ਬੱਚੀ ਅੱਗੇ ਕਿ ਸਾਡੀ ਡਿਊਟੀ ਬਣਦੀ ਹੈ ਕਿ ਇਹ ਉਹਨਾਂ ਸਹੁਰਿਆਂ ਦੀ ਜਾਂ ਉਸ ਪਿਓ ਦੀ ਬੱਚੀ ਨਹੀਂ, ਬਲਕਿ ਕੌਮ ਦੀ ਬੱਚੀ ਹੈ, ਜਿਹਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਦ੍ਰਿੜਤਾ ਵਾਲਾ ਪਾਠ ਤੁਹਾਨੂੰ ਸਿਖਾਇਆ ਹੈ। ਮੇਰਾ ਖਿਆਲ ਹੈ ਤੋਂ ਆਪਾਂ ਜ਼ਰੂਰ ਕੋਈ ਨਾ ਕੋਈ ਪ੍ਰੇਰਨਾ ਲਵਾਂਗੇ ਜੀ। ਬਿਲਕੁਲ ਜੀ। ਅਮਰੀਕ ਪਲਾਹੀ ਹੁਣਾਂ ਨੇ ਕਿਹਾ ਕਿ ਕੁਲਦੀਪ ਸਿੰਘ ਜੀ, ਮੈਂ ਇਸ ਪੁਸਤਕ ਦੀ ਛਪਾਈ ਦੀ ਜ਼ਿੰਮੇਵਾਰੀ ਲੈਂਦਾ। ਵਾਹ ਜੀ ਵਾਹ, ਕੀ ਬਾਤ ਹੈ। ਸੋ ਪਲਾਹੀ ਸਾਹਿਬ, ਤੁਹਾਡਾ ਤਹਿ ਦਿਲੋਂ ਧੰਨਵਾਦ, ਕਿਉਂਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਪੂਤ ਹੋ। ਮੈਨੂੰ ਪਤਾ ਹੈ, ਬਹੁਤ ਚੰਗੀ ਤਰ੍ਹਾਂ ਤੁਹਾਨੂੰ ਜਾਣੀਦਾ ਹੈ, ਕਿਉਂਕਿ ਤੁਹਾਡੇ ਬੋਲਾਂ ਦੇ ਵਿੱਚ ਮਿਠਾਸ, ਤੁਹਾਡੇ ਸ਼ਬਦਾਂ ਦੀ ਜਿਹੜੀ ਪਰਪੱਕਤਾ ਹੈ ਪੰਜਾਬੀ ਮਾਂ ਬੋਲੀ ਦੇ ਵਿੱਚ, ਇਹ ਦਰਸਾਉਂਦੀ ਹੈ। ਸੋ ਬੀਬੀ ਆਤਮਜੀਤ ਕੌਰ ਉਹਨਾਂ ਦਾ ਮੈਂ ਤੁਹਾਨੂੰ ਸੰਪਰਕ ਨੰਬਰ ਭੇਜਾਂਗਾ, ਜ਼ਰੂਰ ਗੱਲਬਾਤ ਕਰਿਓ, ਕਿਉਂਕਿ ਤੁਹਾਡੀਆਂ ਆਪਣੀਆਂ ਲਿਖੀਆਂ ਹੋਈਆਂ ਬਹੁਤ ਜ਼ਿਆਦਾ ਕਿਤਾਬਾਂ ਨੇ। ਤੁਹਾਡਾ ਇੱਕ ਵਾਰੀ ਫੇਰ ਚਲਦੇ ਪ੍ਰੋਗਰਾਮ ਦੇ ਵਿੱਚ ਹੀ ਤਹਿ ਦਿਲੋਂ ਧੰਨਵਾਦ। ਤੁਸੀਂ ਹਮੇਸ਼ਾ ਪ੍ਰੋਗਰਾਮ ਦੇਖਦੇ ਹਾਂ ਜੀ। ਬਿਲਕੁਲ ਜੀ, ਸਮਾਂ ਹੋ ਗਿਆ ਸਾਡਾ ਵੀ, ਤੇ ਚਲਿਏ ਹੁਣ ਪੱਟੀ ਸਾਹਿਬ ਖਬਰਾਂ ਲਈ ਰੈਡੀ ਹੋਣਗੇ ਤੇ ਤੁਹਾਡੇ ਨਾਲ ਕੱਲ ਮੁਲਾਕਾਤ ਹੋਵੇਗੀ। ਬਿਲਕੁਲ ਜੀ, ਅਸਲ 'ਚ ਇਦਾਂ ਹੈ ਕਿ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਉਹ ਫ੍ਰੀਜ਼ਰ 'ਚ ਰੱਖਦੇ ਨੇ, ਕੱਲ ਨੂੰ ਕੱਢ ਕੇ ਨਵੀਆਂ ਫਰੈਸ਼ ਕਰਕੇ ਤੁਹਾਡੇ ਨਾਲ ਫੇਰ ਸਾਂਝੀਆਂ ਕਰਾਂਗੇ। ਤਾਂ ਤਕਲੀਫ ਰੱਬ ਰੱਖੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਿਲਕੁਲ ਜੀ, ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸੁਲਝੇ ਤੇ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਸਾਡੇ ਪ੍ਰੋਗਰਾਮ ਨੂੰ ਦੇਖਦੀਆਂ ਨੇ ਤੇ ਟਾਈਮ ਟੂ ਟਾਈਮ ਜਿਹੜੀਆਂ ਸਾਡੀਆਂ ਨਿੱਕੀਆਂ ਗਲਤੀਆਂ ਅਸੀਂ ਕਰਦੇ ਆ, ਮਾਂ ਬੋਲੀ ਬੋਲਦੇ, ਉਹਨਾਂ ਤੇ ਵੀ ਸਾਡੀ ਤੇ ਨਜ਼ਰ ਮਾਰਦੇ ਆ। ਸੋ ਅਮਰੀਕ ਪਲਾਹੀ ਜੀ, ਬਹੁਤ ਧੰਨਵਾਦ ਤੁਹਾਡਾ। ਔਰ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ, ਤੁਹਾਡੇ ਸਾਰਿਆਂ ਕੋਲੋਂ ਅਸੀਂ ਬਹੁਤ ਕੁਝ ਸਿੱਖਦੇ ਰਹਿੰਦੇ ਆ। ਧੰਨਵਾਦ ਜੀ। ਤੇ ਹੁਣ ਤੁਸੀਂ ਜਾਣਾ ਕਿਤੇ ਨਹੀਂ, ਰਹਿਣਾ ਐਵੇਂ ਹੀ ਆ। ਪੱਟੀ ਸਾਹਿਬ ਹੁਣਾਂ ਦੀਆਂ ਖਬਰਾਂ ਅੱਜ ਜ਼ਰੂਰ ਤੁਹਾਡੇ ਨਾਲ ਅਸੀਂ ਲੈ ਕੇ ਆਵਾਂਗੇ, ਕਿਉਂਕਿ ਪਿਛਲੇ 2 ਵਾਰ ਨਹੀਂ ਉਹ ਪਹੁੰਚੇ, 2 ਦਿਨ ਤੇ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਪਰ ਅੱਜ ਉਹ ਸਾਡੇ ਨਾਲ ਸ਼ਾਮਲ ਹੋਣਗੇ। ਸੋ ਛੋਟੇ ਜਿਹੇ ਵਕਫੇ ਤੋਂ ਬਾਅਦ ਵਾਪਸ ਆਉਂਦੇ ਆ। ਸੋ ਇਵੇਂ ਜੁੜੇ ਰਹੋ ਜੀ।